ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ, ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੁਰੂ ਗਰੀਬ ਨਿਵਾਜ ਤਬ, ਨਾਮ ਆਪਨ ਬਿਦਤਾਏ। ਰਾਖੇ ਸੰਗ ਗਰੀਬ ਜਨ, ਬਖਸ਼ਿਸ਼ ਦੇ ਵਡਿਆਏ। ਗੁਰੂ ਗਰੀਬ ਨਿਵਾਜ ਤਬ, ਨਾਮ ਆਪਨ ਬਿਦਤਾਏ। ਰਾਖੇ ਸੰਗ ਗਰੀਬ ਜਨ, ਬਖਸ਼ਿਸ਼ ਦੇ ਵਡਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ, दीन के दयाल माधो, गर्भ प्रहारी, ऊंच अपार बेअंत स्वामी।
नेचल चौर छत्र तख्त के मालिक धन धन साहिब। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਪਾਤਸ਼ਾਹ ਦੇ ਚਰਨ ਪਰਸਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਨ ਕਿਰਪਾ ਦਇਆ ਜਿਨ੍ਹਾਂ ਤੇ ਹੁੰਦੀ ਹੈ ਉਹੀ ਪੁਰਾਣੀ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਲੇ ਬਣਦੇ ਹੈ। ਪਿਛਲੇ ਲੰਬੇਰੇ ਸਮੇਂ ਤੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਕਥਾ, ਉਸ ਤੋਂ ਪਹਿਲਾਂ ਨਾਨਕ ਪ੍ਰਕਾਸ਼ ਗ੍ਰੰਥ ਦੀ ਅੰਮ੍ਰਿਤ ਰੂਪ ਕਥਾ ਆਪਾਂ ਸਰਵਣ ਕੀਤੀ। ਗਰੀਬ ਨਵਾਜ ਬੜੀ ਮਿਹਰ ਦਇਆ ਕਰਕੇ ਲੜੀਵਾਰ ਰੂਪ ਅੰਦਰ ਆਪਣੀ ਯਸ਼ ਸ਼ੋਭਾ ਵਡਿਆਈ ਦਇਆ ਕਰਕੇ ਗਾਵਾ ਰਹੇ ਹੈ, ਕਹਾ ਰਹੇ ਹੈ ਔਰ ਸੰਗਤਾਂ ਪਾਸੋਂ ਸਰਵਣ ਕਰਵਾ ਰਹੇ ਹਨ। ਕੱਲ੍ਹ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਦੇ ਮਹਾਨ ਕੌਤਕ, ਜੋ ਪਾਤਸ਼ਾਹ ਨੇ ਕੇਵਲ ਤੇ ਕੇਵਲ 13 ਵਰ੍ਹਿਆਂ ਦੀ ਉਮਰ ਦੇ ਅੰਦਰ 12 ਵਰ੍ਹਿਆਂ ਦੀ 13 ਵਰ੍ਹਿਆਂ ਦੀ ਲਗਭਗ ਉਮਰ ਦੇ ਅੰਦਰ ਮਹਾਨ ਬਖਸ਼ਾਂ ਕੀਤੀਆਂ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਤ ਨੀਚ, ਨਾਨਕ ਤਿਨ ਕੇ ਸੰਗ ਸਾਰ ਸਵੱਡਿਆਂ ਸੋ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ, ਜਿੱਥੇ ਨੀਵਿਆਂ ਨੂੰ ਸੰਭਾਲਿਆ ਜਾਂਦਾ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜਿਨ੍ਹਾਂ ਨੂੰ ਸਾਧ ਸੰਗ ਜੀ ਸੰਸਾਰ ਵਿੱਚ ਦੁਰਕਾਰਿਆ ਜਾਂਦਾ ਸੀ ਨੀਵੀਆਂ ਜਾਤਾਂ ਕਹਿ ਕੇ, ਉਹ ਨੀਵਿਆਂ ਨੂੰ ਸੱਚੇ ਪਾਤਸ਼ਾਹ ਦੀਆਂ ਵਡਿਆਈ ਬਖਸ਼ਣ ਵਾਸਤੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਜਰਵਾਣਿਆਂ ਦੇ ਨੱਕ ਵਿੱਚ ਨੱਥ ਪਾਉਣ ਲਈ ਫੌਜ ਤਿਆਰ ਕਰਾਂਗੇ। ਸ਼ਾਸਤਰ ਅਤੇ ਘੋੜੇ ਸੰਗਤਾਂ ਨੇ ਹਾਜ਼ਰ ਕਰ ਦਿੱਤੇ ਸਨ। ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਸਮੇਂ ਮਹਾਰਾਜ ਨੇ ਸਾਰੇ ਐਲਾਨ ਕੀਤੇ ਹੈ ਸੰਗਤਾਂ ਦੇ ਭਾਰੀ ਇਕੱਠ ਵਿੱਚ ਵੀ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਘਰ ਅੰਦਰ ਰਾਜਸੀ ਗੁਣ ਵੀ ਪ੍ਰਗਟ ਹੋਣਗੇ। ਸਤੋਗੁਣੀ ਪਹਿਲਾਂ ਹੀ ਸਿੱਖ ਹਨ, ਹੁਣ ਰਜੋਗੁਣੀ ਵੀ ਹੋਣਗੇ। ਤਖਤਾਂ ਤਾਜਾਂ ਦੇ ਮਾਲਕ ਅਸੀਂ ਗਰੀਬ ਸਿੱਖਾਂ ਨੂੰ ਬਣਾਵਾਂਗੇ, ਵਡਿਆਈਆਂ ਬਖਸ਼ਾਂਗੇ। ਕਿਉਂਕਿ ਜੇ ਸ਼ਾਨੋ ਸ਼ੌਕਤ ਨਾਲ ਜੀਣਾ ਹੈ, ਜੇ ਸਤਿਕਾਰ ਚਾਹੀਦਾ ਸੰਸਾਰ ਦੇ ਵਿੱਚੋਂ, ਆਦਰ ਸਤਿਕਾਰ ਮਾਣ ਦੀ ਜ਼ਿੰਦਗੀ ਜਿਉਣੀ ਹੈ, ਤੋ ਪਾਤਸ਼ਾਹ ਨੇ ਫਿਰ ਇਹ ਐਲਾਨ ਕੀਤੇ ਕਿ ਸ਼ਾਸਤਰਧਾਰੀ ਹੋ ਕੇ ਜਿਹੜਾ ਹੈ ਉਹ ਸਨਮਾਨ ਪ੍ਰਾਪਤ ਕੀਤਾ ਜਾਂਦਾ ਹੈ। ਮਹਾਰਾਜ ਦੇ ਬਚਨ ਸੁਣਨ ਦੀ ਦੇਰ ਸੀ। ਮਾਝੇ ਮਾਲਵੇ ਦੇ, ਵਾਹਿਗੁਰੂ ਮਾਝੇ ਅਤੇ ਦੁਆਬੇ ਦੇ 400 ਨੌਜਵਾਨ ਗੱਭਰੂ ਮਹਾਰਾਜ ਦੇ ਪਾਸ ਆਣ ਪਹੁੰਚੇ। ਖੜ੍ਹੇ ਹੋ ਕਰਕੇ ਬੇਨਤੀ ਕੀਤੀ। ਹਜ਼ੂਰ ਨੇ ਫਿਰ ਪੁੱਛਿਆ, ਇਹਨਾਂ ਦੱਸਿਆ ਕਿ ਅਸੀਂ ਮਹਾਰਾਜ ਤੁਹਾਡੇ ਪਾਸ ਆਏ ਹਾਂ, ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਾਂ। ਮਹਾਰਾਜ ਚਲੋ ਨਾਲੇ ਪੁੰਨ ਨਾਲੇ ਫਲੀਆਂ, ਰੁਜ਼ਗਾਰ ਵੀ ਮਿਲ ਜਾਏਗਾ ਅਤੇ ਤੁਹਾਡੀ ਫੌਜ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਦਰਗਾਹੀ ਫੌਜ ਹੈ, ਇਹਦੇ ਵਿੱਚ ਸ਼ਾਮਲ ਹੋਣਾ ਸਾਡੇ ਵਾਸਤੇ ਬੜੀ ਜਿਹੜੀ ਉਹ ਮਾਣ ਵਾਲੀ ਗੱਲ ਹੋਵੇਗੀ। ਤੋ ਇਹ ਉਹੀ ਸਾਧ ਸੰਗਤ ਜੀ ਦੇਵੀ ਦੇਵਤੇ ਮਨੁੱਖਾਂ ਦੇਹੀਆਂ ਧਾਰ ਕੇ ਮਹਾਰਾਜ ਦੀ ਫੌਜ ਵਿੱਚ ਸ਼ਾਮਲ ਹੋ ਕੇ ਆਪਣਾ ਸਮਾਂ ਜਨਮ ਸਫਲਾ ਕਰ ਰਹੇ ਹੈ। ਜਿਹੜੇ ਕਦੇ ਗੁਰੂ ਕੀ ਵਡਾਲੀ ਧਰਤੀ 'ਤੇ ਮਹਾਰਾਜ ਦੇ ਪਾਸ 5 ਵਰ੍ਹਿਆਂ ਦੀ ਉਮਰ ਵਿੱਚ ਪਹੁੰਚੇ ਸਨਗੇ ਵੀ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਮਹਾਰਾਜ ਤੁਹਾਡੀ ਸੰਗਤ ਕਰਨੀ ਚਾਹੁੰਦੇ ਹਾਂ। ਤੋ ਪਾਤਸ਼ਾਹ ਨੇ ਆਖਿਆ ਅਸੀਂ ਧਰਮ ਦਾ ਯੁੱਧ ਮਚਾਵਾਂਗੇ, ਉਸ ਸਮੇਂ ਤੁਸੀਂ ਮਨੁੱਖਾਂ ਦੇਹੀਆਂ ਧਾਰ ਲਓ ਉਹਨਾਂ ਸਮਾਂ, ਅਤੇ ਤਾਂ ਹੀ ਇਹਨਾਂ ਦੀ ਉਮਰ ਕੋਈ
18 ਵਰ੍ਹਿਆਂ ਤੋਂ ਲੈ ਕੇ 24-25 ਵਰ੍ਹਿਆਂ ਦੇ ਲਗਭਗ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੋ ਜਿਹਾ ਮਹਾਨ ਕੌਤਕ ਵਰਤਾਇਆ ਹੈ। ਇਹਨਾਂ ਨੂੰ ਮਹਾਰਾਜ ਨੇ ਬੜਾ ਸਤਿਕਾਰ ਮਾਣ ਦਿੱਤਾ। ਸੀਸ 'ਤੇ ਦੁਮਾਲੇ ਸਜਾਉਣ ਲੱਗੇ, ਸੋਹਣੇ ਕਲੀਆਂ ਵਾਲੇ ਬਾਣੇ ਪਹਿਨਣ ਲੱਗੇ, ਰਾਜੇ ਬਾਦਸ਼ਾਹ ਜਿਹੜੇ ਪਹਿਨਦੇ ਹੈ। ਨਾਲ ਹੀ ਮਹਾਰਾਜ ਨੇ ਚੰਗੇ ਸ਼ਸਤਰ, ਘੋੜੇ, ਬਸਤਰ ਇਹਨਾਂ ਨੂੰ ਹਾਜ਼ਰ ਕੀਤੇ। ਐਨ ਤਿਆਰ ਬਰ ਤਿਆਰ ਹੋ ਕੇ 400 ਸੂਰਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜਦੋਂ ਸ਼ਿਕਾਰ 'ਤੇ ਚੜ੍ਹਦਾ ਅਤੇ ਸੰਸਾਰ ਦੇ ਲੋਕ ਵੇਖ ਵੇਖ ਦੰਗ ਰਹਿ ਜਾਂਦੇ, ਕਿਉਂਕਿ ਰਾਜੇ ਸੰਸਾਰ 'ਤੇ ਬੜੇ ਹੈ, ਝੂਠੇ ਪਾਤਸ਼ਾਹ, ਸੱਚਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਹੈ। ਸਾਰੇ ਸੰਸਾਰ ਵਿੱਚ ਗੱਲਾਂ ਹੋਣ ਲੱਗੀਆਂ। ਸਾਰੇ ਸਿੱਖ ਹੁਣ ਮਾਣ ਮਹਿਸੂਸ ਕਰਨ ਲੱਗੇ ਹੈ ਸ਼ਸਤਰ ਪਹਿਨਣ ਵਿੱਚ, ਅਤੇ ਫੌਜ ਵਧਣ ਲੱਗੀ। ਰੋਜ਼ ਭਰਤੀ ਹੋਇਆ ਕਰੇ, ਸ਼ਸਤਰ ਵੰਡੇ ਜਾਣ, ਘੋੜੇ ਵੰਡੇ ਜਾਣ ਲੱਗੇ। ਸੰਗਤਾਂ ਵੀ ਇਹ ਜਾਣ ਗਈਆਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਅਤੇ ਸ਼ਸਤਰ ਜਦੋਂ ਭੇਟ ਕਰੀਦੇ ਅਤੇ ਬਹੁਤੇ ਖੁਸ਼ ਹੁੰਦੇ ਹੈ। ਤੋ ਸੰਗਤਾਂ ਸ਼ਸਤਰ ਅਤੇ ਤੁਰੰਗ ਇਹ ਘੋੜੇ ਲੈ ਲੈ ਕੇ ਪਹੁੰਚਣ ਲੱਗੀਆਂ। ਘੋੜਿਆਂ ਵਾਸਤੇ ਰਸਤਾਂ ਹਾਜ਼ਰ ਹੋਣ ਲੱਗੀਆਂ। ਕੁਝ ਹੀ ਸਮੇਂ ਵਿੱਚ ਬੜਾ ਮਾਲ ਅਸਬਾਬ ਵੱਧ ਗਿਆ। ਮਾਤਾ ਗੰਗਾ ਜੀ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਜਿਹੜੇ ਲੋਕ ਕਹਿੰਦੇ ਸੀ ਤੇਰੇ ਪੁੱਤਰ ਦੀ ਉਮਰ ਥੋੜ੍ਹੀ ਹੈ, ਗੁਰਤਾ ਦਾ ਭਾਰ ਬਹੁਤ ਵੱਡਾ ਹੈ, ਮਾਤਾ ਜੀ ਖੁਸ਼ ਹੁੰਦੇ ਹੈ। ਮੇਰੇ ਸਾਹਿਬਜ਼ਾਦਿਆਂ ਨੇ ਇਹ ਗੁਰਤਾ ਦਾ ਭਾਰ ਸਾਂਭ ਲਿਆ, ਕੋਈ ਪ੍ਰਵਾਹ ਨਹੀਂ ਕੀਤੀ। ਬਹੁਤ ਸੁੰਦਰ ਵਿਚਰ ਰਹੇ ਹੈ, ਪਿਛਲੇ ਸਤਿਗੁਰਾਂ ਵਾਂਗੂ ਮਾਣ ਮਰਿਆਦਾ ਰੱਖ ਰਹੇ ਹੈ। ਇੱਧਰ ਇੱਕ ਨੱਥਾ ਅਬਦੁੱਲਾ ਨਾਮ ਦੇ ਢਾਡੀ ਸਿੱਖ ਵੀ ਮਹਾਰਾਜ ਦੇ ਘਰ ਹਾਜ਼ਰ ਹੋਏ। ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ, ਵੀਰ ਰਸ ਵਧਾਉਣ ਵਾਸਤੇ ਢਾਡੀ ਵਾਰਾਂ ਗਾਉਣ ਲੱਗੇ। ਮਹਾਰਾਜ ਘੋੜੇ ਬਖਸ਼ਦੇ ਹੈ। ਇੱਥੋਂ ਤੀਕਰ ਦੱਖਣ ਦੇ ਦੇਸ਼ ਦੇ ਰਾਜੇ ਨੇ ਜੋ ਮਹਾਰਾਜ ਨੂੰ ਹਾਥੀ ਭੇਟ ਕੀਤਾ ਸੀ, ਢਾਡੀ ਨੱਥਾ ਅਬਦੁੱਲਾ ਤੋਂ ਵਾਰਾਂ ਸੁਣ ਕੇ ਮਹਾਰਾਜ ਨੇ ਪ੍ਰਸੰਨ ਹੋ ਕੇ ਉਹ ਹਾਥੀ ਵੀ ਇਹਨਾਂ ਨੂੰ ਭੇਂਟ ਕਰ ਦਿੱਤਾ ਵੀ ਹਾਥੀ 'ਤੇ ਚੜ੍ਹ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਤੁਸੀਂ ਹਜ਼ੂਰੀ ਢਾਡੀ ਹੋ, ਰਾਜਿਆਂ ਵਾਂਗੂ ਆਇਆ ਕਰੋ, ਕਿਉਂਕਿ ਤੁਸੀਂ ਗੁਰੂ ਘਰ ਸੋਭਾ ਗਾਉਣ ਵਾਲੇ ਗੁਰਮੁਖ ਪਿਆਰੇ ਹੋ। ਇਸ ਤਰ੍ਹਾਂ ਦੇ ਅਜਬ ਕੌਤਕ ਖਾਲਸਾ ਦੀ ਆਪਾਂ ਸ਼ਰਵਣ ਕੀਤੇ ਹੈ। ਨੌਕਰੀ ਦੇਣ ਲੱਗੇ ਸੱਚੇ ਪਾਤਸ਼ਾਹ ਸਿੱਖਾਂ ਨੂੰ, ਜਰਵਾਣਿਆਂ ਨੂੰ, ਨਾਲੇ ਸ਼ਸਤਰ ਨਾਲੇ ਬਸਤਰ ਦਿਆ ਕਰਨ। ਸੋਹਣੇ ਕੱਪੜੇ ਪਹਿਨਦੇ ਹੈ ਸਿੱਖ, ਕਲੀਆਂ ਵਾਲੇ ਚੋਲੇ ਪਹਿਨਦੇ ਹੈ। ਬੜੀ ਦਇਆ ਮਿਹਰਾਮਤ ਗੁਰੂ ਹਰਗੋਬਿੰਦ ਸਾਹਿਬ ਜੀਆਂ ਕੀਤੀ। ਘਰ ਦੇ ਖਰਚੇ ਵੀ ਚੱਲਣੇ ਸ਼ੁਰੂ ਹੋ ਗਏ ਸਿੱਖਾਂ ਦੇ, ਨੌਕਰੀ ਮਿਲ ਗਈ। ਮਹਾਰਾਜ ਇਹਨਾਂ ਨੂੰ ਜੰਗ ਯੁੱਧ ਦਾ ਅਭਿਆਸ ਵੀ ਕਰਵਾ ਰਹੇ ਹੈ। ਤੋ ਇਹ ਕੌਤਕ ਮਹਾਰਾਜ ਦੇ ਆਪਾਂ ਸ਼ਰਵਣ ਕੀਤੇ। ਅੱਗੇ ਮਹਾਰਾਜ ਜੀਆਂ ਦਾ ਉਤਸ਼ਾਹ ਜੰਗ ਵਾਸਤੇ ਅਤੇ ਸਤਿਗੁਰਾਂ ਦਾ ਵੀਰ ਰਸੀ ਸਰੂਪ ਕੈਸਾ ਹੈ, ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ, ਸੈਨਿਕਾਂ, ਫੌਜੀਆਂ ਨੂੰ, ਜਿਹੜੇ ਆ ਰਹੇ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਪ੍ਰੇਰਦੇ ਹੈ। ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਿਕਾਰ 'ਤੇ ਚੜ੍ਹਦੇ ਹੈ, ਉਹਨਾਂ ਨੂੰ ਸ਼ਿਕਾਰ ਕਰਨੇ, ਹੋਰ ਮਸ਼ਕਾਂ ਕਰਨੀਆਂ ਅਤੇ ਜੰਗ ਯੁੱਧ ਕਰਨਾ ਸਿਖਾ ਰਹੇ ਹੈ। ਉਹ ਪ੍ਰਸੰਗ ਅੱਜ ਆਵੇਗਾ ਜੀ। ਚਿੱਤ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਦਾਤਿਆਂ ਨੂੰ ਯਾਦ ਕਰੀਏ। ਚਿੱਤ ਬਿਰਤੀ ਇਕਾਗਰ ਕਰੋ ਜੀ। ਸਭ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰੂ ਗਰੀਬ ਨਿਵਾਜ ਤਾਬ। ਉਹ ਕਵੀ ਸੰਤੋਖ ਸਿੰਘ ਜੀ ਅੱਗੇ 45 ਅੰਸੂ ਸਾਧ ਸੰਗ ਦੀ ਚੌਥੀ ਰਾਸ ਅੰਦਰ ਅੱਜ ਆਰੰਭ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਗਰੀਬਾਂ ਨੂੰ ਨਿਵਾਜਣ ਵਾਲੇ ਹੈ, ਜਿਨ੍ਹਾਂ ਦਾ ਨਾਮ ਗੁਰੂ ਗਰੀਬ ਨਿਵਾਜ ਹੈ। ਨਾਮ ਆਪਣ ਬਿਦਤਾਏ। ਤੇ ਇਕੱਲੇ ਨਾਮ ਦੇ ਹੀ ਗਰੀਬ ਨਿਵਾਜ ਨਹੀਂ ਨਾ, ਜਿਵੇਂ ਆ ਸੰਸਾਰ ਦੇ ਬਾਦਸ਼ਾਹ ਨਾਂ ਦੇ ਹੀ ਬਾਦਸ਼ਾਹ ਹੈ, ਪਰ ਬਾਦਸ਼ਾਹ ਵਾਲੇ ਗੁਣ ਨਹੀਂ। ਤੋ ਇਸ ਤਰ੍ਹਾਂ ਇਹ ਨਾਂ ਦੇ ਗਰੀਬ ਨਿਵਾਜ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ। ਜਿਹੋ ਜਿਹਾ ਨਾਮ ਹੈ, ਸਤਿਗੁਰਾਂ ਦੇ ਕਰਮ ਵੀ ਗਰੀਬਾਂ ਨੂੰ ਨਿਵਾਜਣ ਵਾਲੇ ਹੈ।
ਕਵੀ ਜੀ ਕਹਿੰਦੇ ਮਾਨੋ ਜੋ ਮਹਾਰਾਜ ਦਾ ਗਰੀਬ ਨਿਵਾਜ ਨਾਮ ਹੈ, ਉਹ ਨਾਮ ਨੂੰ ਮਹਾਰਾਜ ਆਪਣੇ ਕਰਮਾਂ ਦੇ ਨਾਲ, ਆਪਣੇ ਪਰ ਉਪਕਾਰਾਂ ਦੇ ਨਾਲ ਪ੍ਰਗਟ ਕਰ ਰਹੇ ਹਨ। ਰਾਖੇ ਸੰਗ ਗਰੀਬ ਜਨ। ਕਿਵੇਂ ਗਰੀਬ ਨਵਾਜ ਹੈ ਗੁਰੂ ਹਰਗੋਬਿੰਦ ਸਾਹਿਬ ਜੀ? ਪਾਤਸ਼ਾਹ ਨੇ ਜਿਹੜੇ ਬੇਅੰਤ ਗਰੀਬ ਸੀ, ਭੁੱਖੇ ਰੁਲਦੇ ਸਨ, ਸੰਸਾਰ ਵਿੱਚ ਆਦਰ ਸਤਿਕਾਰ ਨਹੀਂ ਸੀ ਜਿਨ੍ਹਾਂ ਦਾ, ਮਹਾਰਾਜ ਨੇ ਉਹ ਸਾਰੇ ਗਰੀਬਾਂ ਦੇ ਲੜਕੇ ਨੌਜਵਾਨ ਆਪਣੀ ਫੌਜ ਵਿੱਚ ਭਰਤੀ ਕੀਤੇ ਹੈ। ਬਖਸ਼ਿਸ਼ ਦੇ ਵਡਿਆਏ। ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਦਮਾਲੇ ਸਜਾਉਣ ਲਾ ਦਿੱਤੇ, ਘੋੜੇ ਬਖਸ਼ੇ ਹੈ, ਸੁੰਦਰ ਸ਼ਸਤਰ ਬਖਸ਼ੇ ਹੈ, ਰਾਜਿਆਂ ਵਾਲੇ ਬੇਖ ਸ਼ਾਨ ਬਾਣ ਬਖਸ਼ੀ ਹੈ, ਸੋਨੇ ਦੀਆਂ ਕਾਠੀਆਂ ਦੀ ਸਵਾਰੀ ਕਰਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਇਹੋ ਜਿਹੇ ਦੀਨ ਦਿਆਲ ਵਾਕਿਆ ਹੀ ਕਵੀ ਜੀ ਕਹਿੰਦੇ ਗਰੀਬ ਨਵਾਜ ਹੈ, ਜਿਨ੍ਹਾਂ ਨੇ ਗਰੀਬਾਂ ਦੀ ਫੌਜ ਤਿਆਰ ਕਰਕੇ ਇਹਨਾਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ। ਚੌਪਈ ਵਿਦਿਆ ਸ਼ਸਤਰਨ ਕੀ ਬਹ ਪਾਈ। ਮਹਾਰਾਜ ਦੇ ਪਾਸੋਂ ਸ਼ਾਸਤਰ ਵਿਦਿਆ ਇਹਨਾਂ ਸੂਰਮਿਆਂ ਨੇ ਪ੍ਰਾਪਤ ਕੀਤੀ ਹੈ। ਤੁਪਕ ਚਲਾਏ ਤੁਰੰਗ ਤਬਾਈ। ਘੋੜੇ ਦੜਾਉਂਦਿਆਂ ਹੋਇਆਂ ਬੰਦੂਕ ਚਲਾਉਣੀ ਸਿਖਾਈ ਮਹਾਰਾਜ ਨੇ। ਇੱਕ ਤਾਂ ਖੜੇ ਹੋ ਕੇ ਤਾਂ ਨਿਸ਼ਾਨਾ ਲਾਉਣਾ ਸੌਖਾ ਹੈ ਨਾ, ਇੱਕ ਥਾਂ 'ਤੇ ਚੱਲਦੇ ਭੱਜਦੇ ਹੋਏ ਘੋੜੇ 'ਤੇ ਬੰਦੂਕ ਦਾ ਨਿਸ਼ਾਨਾ ਗੋਲੀ ਮਾਰ ਕੇ ਬਿਲਕੁਲ ਲਕਸ਼ 'ਤੇ ਲਾਉਣੀ। ਇਹੋ ਜਿਹਾ ਜੰਗ ਯੁੱਧ ਦਾ ਅਭਿਆਸ ਮਹਾਰਾਜ ਨੇ ਕਰਵਾ ਕੇ ਸੂਰਮੇ ਤਿਆਰ ਕੀਤੇ ਹਨ। ਤੋ ਮਰਹਣ ਹੈ ਖਤੰਗ ਪ੍ਰਹਾਰ ਹੈ। ਤੇ ਚੱਲਦੇ ਘੋੜੇ 'ਤੇ ਜਿਹੜਾ ਕੋਈ ਵਰਸ਼ਾ ਉਹ ਚਲਾਉਣਾ, ਜਿਵੇਂ ਨਿਹੰਗ ਸਿੰਘ ਉਹ ਨੇਜਾ ਪੱਟਦੇ ਆ, ਗੁੱਥੀਆਂ ਤੋ ਇਸ ਤਰ੍ਹਾਂ ਘੋੜ ਦੌੜ ਹੁੰਦੀ ਜਦੋਂ, ਉਹ ਚੱਲਦੇ ਘੋੜੇ 'ਤੇ ਬਿਲਕੁਲ ਠੀਕ ਥਾਂ 'ਤੇ ਜਿਹੜਾ ਵਰਸ਼ਾ ਮਾਰਨਾ, ਜਾਂ ਦੂਰੋਂ ਚੱਲਦੇ ਘੋੜੇ 'ਤੇ ਚਲਾਵਾਂ ਵਰਸ਼ਾ ਮਾਰਨਾ। ਤੋ ਇਸ ਤਰ੍ਹਾਂ ਹੋਰ ਚੱਲਦੇ ਘੋੜੇ 'ਤੇ ਤੀਰ ਕਮਾਨ ਚਲਾ ਕੇ ਹੱਥ ਛੱਡ ਕੇ ਲਗਾਮਾਂ ਤੋਂ 'ਤੇ ਨਿਸ਼ਾਨਾ ਸਹੀ ਲਾ ਦੇਣਾ। ਇਹੋ ਜਿਹੀ ਸਿਖਲਾਈ ਪਾਤਸ਼ਾਹ ਨੇ ਦਿੱਤੀ ਹੈ। ਹਿਤ ਅਖੀਰ ਬਨ ਜੀਵ ਸੰਘਾਰ ਹੈ। ਉਹ ਸੱਚੇ ਪਾਤਸ਼ਾਹ ਜੀ ਜਿਹੜੇ ਹੈ ਭਲੇ ਵਾਸਤੇ, ਜਿਹੜੇ ਕੋਈ ਜੀਵਾਂ ਦੀ ਕਲਿਆਣ ਵਾਸਤੇ ਨਾਲ ਸ਼ਿਕਾਰ ਵੀ ਕਰਦੇ ਤੇ ਖਿਡਾਉਂਦੇ ਆ, ਸਿੱਖਾਂ ਨੂੰ ਸ਼ਿਕਾਰ ਕਰਾਉਂਦੇ ਆ। ਧਮਸਾ ਤੁੰਕਾਰਤ ਪੁਨ ਆਵੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਚੱਲਦੇ ਸ਼ਿਕਾਰ ਖੇਡਣ ਨੂੰ ਜਾਂਦੇ ਆ, ਤੌਂਸੇ ਨਗਾਰੇ ਵੱਜਦੇ ਹਨ, ਘੋੜੇ ਦੌੜਦੇ, ਅਸਮਾਨ ਨੂੰ ਧੂੜ ਚੜ੍ਹ ਜਾਂਦੀ ਜਦੋਂ ਹਜ਼ਾਰ ਸੂਰਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਸ਼ਿਕਾਰ ਚੜ੍ਹਦਾ ਹੈ। ਆਵਤ ਕੋ ਨਰ ਦੇਖਣ ਤਾਵੈ। ਜਿੱਧਰੋਂ ਮਹਾਰਾਜ ਲੰਘਦੇ ਆ, ਪਿੰਡਾਂ ਦੇ ਲੋਕ ਖੜ ਕੇ ਛੱਤਾਂ ਤੇ ਨਗਰਾਂ ਤੋਂ ਬਾਹਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਸੁੰਦਰ ਜਿਹੜਾ ਰੂਪ ਹੈ, ਸਿਪਾਹੀਆਂ ਵਾਲਾ, ਸੂਰਮਿਆਂ ਵਾਲਾ, ਉਹ ਵੇਖਣ ਵਾਸਤੇ ਦੂਰੋਂ ਲੋਕ ਆਉਂਦੇ ਆ। ਜਿੱਧਰ ਮਹਾਰਾਜ ਲੰਘਦੇ ਆ ਤੇ ਦੌੜ ਕੇ ਸੰਗਤਾਂ ਵੇਖਣ ਵਾਸਤੇ ਆਉਂਦੀਆਂ ਹਨ। ਸੁਣ ਹੈ ਸੁਜਾਸ ਰਹਿ ਬੇਹਿਤ ਸੂਰ। ਕਿਉਂਕਿ ਇਹਨਾਂ ਨੇ ਵਡਿਆਈ ਸੁਣੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੁਣਿਆ ਹੈ ਵੀ ਪਹਿਲੇ 5 ਪਾਤਸ਼ਾਹ ਤਾਂ ਗੱਦੀ 'ਤੇ ਬਹਿੰਦੇ ਸੀ, ਤਖਤ 'ਤੇ ਬਹਿੰਦੇ ਆ, ਤੇ ਸੁਣਿਆ ਵੀ ਬੜੇ ਸੂਰਮੇ ਨਾਲ ਰੱਖੇ ਆ, ਹਜ਼ਾਰ ਤਿਆਰ ਜੰਗੀ ਯੋਧਾ ਮਹਾਰਾਜ ਦੇ ਨਾਲ ਰਹਿੰਦਾ ਹੈ। ਚੱਲੋ ਖਾਂ ਜਰਾ ਵੇਖੀਏ ਸਹੀ ਵੀ ਕਿਹੋ ਜਿਹਾ ਹੁਣ ਮਾਹੌਲ ਹੈ ਗੁਰੂ ਘਰ ਅੰਦਰ। ਇਸ ਤਰ੍ਹਾਂ ਵੇਖਣ ਵਾਸਤੇ ਵੀ ਬੜੇ ਸਿੱਖ ਤੇ ਜਾਂ ਗੈਰ ਸਿੱਖ ਵੀ ਪਹੁੰਚ ਰਹੇ ਹਨ। ਦੂਰ ਤੇ ਆਏ ਹਦੂਰ। ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਇਹ ਵੇਖਣ ਵਾਸਤੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਹੋ ਜਿਹੇ ਸੂਰਮੇ ਰਹਿੰਦੇ ਜਿਹੜੇ ਬਾਦਸ਼ਾਹ ਦੀ ਫੌਜ ਵਿੱਚ ਵੀ ਨਹੀਂ। ਤੋ ਮਹਾਰਾਜ ਦਾ ਸਰੂਪ ਵੇਖਣ ਵਾਸਤੇ, ਮਹਾਰਾਜ ਦੀ ਫੌਜ ਵੇਖਣ ਵਾਸਤੇ ਸੰਗਤਾਂ ਦੂਰੋਂ ਨੇੜਿਓਂ ਆਉਂਦੀਆਂ ਹਨ। ਕਬਹਾਂ ਪੰਚ ਕਬ 10 ਕੋ ਰਾਖੈ। ਤੇ ਬਾਕੀ ਜਿਹੜੇ ਸੂਰਮੇ ਵੀ ਭਰਤੀ ਹੋਣ ਵਾਸਤੇ ਆਈ ਜਾਂਦੇ ਆ, ਕਿਉਂਕਿ ਸੰਸਾਰ 'ਚ ਗੱਲ ਪ੍ਰਗਟ ਹੋ ਗਈ ਵੀ ਮਹਾਰਾਜ ਖੁੱਲ੍ਹੀ ਤਨਖਾਹ ਵੀ ਦਿੰਦੇ ਆ ਤੇ ਸਤਿਕਾਰ ਵੀ ਬੜਾ ਕਰਦੇ। ਇੱਕ ਤਾਂ ਨੌਕਰੀ 'ਤੇ ਰੱਖ ਲੈਂਦੇ ਆ ਨਾ, ਤੇ ਨਰਾਦਰ ਬਹੁਤ ਕਰਦੇ ਆ ਵੀ ਮਾਇਆ ਤਾਂ ਦੇ ਦਿੰਦੇ ਆ, ਪਰ ਉਹਦਾ ਲਹੂ ਬਹੁਤ ਪੀਂਦੇ ਆ। ਸਤਿਕਾਰ ਕੋਈ ਨਹੀਂ, ਨਿਰਤਨ ਆਦਰ ਕੋਈ ਇਹਨਾਂ ਦੇ, ਮਾੜੇ ਨੂੰ ਕੋਈ ਸਤਿਕਾਰ ਨਹੀਂ ਦਿੰਦਾ। ਤੇ ਸੱਚੇ ਪਾਤਸ਼ਾਹ ਜੀ ਮਾਇਆ ਵੀ ਦਿੰਦੇ ਆ ਤੇ ਨਵਾਜ਼ਦੇ ਬਹੁਤ ਹੈ। ਜਿਹੋ ਜਿਹੇ ਵਸਤਰ ਸ਼ਸਤਰ ਆਪ ਪਹਿਨਦੇ, ਮਹਾਰਾਜ ਸਿੱਖਾਂ ਨੂੰ ਵੀ ਉਸੇ ਤਰ੍ਹਾਂ ਹੀ ਵੰਡਦੇ ਆ, ਬਖਸ਼ਿਸ਼ਾਂ ਕਰਦੇ ਆ। ਕੁਝ ਨਹੀਂ ਲੁਕੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੂਰਮਿਆਂ ਤੋਂ। ਇਹ ਗੱਲ ਪ੍ਰਗਟ ਸੰਸਾਰ ਵਿੱਚ ਹੋਈ ਵੀ ਫੌਜ ਬੜੇ ਰਾਜਿਆਂ ਰੱਖੀ ਹੈ, ਪਰ ਸਤਿਕਾਰ ਨਹੀਂ ਫੌਜ ਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨੇ ਸੂਰਮੇ ਭਰਤੀ ਕੀਤੇ ਆ, ਤੇ ਬਹੁਤ ਸਤਿਕਾਰ ਆਦਰ ਮਾਣ ਕਰਦੇ ਉਹਨਾਂ ਦਾ। ਨਾ ਇਹ ਮਾਇਆ ਖੁੱਲ੍ਹੀ ਦਿੰਦੇ ਆ ਤਨਖਾਹ, ਜਿੰਨੀ ਕੁ ਮੰਗ ਲਵੇ। ਇਹ ਗੱਲ ਪ੍ਰਗਟ ਹੋਈ ਕੋਈ 2, 4, 500
ਇਸ ਤਰ੍ਹਾਂ ਰੋਜ਼ ਕੁਝ ਨਾ ਕੁਝ ਸਿੱਖ ਭਰਤੀ ਹੋਣ ਵਾਸਤੇ ਆਈ ਜਾਂਦੇ ਹਨ। ਪਰਹਿ ਸ਼ਰਨ ਜੇ ਬਿਤ ਅਭਿਲਾਖੈ। ਉਹ ਸੱਚੇ ਪਾਤਸ਼ਾਹ ਮਹਾਰਾਜ ਸ਼ਰਨ ਵਿੱਚ ਰੱਖ ਲੈਂਦੇ ਆ। ਜਿਹੜੇ ਵੀ ਮਹਾਰਾਜ ਦੀ ਸ਼ਰਨ ਪੈਂਦੇ ਆ ਉਹ ਸੱਚੇ ਪਾਤਸ਼ਾਹ ਜਿੰਨੀ ਕੁ ਧਨ ਮੰਗਦਾ ਉਨੀ ਕੁ ਮਾਇਆ ਬਖਸ਼ ਦਿੰਦੇ ਹਨ। ਦਇਆ ਕਰਹਿ ਬਖਸ਼ਹਿ ਸੁਖ ਸਾਰੋ। ਤੋ ਗਰੀਬ ਨਵਾਜ ਨੇ ਨਾ, ਜਿੰਨੇ ਕੁ ਕੋਈ ਮੰਗਦਾ ਹੈ, ਜੋ ਵੀ ਵਸਤੂ ਮੰਗਦਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸੱਚੇ ਪਾਤਸ਼ਾਹ ਗਰੀਬ ਨਵਾਜ ਹਨ ਤੇ ਜੇ ਯਥਾ ਸ਼ਕਤ ਯਥਾ ਕੋਈ ਸੁੱਖ ਮੰਗਦਾ ਤਥਾ ਸੁੱਖ ਮਹਾਰਾਜ ਬਖਸ਼ੀ ਜਾਂਦੇ ਹੈ। ਤੋ ਮਹਾਰਾਜ ਦੀ ਫੌਜ ਵਿੱਚ ਸਾਧ ਸੰਗਤ ਜੀ ਇਕੱਲੇ ਸਿੱਖ ਨਹੀਂ ਭਰਤੀ ਸਨ, ਪਠਾਨ ਵੀ ਬੜੇ ਸਨ, ਗੈਰ ਮੁਸਲਮਾਨ ਵਾਹਿਗੁਰੂ ਗੈਰ ਸਿੱਖ ਜਿਵੇਂ ਮੁਸਲਮਾਨ ਹੋਏ, ਕੋਈ ਹਿੰਦੂ ਵੀ ਸਨ। ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਬੜੇ ਭਰਤੀ ਹੋਏ ਸਨ। ਮੁਸਲਮਾਨ ਵੀ ਜਿਹਦੇ ਵਿੱਚ ਕੁਝ ਹਿੰਦੂ ਹੈ। ਦਬਲੇ ਕੁਚਲੇ ਸਾਰੇ ਲੋਕਾਂ ਨੂੰ ਮਹਾਰਾਜ ਨੇ ਸਤਿਕਾਰ ਬਖਸ਼ਿਆ ਹੈ। ਵਸਤਰ ਸ਼ਸਤਰ ਅਸੁਰਚਰ ਆਹਾਰੋ। ਤੇ ਮਹਾਰਾਜ ਵਸਤਰ ਸ਼ਸਤਰ ਵੀ ਬਖਸ਼ ਦਿੰਦੇ ਆ। ਪ੍ਰਸ਼ਾਦਾ ਪਾਣੀ ਜਿਹੜੇ ਸਿੱਖ ਉਹ ਲੰਗਰ ਚੋਂ ਛਕ ਲੈਂਦੇ ਹਨ। ਗੁਰ ਉਪਕਾਰ ਜਾਨ ਕਰ ਵੀਰ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਉਪਕਾਰ ਕਰੀ ਜਾਂਦੇ ਆ। ਸੂਰਮੇ ਜਾਣ ਕੇ ਵੀ ਇਹ ਵੱਡੇ ਸੂਰਮੇ ਆ ਤੇ ਸੂਰਮੇ ਦਾ ਸਤਿਕਾਰ ਰੱਖਣਾ ਚਾਹੀਦਾ। ਪਾਤਸ਼ਾਹ ਜੀ ਮਾਇਆ ਵੀ ਖੁੱਲੀ ਦਿੰਦੇ ਆ, ਵਸਤਰ ਵੀ ਦਿੰਦੇ ਆ, ਸ਼ਸਤਰ ਵੀ ਚੜ੍ਹਨ ਨੂੰ, ਘੋੜੇ ਵੀ ਦਿੰਦੇ ਹਨ। ਮਨ ਤੇ ਅਰਪਿਓ ਸਰਬ ਸਰੀਰ। ਤੇ ਇਹਨਾਂ ਨੇ ਆਖਿਆ ਵੀ ਸਾਡੇ ਗਰੀਬਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿੱਡਾ ਪਰਉਪਕਾਰ ਕੀਤਾ। ਸਾਨੂੰ ਘੋੜੇ ਦੇ ਕੋਈ ਲਾਗੇ ਨਹੀਂ ਲੱਗਣ ਦਿੰਦਾ ਸੀ, ਜੁੱਤੀ ਨਹੀਂ ਪਾਉਣ ਦਿੰਦਾ ਸੀ, ਤੇ ਮਹਾਰਾਜ ਨੇ ਸਾਨੂੰ ਘੋੜਿਆਂ ਤੇ ਚਾੜਿਆ। ਇਹਨਾਂ ਨੇ ਮਨ ਵੀ ਅਰਪ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਰੀਰ ਵੀ ਅਰਪ ਦਿੱਤਾ ਹੈ। ਭਾਵ ਮਨ ਹੁੰਦਾ ਆਗਿਆ ਮੰਨਣ ਲੱਗ ਪਏ। ਜਿਹਨੇ ਜਿਹੜਾ ਆਗਿਆ ਮੰਨਣ ਲੱਗ ਜਾਵੇ ਉਹ ਸਮਝੋ ਉਹਨੇ ਮਨ ਦੇ ਦਿੱਤਾ। ਮਨ ਮਾਨੀ ਨਹੀਂ ਕਰਦਾ। ਤੇ ਸਰੀਰ ਆਪਣਾ ਹੁੰਦਾ ਵੀ ਜੇ ਕਿਤੇ ਗੱਲ ਬਣ ਗਈ ਤੇ ਸਿਰ ਦੇ ਦੇਣਾ, ਪੈਰ ਪਿੱਛੇ ਨਾ ਪਟਣਾ। ਮਨ ਵੀ ਮਹਾਰਾਜ ਨੂੰ ਦੇ ਦਿੱਤਾ, ਹੁਕਮ ਦੇ ਬੱਧੇ ਗਏ। ਨਾਲ ਹੀ ਮਹਾਰਾਜ ਨੂੰ ਸਰੀਰ ਵੀ ਹਾਜ਼ਰ ਕਰ ਦਿੱਤਾ ਵੀ ਪਾਤਸ਼ਾਹ ਕਿਤੇ ਜੰਗ ਬਣਿਆ ਤੇ ਸਿਰ ਦੀ ਬਾਜੀ ਲਾ ਦੇਵਾਂਗੇ। ਜਹ ਗੁਰੂ ਕੋ ਕਾਰਜ ਬਨ ਜਾਏ। ਇੱਕ ਦੂਜੇ ਨਾਲ ਗੱਲਾਂ ਕਰਦੇ ਵੀ ਭਾਈ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਦਾ ਕੋਈ ਕੰਮ ਬਣ ਗਿਆ ਨਾ ਆਪਣੇ ਤੀਕਰ, ਜੇ ਮਹਾਰਾਜ ਨੇ ਦਾ ਕਿਤੇ ਮੱਥਾ ਲੱਗ ਗਿਆ ਹਕੂਮਤ ਨਾਲ, ਜੇ ਕਿਤੇ ਜੰਗ ਦਾ ਮੈਦਾਨ ਕਿਤੇ ਭਖ ਪਿਆ ਤਾਂ ਮਾਰਨ ਮਰਨ ਵਿਖੈ ਮੁਦ ਪਾਏ। ਤੇ ਅਸੀਂ ਤਾਂ ਘਰੋਂ ਕਹਿ ਕੇ ਆਏ ਵੀ ਸਾਡਾ ਆਟੇ 'ਚ ਪਾਣੀ ਨਾ ਪਾਇਓ। ਤੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਕਿਤੇ ਜੰਗ ਬਣ ਗਿਆ ਤੇ ਮਹਾਰਾਜ ਨੇ ਜਿਹੜੇ ਪਰਉਪਕਾਰ ਸਾਡੇ ਤੇ ਕੀਤੇ ਉਹਦਾ ਮੁੱਲ ਜ਼ਰੂਰ ਮੋੜਾਂਗੇ। ਅਸੀਂ ਮਰ ਜਾਵਾਂਗੇ ਜਾਂ ਜੱਗ ਦੇ ਮੈਦਾਨ ਵਿੱਚ ਤੇ ਜਾਂ ਮਾਰ ਦੇਵਾਂਗੇ, ਸਿਰ ਧਰ ਦੀ ਬਾਜੀ ਲਾ ਦੇਵਾਂਗੇ। ਇਹੀ ਆਨੰਦ ਇਹਨਾਂ ਦੇ ਮਨ ਵਿੱਚ ਆ ਵੀ ਕਦੋਂ ਜੰਗ ਦਾ ਮੈਦਾਨ, ਕਦੋਂ ਜੰਗ ਲੱਗੇ, ਕਦੋਂ ਯੁੱਧ। ਕਿਉਂਕਿ ਰਣਦੇਖ ਸੂਰੇ ਚਿੱਤ ਉਲਾਸ ਸੂਰਮੇ ਦੀ ਨਿਸ਼ਾਨੀ ਆ। ਜੰਗ ਦਾ ਮੈਦਾਨ ਵੇਖ ਕੇ ਸੂਰਮਿਆਂ ਨੂੰ ਚਾਅ ਚੜ੍ਹਦੇ ਆ। ਲੜਾਈ ਝਗੜਾ ਜੰਗ ਧਰਮ ਦਾ ਹੁੰਦਾ ਵੇਖ ਕੇ ਬੁਜ਼ਦਲਾਂ ਦੀਆਂ ਲੱਤਾਂ ਕੰਬਦੀਆਂ ਤੇ ਸੂਰਮਿਆਂ ਨੂੰ ਚਾਅ ਚੜ੍ਹਦੇ ਆ ਵੀ ਸ਼ੁਕਰ ਹੋਇਆ ਜਿਹੜੇ ਸਮੇਂ ਨੂੰ ਉਡੀਕਦੇ ਸੀ, ਹੁਣ ਸਾਡਾ ਸੂਰਮਾ ਕਹਾਉਣਾ ਅੱਜ ਸਫਲ ਹੋਣਾ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਬ ਤੇ ਇੱਕ ਦੂਜੇ ਨਾਲ ਸਲਾਹ ਕਰਦੇ ਆ ਵੀ ਜੇ ਜੰਗ ਦਾ ਮੈਦਾਨ ਕਿਤੇ ਭਖ ਪਿਆ ਸਿਰ ਦੀ ਬਾਜੀ ਲਾ ਦੇਵਾਂਗੇ। ਇਸੇ ਵਿੱਚ ਹੀ ਆਨੰਦ ਸਾਨੂੰ ਪ੍ਰਾਪਤ ਹੋਵੇਗਾ। ਕਹੈ ਪਰਸਪਰ ਯੋਧਾ ਐਸੇ। ਇਹੋ ਜਿਹੀਆਂ ਗੱਲਾਂ ਸਾਰੀ ਫੌਜ ਦੇ ਸੂਰਮੇ ਆਪਸ ਵਿੱਚ ਕਰਦੇ ਹਨ। ਹਮ ਹੈ ਮਿਲੇ ਪਤ ਰਘੁਬਰ ਜੈਸੇ। ਵੀ ਸਾਨੂੰ ਤਾਂ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਘਵਾਂ ਦੀ ਕੁਲ ਦੇ ਜਿਵੇਂ ਰਾਮਚੰਦਰ ਮਿਲੇ ਸੀ ਨਾ ਬਾਂਦਰਾਂ ਨੂੰ, ਸਾਨੂੰ ਜਿਵੇਂ ਬਾਂਦਰਾਂ ਨੂੰ ਉਹ ਰਾਮਚੰਦਰ ਜੀ ਮਿਲੇ ਸੀ। ਕਿ ਹੁਣ ਬਾਂਦਰਾਂ ਨੂੰ ਕੌਣ ਸਤਿਕਾਰ ਦਿੰਦਾ, ਪਰ ਗੁਰੂ ਵਾਹਿਗੁਰੂ ਜਿਹੜਾ ਰਾਮਚੰਦਰ ਜੀ ਹੋਏ, ਸ਼੍ਰੀ ਰਾਮਚੰਦਰ ਭਗਵਾਨ, ਇਹਨਾਂ ਬਾਂਦਰਾਂ ਨੂੰ ਹੀ ਸਤਿਕਾਰ ਦਿੱਤਾ। ਇਹ ਕਹਿੰਦੇ ਆਪਣਾ ਵੀ ਬਾਂਦਰਾਂ ਵਾਲਾ ਹੀ ਹਾਲ ਸੀ, ਕੌਣ ਪੁੱਛਦਾ ਸੀ ਆਪਾਂ ਨੂੰ ਨਗਰਾਂ ਪਿੰਡਾਂ ਘਰਾਂ ਵਿੱਚ। ਤੇ ਮਹਾਰਾਜ ਨੇ ਘੋੜਿਆਂ ਤੇ ਚੜ੍ਹਾਇਆ, ਦਮਾਲੇ ਸਜਾਏ ਆ, ਸੋਹਣੇ ਪੋਸ਼ਾਕੇ ਪਾਈ ਦੇ ਆ, ਚੰਗਾ ਖਾਈ ਦਾ ਲੰਗਰ ਦੇ ਵਿੱਚੋਂ। ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਤਿਉਂ ਮਿਲੇ ਜਿਵੇਂ ਬਾਂਦਰਾਂ ਨੂੰ ਰਾਮਚੰਦਰ ਜੀ ਮਿਲੇ ਸਨ। ਸਰਬ ਮ੍ਰਿਗਣ ਤੇ ਜੋਨੀਹੀਨ। ਜਿਵੇਂ ਬਾਂਦਰਾਂ ਦੀ ਜੂਨੀ ਸਾਰਿਆਂ ਜਾਨਵਰਾਂ ਤੋਂ ਹੀਣੀ ਮੰਨੀ ਗਈ ਹੈ, ਕਿਸੇ ਕੰਮ ਦੇ ਨਹੀਂ ਨਾ ਹੁੰਦੇ, ਉਹ ਸ਼ਰਾਰਤੀ ਹੁੰਦੇ ਹੈ, ਝਗੜਾਲੂ ਹੁੰਦੇ ਹੈ, ਕੋਈ ਬਹੁਤਾ ਇਹਨਾਂ ਦਾ ਸਤਿਕਾਰ ਆਦਰ ਨਹੀਂ, ਇੱਟੇ ਰੋੜੇ ਚੱਲਦੇ ਰਹਿੰਦੇ ਆ ਜਿੱਧਰ ਇਹਨਾਂ ਨੂੰ ਕੋਈ ਵੇਖਦਾ ਹੈ। ਤੋ ਇਸ ਤਰ੍ਹਾਂ ਮਨ ਵਿੱਚ ਇਹ ਗੱਲਾਂ ਜਾਂ ਇੱਕ ਦੂਜੇ ਨਾਲ ਵਿਚਾਰਾਂ ਕਰਦੇ ਆ ਵੀ ਜਿਵੇਂ ਬਾਂਦਰ ਦਾ ਕੋਈ ਸਤਿਕਾਰ ਨਹੀਂ ਹੁੰਦਾ,
ਸਾਰੀਆਂ ਜੂਨੀਆਂ ਚੋਂ ਨੀਵੀਂ ਜੂਨੀ ਮੰਨੀ ਗਈ ਹੈ। ਕੋ ਕਾਰਜ ਕਬ ਬਨਹਿ ਕਸੀਨਾ। ਤੇ ਕਿਸੇ ਦਾ ਵੀ ਕੰਮ ਨਹੀਂ ਸਵਾਰਦੇ ਬਾਂਦਰ, ਨਾ ਹੀ ਬਾਂਦਰਾਂ ਤੀਕਰ ਕਿਸੇ ਨੂੰ ਕੰਮ ਪੈਂਦਾ ਹੈ। ਅਸ ਬਾਨਰ ਬਨ ਮਹਿ ਗਨ ਹੇਰੇ। ਤੇ ਜਿਵੇਂ ਰਾਮਚੰਦਰ ਨੇ ਆ ਬਾਂਦਰ ਜਿਹੜੇ ਵੈ ਵੇਖੇ ਸਨ ਜੰਗਲ ਦੇ ਵਿੱਚ ਸਾਰੇ ਹੀ, ਤਿਨ ਪਰ ਕਰੁਣਾ ਧਾਰ ਤੇ ਕਨੇਰੇ। ਉਹਨਾਂ ਤੇ ਬੜੀ ਕਿਰਪਾ ਕੀਤੀ ਸੀ ਰਾਮਚੰਦਰ ਨੇ, ਸਾਰੇ ਬਾਂਦਰਾਂ ਦੀ ਫੌਜ ਬਣਾ ਲਈ ਸੀ। ਮਹਾਬਲੀ ਰਾਵਣ ਦਸ ਸੀਸ। ਤੇ 10 ਸਿਰਾਂ ਵਾਲੇ ਮਹਾਬਲੀ ਲੰਕਾਪਤੀ ਜੋ ਰਾਵਣ ਹੈ ਸੀਗਾ, ਪਰਾਕਰਮ ਗਰਭ ਹਰਿਓ ਮਿਲ ਕੀਸ। ਉਹਦਾ ਹੰਕਾਰ ਨਾਸ਼ ਕੀਤਾ, ਬਾਂਦਰਾਂ ਦੀ ਫੌਜ ਰਲਾ ਕੇ ਇਕੱਠੀ ਕਰਕੇ ਤੇ ਐਡੇ ਵੱਡੇ ਮਹਾਬਲੀ ਰਾਵਣ ਨੂੰ ਮਾਰਿਆ ਸੀ ਇਸ ਫੌਜ ਦੇ ਨਾਲ। ਤਿਨ ਸਮ ਸਭ ਬਾਤਨ ਤੇ ਹੀਨ। ਤੇ ਉਹ ਜਿਵੇਂ ਬਾਂਦਰ ਕਿਸੇ ਕੰਮ ਦੇ ਨਹੀਂ ਹੁੰਦੇ, ਇਹ ਸਿੱਖ ਜਿਹੜੇ ਫੌਜ 'ਚ ਭਰਤੀ ਹੋਏ ਕਹਿੰਦੇ ਆਪਾਂ ਨੂੰ ਕਿਹੜਾ ਕੋਈ ਪੁੱਛਦਾ ਸੀ, ਆਪਣਾ ਵੀ ਹਾਲ ਬਾਂਦਰਾਂ ਵਾਲਾ ਸੀ। ਜਿਵੇਂ ਬਾਂਦਰਾਂ ਦੀ ਕਦਰ ਹੋਰ ਜੂਨੀਆਂ ਵਿੱਚ ਨਹੀਂ ਹੈ ਜਾਨਵਰਾਂ ਵਿੱਚ, ਤੇ ਮਨੁੱਖਾਂ ਵਿੱਚ ਸਾਨੂੰ ਨੀਵੀਂ ਜਾਤ ਦੇ ਕਹਿ ਕੇ ਪਿਛਾਂ ਸੁੱਟਿਆ ਜਾਂਦਾ ਸੀ, ਕੋਈ ਲਾਗੇ ਨਹੀਂ ਸੀ ਲੱਗਣ ਦਿੰਦਾ ਜਰਵਾਣਿਆਂ ਦੇ ਰਾਜ ਦੇ ਅੰਦਰ। ਕਿਰਪਾ ਦ੍ਰਿਸ਼ਟ ਹਮ ਪਰ ਗੁਰ ਕੀਨ। ਪਰ ਵੇਖੋ ਆਪਣੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿੰਨੀ ਵੱਡੀ ਦਇਆ ਕੀਤੀ ਹੈ। ਜੋ ਕਹਿਵਾਏ ਜਹਾਨ ਪਨਾਹ। ਜਿਹੜਾ ਬਾਦਸ਼ਾਹ ਜਹਾਂਗੀਰ ਆਪਦੇ ਆਪ ਨੂੰ ਸਾਰੇ ਜਹਾਨ ਦੀ ਪਨਾਹ ਕਹੀਏ ਸ਼ਰਨ ਖਵਾਉਂਦਾ, ਸਾਰੇ ਸੰਸਾਰ ਦਾ ਆਸਰਾ ਅਖਵਾਉਂਦਾ ਹੈ। ਤਿਨ ਕੇ ਸੰਗ ਜੰਗ ਕੀ ਚਾਹ। ਮਹਾਰਾਜ ਉਸ ਰਾਜੇ ਜਹਾਂਪਨਾਹ ਦੇ ਨਾਲ ਜਹਾਂਗੀਰ ਬਾਦਸ਼ਾਹ ਨਾਲ ਜੰਗ ਦੀ ਇੱਛਾ ਰੱਖਦੇ ਸੱਚੇ ਪਾਤਸ਼ਾਹ। ਤੇ ਮਹਾਰਾਜ ਕੋਲ ਫੌਜ ਕਿਹੜੀ ਹੈ ਸਾਡੀ, ਸਾਨੂੰ ਵਿੱਚ ਨਗਰਾਂ ਵਿੱਚ ਕੋਈ ਪੁੱਛਦਾ ਨਹੀਂ ਸੀ, ਤੇ ਮਹਾਰਾਜ ਨੇ ਰਾਜਿਆਂ ਵਾਲਾ ਸਤਿਕਾਰ ਦਿੱਤਾ। ਸਾਨੂੰ ਪਾਤਸ਼ਾਹ ਜੀ ਬਾਦਸ਼ਾਹ ਜਹਾਂਗੀਰ ਦੇ ਨਾਲ ਪੜ੍ਹਾਉਣ ਨੂੰ ਫਿਰਦੇ ਆ, ਜਿਵੇਂ ਰਾਮਚੰਦਰ ਨੇ ਬਾਂਦਰ ਲੜਾਏ ਸਨ ਮਹਾਬਲੀ ਉਸ ਲੰਕੇਸ਼ਵਰ ਰਾਜੇ ਰਾਵਣ ਦੇ ਨਾਲ। ਹੀਨ ਜੂਣ ਬਾਨਰਨ ਸਮਾਨ। ਤੋ ਜਿਵੇਂ ਬਾਂਦਰ ਹੈ ਹੀਨੀ ਜੂਣ ਵਾਲੇ, ਅਸੀਂ ਵੀ ਵੈਸੇ ਹੀ ਹਾਂ ਸਾਰੇ, ਸਾਡਾ ਕੋਈ ਆਦਰ ਸਤਿਕਾਰ ਨਹੀਂ, ਨੀਵੀਂ ਜਾਤ ਦੇ ਕਹਿ ਕੇ ਸਾਨੂੰ ਦੁਰਕਾਰਿਆ ਜਾਂਦਾ ਰਿਹਾ ਹੈ। ਜੇ ਨਾ ਕਰਾਓਗੇ ਰਣ ਘਮਸਾਨ। ਤੇ ਇੱਕ ਦੂਜੇ ਨੂੰ ਕਹਿੰਦੇ ਭਾਈ ਜੇ ਕੱਲ ਨੂੰ ਜੰਗ ਬਣ ਆਇਆ, ਜੰਗ ਦਾ ਮੈਦਾਨ ਭਖ ਪਿਆ, ਤੇ ਜੇ ਆਪਾਂ ਜੰਗ ਨਾ ਲੜੇ, ਆਪਣੇ ਚੋਂ ਕੋਈ ਭੱਜ ਗਿਆ, ਜੇ ਜੰਗ ਦੇ ਮੈਦਾਨ ਵਿੱਚ ਕਿਸੇ ਨੇ ਕੰਡ ਵਿਖਾ ਦਿੱਤੀ, ਜੇ ਆਪਾਂ ਯੁੱਧ ਨਾ ਕੀਤਾ ਤਾਂ ਤਾਉ ਕੀਸਣ ਤੇ ਹੀਨ ਅਹੇਕੋ। ਤੇ ਫਿਰ ਆਪਾਂ ਬਾਂਦਰਾਂ ਤੋਂ ਵੀ ਨੀਵੇਂ, ਵੀ ਬਾਂਦਰਾਂ ਤੋਂ ਨੀਵੀਂ ਹੁਣ ਕਿਹੜੀ ਜਾਤੀ ਲੋਕ ਆਪਾਂ ਨੂੰ ਆਖਣਗੇ ਵੀ ਇਹ ਤਾਂ ਬਾਂਦਰਾਂ ਵਰਗੇ ਵੀ ਨਹੀਂ। ਵੀ ਰਾਮਚੰਦਰ ਦੀ ਫੌਜ ਬਾਂਦਰਾਂ ਦੀ, ਉਹਨੇ ਰਾਮਚੰਦਰ ਦਾ ਸਾਥ ਦਿੱਤਾ, ਰਾਮਚੰਦਰ ਜੀ ਦੇ ਖਾਧੇ ਲੂਣ ਦਾ ਮੁੱਲ ਮੋੜਿਆ, ਰਾਵਣ ਨਾਲ ਲੜੇ ਕਿੰਨੇ ਮਰੇ ਵੀ। ਤੇ ਜੇ ਆਪਾਂ ਭੱਜ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੰਗ ਲੱਗੇ ਤੋਂ, ਤੇ ਆਪਾਂ ਤਾਂ ਬਾਂਦਰਾਂ ਤੋਂ ਵੀ ਮਾੜੇ ਗਿਣੇ ਜਾਵਾਂਗੇ ਸੰਸਾਰ ਦੇ ਅੰਦਰ। ਲੋਕਾਂ ਆਖਣਾ ਵੀ ਇਹ ਤਾਂ ਰਾਮਚੰਦਰ ਦੇ ਬਾਂਦਰਾਂ ਤੋਂ ਵੀ ਮਾੜੇ ਨਿਕਲੇ ਆ। ਉਹਨਾਂ ਤਾਂ ਫੇਰ ਵੀ ਚਟਿਆ ਹੋਇਆ ਲੂਣ ਜਿਹੜਾ ਹੈ ਉਹ ਸਫਲਾ ਕੀਤਾ, ਇਹ ਖਾਂਦੇ ਰਹੇ, ਤਨਖਾਹਾਂ ਲੈਂਦੇ ਰਹੇ, ਘੋੜਿਆਂ ਤੇ ਚੜ੍ਹਦੇ ਰਹੇ, ਤੇ ਲੋੜ ਪਈ ਤੋਂ ਭੱਜ ਗਏ ਹਨ। ਜਿਸ ਕੀ ਸਮਤਾ ਹਮ ਹੈ ਕਹੈ ਕੋ। ਸਾਨੂੰ ਤਾਂ ਬਾਂਦਰਾਂ ਵਰਗਾ ਵੀ ਕਿਸੇ ਨਹੀਂ ਕਹਿਣਾ, ਸਾਡੇ ਨਾਲੋਂ ਬਾਂਦਰ ਵੀ ਚੰਗੇ ਹੁੰਦੇ ਆ। ਰਣ ਮਹਿ ਨਿਰਭੈ ਸ਼ਤਰਗਨ ਆਏ। ਇਸ ਕਰਕੇ ਜਦੋਂ ਜੰਗ ਦਾ ਮੈਦਾਨ ਬਣੇਗਾ ਤੇ ਨਿਰਭੈ ਹੋ ਕਰਕੇ ਲੜਾਂਗੇ, ਤੇ ਸ਼ਤਰੂ ਦੁਸ਼ਮਣ ਜਿੰਨੇ ਵੀ ਆਉਣਗੇ ਚੜ ਚੜ ਕੇ। ਹਤਹਾ ਸ਼ਸਤਰ ਗੁਰ ਸੰਗ ਸਹਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੀ ਸਹਾਇਤਾ ਕਰਨਗੇ। ਅਸੀਂ ਜਿੰਨੀ ਮਰਜ਼ੀ ਲੱਖਾਂ ਦੀ ਫੌਜ ਬਾਦਸ਼ਾਹ ਦੀ ਚੜ੍ਹ ਕੇ ਆਵੇ, ਕੱਲੇ ਕੱਲੇ ਦਾ ਸਿਰ ਵੱਢਾਂਗੇ, ਅਸੀਂ ਕਿਸੇ ਨੂੰ ਸਲਾਮਤ ਨਹੀਂ ਜਾਣ ਦੇਵਾਂਗੇ। ਇਮ ਆਪਸ ਮਹਿ ਕਹਿ ਪ੍ਰਣ ਕਰੈ। ਤੋ ਆਪਸ ਵਿੱਚ ਸਾਧ ਸੰਗਤ ਜੀ ਇਹ ਪ੍ਰਣ ਕਰਦੇ ਆ ਸਿੱਖ ਜਿਹੜੇ ਭਰਤੀ ਹੋਏ, ਵੀ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਦਇਆ ਕੀਤੀ ਹੈ, ਆਪਾਂ ਨੂੰ ਕਿੰਨਾ ਨਵਾਜਿਆ ਮਹਾਰਾਜ ਨੇ। ਆਪਾਂ ਮਹਾਰਾਜ ਦੇ ਖਾਧੇ ਲੂਣ ਦਾ ਮੁੱਲ ਮੋੜਾਂਗੇ ਜੇ ਜੰਗ ਬਣ ਗਿਆ ਤਾਂ। ਜੇ ਜਰਵਾਣੇ ਚੜ੍ਹ ਕੇ ਆਏ ਤੇ ਕੋਈ ਜਿਉਂਦਾ ਨਹੀਂ ਜਾਵੇਗਾ, ਕੋਈ ਮਹਾਰਾਜ ਦਇਆ ਕਰਨ ਕਿਤੇ ਜੰਗ ਦਾ ਮੈਦਾਨ ਭਖਿਆ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਖਾ ਦੇਵਾਂਗੇ, ਪਾਤਸ਼ਾਹ ਸੀ ਤੁਹਾਡਾ ਲੂਣ ਖਾਧਾ, ਤੇ ਖਾਧੇ ਹੋਏ ਲੂਣ ਦਾ ਮੁੱਲ ਜ਼ਰੂਰ ਮੋੜਾਂਗੇ ਪਾਤਸ਼ਾਹ, ਤੁਹਾਡਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਚਾਹੀਦਾ। ਸਾਨੂੰ ਜੇ ਤੁਸੀਂ ਨਵਾਜਿਆ ਤੇ ਪਾਤਸ਼ਾਹ ਹਉ ਕੂਕਰ ਤੇਰਾ ਦਰਬਾਰ, ਭੌਕੈ ਆਗਹਿ ਬਦਨ ਪਸਾਰ। ਪਾਤਸ਼ਾਹ ਤੇਰੇ ਦਰ ਦਾ ਖਾ ਕੇ ਤੇਰੇ ਦਰ ਵਾਸਤੇ ਲੜ ਕੇ ਮਰ ਜਾਵਾਂਗੇ,
ਜਾਂ ਜਰਵਾਣਿਆਂ ਨੂੰ ਮਾਰ ਦੇਵਾਂਗੇ। ਅਧਿਕ ਵੀਰਤਾ ਕੋ ਉਰ ਧਰੈ। ਤੋ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਐ, ਮਨ ਵਿੱਚ ਬੜਾ ਵੀਰ ਰਸ ਧਾਰਨ ਕਰ ਰਹੇ ਹਨ। ਵਹਿਰ ਅਰੂਢਹਿ ਗੁਰੂ ਸੁਨਾਵੈ। ਕਈ ਵਾਰੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਲੈ ਕੇ ਬਾਹਰ ਸ਼ਿਕਾਰ ਖੇਡਣ ਜਾਂ ਮਸ਼ਕ ਕਰਨ ਵਾਸਤੇ ਜਾਂ ਕੋਈ ਇਸੇ ਤਰ੍ਹਾਂ ਜੰਗ ਯੁੱਧ ਦਾ ਅਭਿਆਸ ਕਰਨ ਵਾਸਤੇ ਲੈ ਕੇ ਜਾਂਦੇ ਆ, ਉੱਥੇ ਠੱਲ ਕੇ ਸਾਰਿਆਂ ਨੂੰ ਲੈਣ ਵਿੱਚ ਸਭਾ ਵਿੱਚ ਮਹਾਰਾਜ ਸੂਰਮਿਆਂ ਨੂੰ ਸਮਝਾਉਂਦੇ ਆ। ਤੁਮਰੇ ਹੁਕਮ ਓਜ ਦਿਖਰਾਵੈ। ਤੇ ਮਹਾਰਾਜ ਜਦੋਂ ਇਹਨਾਂ ਨਾਲ ਬਚਨ ਬਿਲਾਸ ਕਰਦੇ ਆ, ਉਦੋਂ ਫਿਰ ਇਹ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਦੇ, ਹੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਸਾਨੂੰ ਰੁਲਦਿਆਂ ਫਿਰਦਿਆਂ ਨੂੰ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ, ਸਾਨੂੰ ਕੀੜਿਆਂ ਨੂੰ ਤਖਤਾਂ ਦੇ ਮਾਲਕ ਬਣਾਇਆ। ਤੇ ਜੇ ਕਿਤੇ ਜੰਗ ਦਾ ਮੈਦਾਨ ਬਣ ਗਿਆ ਨਾ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਪੰਕਤੀ ਪੜ੍ਹੀ ਦੁਬਾਰਾ ਕੀ ਹੈ, ਜੇ ਜੰਗ ਦਾ ਮੈਦਾਨ ਸੱਚੇ ਪਾਤਸ਼ਾਹ ਜੀ ਕਿਤੇ ਬਣ ਗਿਆ ਤਾਂ ਤੁਮਰੇ ਹੁਕਮ ਓਜ ਦਿਖਰਾਵੈ। ਤੁਹਾਡਾ ਹੁਕਮ ਹੋਵੇ ਬਸ ਪਾਤਸ਼ਾਹ ਜੀ, ਉਦੋਂ ਅਸੀਂ ਆਪਦਾ ਬਲ ਵਿਖਾਵਾਂਗੇ, ਤੁਹਾਡੇ ਖਾਧੇ ਹੋਏ ਲੂਣ ਦੀ ਕਰਾਮਾਤ ਵਿਖਾਵਾਂਗੇ। ਅਰਪਿਓ ਰਾਵਰ ਕੇ ਪਗ ਸੀਸ। ਮਹਾਰਾਜ ਅਸੀਂ ਆਪਦਾ ਸੀਸ ਵੱਢ ਕੇ ਤੁਹਾਡੇ ਚਰਨਾਂ 'ਚ ਭੇਟ ਕਰ ਦਿੱਤਾ, ਸਾਡਾ ਸਿਰ ਜਿਹੜਾ ਹੈ ਅੱਜ ਤੋਂ ਤੁਹਾਡਾ ਹੈ। ਤੁਮਹਿ ਪ੍ਰਵਾਹ ਨਹਿ ਜਗਦੀਸ਼। ਮਹਾਰਾਜ ਸਾਨੂੰ ਇਹ ਵੀ ਪਤਾ ਵੀ ਤੁਹਾਨੂੰ ਕੋਈ ਪ੍ਰਵਾਹ ਨਹੀਂ। ਜੇ ਅਸੀਂ ਆਖੀਏ ਵੀ ਸਾਡੀ ਬੜੀ ਲੋੜ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਪਾਤਸ਼ਾਹ ਅਸੀਂ ਜਾਣਦੇ ਹਾਂ ਵੀ ਤੁਹਾਨੂੰ ਸਾਡੀ ਕੋਈ ਪ੍ਰਵਾਹ ਨਹੀਂ, ਕੋਈ ਲੋੜ ਨਹੀਂ, ਤੁਸੀਂ ਤਾਂ ਜਿਹਦੇ ਮਰਜ਼ੀ ਮੋਢੇ ਤੇ ਹੱਥ ਰੱਖ ਦਿਓ ਤੇ ਉਸੇ ਨੂੰ ਲੜਾ ਸਕਦੇ ਹੋ। ਦੋਹੇ ਲੋਕਣ ਕੀ ਚਾਹ ਕਲਿਆਣ। ਪਰ ਅਸੀਂ ਤਾਂ ਤੁਹਾਡੀ ਫੌਜ 'ਚ ਭਰਤੀ ਹੋਏ ਵੀ ਸਾਡੇ ਲੋਕ ਤੇ ਪਰਲੋਕ ਦੋਵੇਂ ਸਫਲੇ ਹੋ ਜਾਣੇ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਸੱਚੇ ਪਾਤਸ਼ਾਹ ਚਰਨ ਪਰਸ ਕੇ, ਤੁਹਾਡੀ ਸੇਵਾ 'ਚ ਹਾਜ਼ਰ ਹੋ ਕਰਕੇ। ਕਈ ਵਾਰੀ ਸਾਡੇ ਵੀ ਮਨ ਵਿੱਚ ਸਾਧ ਸੰਗਤ ਜੀ ਅੱਜ ਵੀ ਵਹਿਮ ਪੈ ਜਾਂਦਾ ਵੀ ਖਰੇ ਗੁਰੂ ਘਰ ਨੂੰ, ਗੁਰੂ ਮਹਾਰਾਜ ਨੂੰ ਸਾਡੀ ਕਿੰਨੀ ਕੁ ਲੋੜ ਹੈ। ਜੇ ਅਸੀਂ ਨਾ ਇਹ ਕਾਰਜ ਕਰੀਏ ਤੇ ਸ਼ਾਇਦ ਗੁਰੂ ਪਾਤਸ਼ਾਹ ਦਾ ਇਹ ਕਾਰਜ ਖਰੇ ਰੁਕ ਜਾਣ। ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪੰਥ ਸਾਜਿਆ ਖਾਲਸਾ ਜੀ, ਤੇ ਗੁਰੂ ਕਲਗੀਧਰ ਪਾਤਸ਼ਾਹ ਪੰਥ ਦੇ ਮਾਲਕ ਵਾਲੀ ਹੈ। ਸਰੀਰ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚਖੰਡ ਗਏ ਚਲੇ ਤੇ ਤਾਂ ਨਹੀਂ ਰੁਕਿਆ। ਅਸੀਂ ਕੌਣ? ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸਦਾ ਹੀ ਦਇਆ, ਸਦਾ ਅੰਗ ਸੰਗੇ ਭੰਗੰ ਵਿਭੂਤੇ ਵਰਤਦੀ ਰਹਿੰਦੀ ਹੈ। ਪਰ ਉਹ ਜਿਹੜਾ ਹਉਮੈ ਹੰਕਾਰ ਦੇ ਕਾਰਨ, ਦੇਹ ਨਿਧਿਆਸ ਕਾਰਨ ਕਈ ਵਾਰੀ ਸਾਡੇ ਮਨ 'ਚ ਭੁਲੇਖਾ ਪੈ ਜਾਂਦਾ ਹੈ ਵੀ ਇਹ ਅਸੀਂ ਕਾਰਜ ਕਰਨ ਵਾਲੇ ਹਾਂ, ਜੇ ਅਸੀਂ ਆਹ ਕੰਮ ਨਾ ਕਰੀਏ ਤੇ ਖਰੇ ਗੁਰੂ ਘਰ ਸੇਵਾ ਰਹਿ ਜਾਣੀ ਹੈ। ਉਹ ਇਸ ਤਰ੍ਹਾਂ ਨਹੀਂ ਹੈ। ਇਹ ਲੋਚਣਾ ਚਾਹੀਦਾ ਵੀ ਅਸੀਂ ਰਹਿ ਜਾਵਾਂਗੇ, ਗੁਰੂ ਪਾਤਸ਼ਾਹ ਦਾ ਕੁਝ ਨਹੀਂ ਵਿਗੜਨਾ। ਜੇ ਸੇਵਾ ਛੱਡ ਦਿੱਤੀ, ਕਿਸੇ ਕਾਰਨ ਅਸੀਂ ਗੁਰੂ ਘਰ ਨਹੀਂ ਆਏ, ਤੇ ਗੁਰੂ ਪਾਤਸ਼ਾਹ ਦਾ ਘਰ ਇਹ ਸੇਵਾ ਥੋੜ੍ਹਾ ਰੁਕਣੀ ਹੈ। ਇਹ ਤਾਂ ਕਈ ਆ ਗਏ, ਕਈ ਤੁਰੇ ਗਏ। ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ, ਇਹ ਐਸਾ ਘਰ ਹੈ। ਪਰ ਉਹ ਇਹ ਸੋਚਣਾ ਚਾਹੀਦਾ ਵੀ ਜੇ ਅਸੀਂ ਲੜ ਛੱਡ ਦਿੱਤਾ ਮਹਾਰਾਜ ਦਾ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ। ਇਹ ਘਰ ਤਾਂ ਸਦਾ ਹੀ ਸਲਾਮਤ ਰਹਿਣਾ ਹੈ। ਤੋ ਸੱਚੇ ਪਾਤਸ਼ਾਹ ਦਾ ਘਰ ਨਿਹਚਲ ਹੈ। ਨਿਹਚਲ ਦਾ ਅਰਥ ਹੁੰਦਾ ਵੀ ਸਦਾ ਹੀ ਚਲਾਏਮਾਨ ਤੋਂ ਰਹਿਤ, ਨਹੀਂ ਜਿਹੜਾ ਚਲਾਏਮਾਨ ਹੁੰਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਕਹਿੰਦੇ, ਮਹਾਰਾਜ ਸਾਡੀ ਪ੍ਰਵਾਹ ਤੁਹਾਨੂੰ ਕੋਈ ਨਹੀਂ। ਜੇ ਅਸੀਂ ਆਖੀਏ ਵੀ ਸਾਡੀ ਬੜੀ ਲੋੜ ਆ ਗੁਰੂ ਹਰਗੋਬਿੰਦ ਸਾਹਿਬ ਨੂੰ, ਸਾਡੀ ਤੁਹਾਨੂੰ ਕੋਈ ਲੋੜ ਨਹੀਂ। ਅਸੀਂ ਤਾਂ ਆਪਦਾ ਭਲਾ ਮਨਾਉਂਦੇ ਆਏ ਹਾਂ ਵੀ ਜੇ ਅਸੀਂ ਤੁਹਾਡੇ ਚਰਨਾਂ ਵਿੱਚ ਸੇਵਾ 'ਚ ਨਾ ਹਾਜ਼ਰ ਹੋਏ, ਅਸੀਂ ਰੁਲਦੇ ਫਿਰਾਂਗੇ ਇੱਥੇ ਵੀ ਤੇ ਅਗਾਂਹ ਵੀ ਸਾਡੀ ਕਲਿਆਣ ਨਹੀਂ ਹੋਣੀ। ਅਸੀਂ ਤਾਂ ਆਪਦਾ ਫਾਇਦਾ ਭਲਾ ਸੋਚ ਕੇ ਆਉਂਦੇ ਹਾਂ। ਕਰੇ ਸ਼ਰਨ ਰਾਵਰ ਕੀਆਨ। ਲੋਕ ਤੇ ਪਰਲੋਕ ਸਫਲਾ ਕਰਨ ਵਾਸਤੇ, ਕਲਿਆਣ ਚਾਹੁੰਦੇ ਹੋਏ ਮਹਾਰਾਜ ਤੁਹਾਡੀ ਚਰਨ ਸ਼ਰਨ ਵਿੱਚ ਆ ਪਏ ਹਾਂ, ਡਿੱਗੇ ਹਾਂ। ਇਸ ਬਿਦ ਬਹੁਤ ਵੀਰ ਰਸ ਵਧੇ। ਤੋ ਇਸ ਤਰ੍ਹਾਂ ਬੜੇ ਵੀਰ ਰਸ ਵਧ ਰਹੇ ਹੈ। ਬੜੇ ਬਚਨ ਬਿਲਾਸ ਸਿੱਖ ਵੀ ਮਹਾਰਾਜ ਨਾਲ ਕਰਦੇ ਵੀ ਪਾਤਸ਼ਾਹ ਕੇਰਾਂ ਜੰਗ ਬਣੇ ਸਹੀ, ਫੇਰ ਵਿਖਾਵਾਂਗੇ ਦੁਸ਼ਮਣ ਨੂੰ ਕਿਵੇਂ ਲੋਹੇ ਦੇ ਚਣੇ ਚਬਾਈ ਦੇ ਹਨ। ਆਯੁਧ ਵਿਦਿਆ ਕੋ ਨਿਤ ਸਧੇ। ਰੋਜ਼ ਜੰਗ ਯੁੱਧ ਦਾ ਅਭਿਆਸ ਹੁੰਦਾ, ਸ਼ਸਤਰ ਵਿਦਿਆ ਨੂੰ ਸਾਧਿਆ ਜਾ ਰਿਹਾ ਹੈ। ਜੋਧਾ ਬ੍ਰਿੰਦ ਬਿਲੰਦ ਆਨੰਦਤ। ਜਿੰਨੇ ਜੋਧੇ ਆ ਬੜੇ ਭਾਰੀ ਆਨੰਦ ਸਹਿਤ ਰਹਿੰਦੇ, ਤਿਆਰ ਬਰ ਤਿਆਰ। ਗੁਰ ਸੁਖ ਕੰਦ ਬੰਦ ਕਰ ਬੰਦਤ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸੁੱਖਾਂ ਦੀ ਗੰਦਲ ਹਨ, ਉਹਨਾਂ ਨੂੰ ਬੰਦਨਾ ਹੁੰਦੀਆਂ, ਰੋਜ਼ ਨਮਸਕਾਰਾਂ ਹੁੰਦੀਆਂ ਹਨ। ਸਰਬ ਦਰਬ ਲੈ ਸਦਨ ਪਹੁੰਚਾਵੈ। ਮਹਾਰਾਜ ਖੁੱਲੀ ਤਨਖਾਹ ਸਾਧ ਸੰਗਤ ਦੀ ਸਾਰੀ ਫੌਜ ਨੂੰ ਦਿੰਦੇ ਆ।
ਜਿੰਨੀ ਤਨਖਾਹ ਹੁੰਦੀ ਹੈ ਸਿੱਖ ਆਪੋ ਆਪਣੇ ਘਰ ਗਰੀਬੀ ਹੈ ਆਪਣੇ ਘਰਾਂ ਨੂੰ ਭੇਜਦੇ ਹਨ। ਭੋਜਨ ਦੇਗ ਵਿਖੇ ਨਿਤ ਖਾਵੈ। ਖਰਚਾ ਕੋਈ ਵੀ ਨਹੀਂ ਗੁਰੂ ਘਰ, ਆਮ ਫੌਜਾਂ ਦੇ ਵਿੱਚ ਰਸਤ ਲੈਣੀ ਪੈਂਦੀ ਆਪਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਜਿਹੜੀ ਆ ਮਹਾਰਾਜ ਮਾਇਆ ਦਿੰਦੇ ਖੁੱਲ੍ਹੀ ਤਨਖਾਹ ਦੇ ਰੂਪ ਵਿੱਚ, ਅਤੇ ਪ੍ਰਸ਼ਾਦਾ ਪਾਣੀ ਲੰਗਰ 'ਚੋਂ ਛਕ ਲੈਂਦੇ ਸੂਰਮੇ ਖੁੱਲ੍ਹਾ, ਅਤੇ ਜਿਹੜੀ ਮਾਇਆ ਆਪਣੇ ਘਰ ਭੇਜ ਦਿੰਦੇ ਹਨ। ਸ਼ਸਤਰ ਬਸਤਰ ਬਖਸ਼ਹਿ ਭਟਗਨ ਕੋ। ਮਹਾਰਾਜ ਸੂਰਮਿਆਂ ਨੂੰ ਸ਼ਸਤਰ ਵੀ ਕੋਲੋਂ ਹੀ ਦਿੰਦੇ, ਕੋਈ ਪੈਸਾ ਨਹੀਂ ਲੈਂਦੇ। ਅਤੇ ਜਿਹੜੀ ਕਿਰਿਆ ਬਣਦੀ ਗੁਰੂ ਘਰ ਵਿੱਚ 2 ਚੋਲੇ, ਜਿਵੇਂ ਕਿਸੇ ਸਮੇਂ ਜਿਵੇਂ ਹਾੜੀ 2 ਸਾਉਣੀ ਕਛਹਿਰੇ ਪਰਣੇ ਦਮਾਲੇ, ਉਹ ਸਾਰੀ ਦੀ ਸਾਰੀ ਕਿਰਿਆ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਬਖਸ਼ੀ ਜਾਂਦੇ ਕੋਲੋਂ ਹੀ। ਜੋ ਅਭਿਲਾਖਤ ਮਨ ਮਹਿ ਰਨ ਕੋ। ਤੇ ਜਿਹੜਾ ਮਨ ਵਿੱਚ ਜੰਗ ਦੇ ਮੈਦਾਨ ਦੀ ਇੱਛਾ ਰੱਖਦਾ ਹੈ, ਇਮ ਨਿਤ ਪ੍ਰਤ ਅਤ ਚਿਤ ਉਤਸਾਹਤ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਆ ਜਾਂਦਾ ਹੈ, ਬੜੇ ਖੁਸ਼ੀ ਖੁਸ਼ੀ ਚਿੱਤ ਵਿੱਚ ਚਾਵਾਂ ਦੇ ਨਾਲ। ਚਮੂ ਸਹਿਤ ਗੁਰ ਕਾਨਣ ਗਾਹਤ। ਗਰੀਬ ਨਵਾਜ਼ ਜੰਗਲ ਨੂੰ ਜਾਂਦੇ ਆ ਚੜ੍ਹ ਕੇ, ਸ਼ਿਕਾਰ ਬਿਰਤੀ ਕਰਕੇ ਸਮੇਤ ਫੌਜਾਂ ਦੇ। ਛੋ ਰਹਿ ਬਾਜ ਨੇ ਬਿਹੰਗ ਬਕਰਾਵੈ। ਮਹਾਰਾਜ ਜਿਹੜੇ ਪੰਛੀ ਪਕੜਾਉਂਦੇ ਆ, ਬਾਜ ਛੱਡ ਛੱਡ ਕੇ ਮਹਾਰਾਜ ਸ਼ਿਕਾਰ ਖੜਵਾਉਂਦੇ ਹਨ। ਸਵਰਨਨ ਤੇ ਮਿਰਗ ਸਸਾ ਗਹਾਵੈ। ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜਿਹੜੇ ਸ਼ਿਕਾਰੀ ਕੁੱਤੇ ਰੱਖੇ ਆ, ਉਹਨਾਂ ਦੇ ਪਾਸੋਂ ਵੀ ਜਾਨਵਰਾਂ ਦੇ ਸ਼ਿਕਾਰ ਕਰਵਾ ਕਰਵਾ ਕਲਿਆਣ ਕਰਵਾ ਰਹੇ ਹੈ। ਗਨ ਜੋਧਾ ਆ ਯੁੱਧ ਤੇ ਮਾਰ ਹੈ। ਜਿੰਨੇ ਸੂਰਮੇ ਆ ਸ਼ਾਸਤਰ ਜੰਗ ਯੁੱਧ ਦਾ ਅਭਿਆਸ ਕਰਨ ਵਾਸਤੇ ਸ਼ਿਕਾਰ ਖੇਡਦੇ ਆ, ਸ਼ਾਸਤਰਾਂ ਦੇ ਨਾਲ ਸ਼ਿਕਾਰ ਕਰਦੇ ਹਨ। ਕਰਹਿ ਅਖੇਰ ਜੀਵ ਸੰਘਾਰ ਹੈ। ਪਾਤਸ਼ਾਹ ਜੀ ਇਸ ਤਰ੍ਹਾਂ ਜੀਵਾਂ ਦੀ ਸੰਘਾਰ ਸੀ, ਜੀਵ ਸੰਘਾਰ ਕੇ ਸ਼ਿਕਾਰ ਕਰਦੇ, ਉਹਨਾਂ ਦੀ ਕਲਿਆਣ ਕਰ ਰਹੇ। ਰੋਜ਼ ਸ਼ਿਕਾਰ ਚੜ੍ਹਦੇ ਆ ਸ਼ਿਕਾਰ ਖੇਡਣ ਵਾਸਤੇ, ਕਿਉਂਕਿ ਇਹਦਾ ਵੀ ਇੱਕ ਕਾਰਨ ਸੀ। ਰਾਜੇ ਜਿਹੜੇ ਤੁਰਕਸਨ ਸਾਧ ਸੀ, ਇਹਨਾਂ ਦਾ ਰਾਜ ਸੀਗਾ, ਇਹਨਾਂ ਮਨਾਹੀ ਕੀਤੀ ਸੀ ਵੀ ਕੋਈ ਸਾਡੇ ਬਿਨਾਂ ਸ਼ਿਕਾਰ ਨਹੀਂ ਕਰ ਸਕਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਤਾਂ ਧਰਤੀ ਸਾਰਿਆਂ ਦੀ ਸਾਂਝੀ ਹੈ, ਅਤੇ ਇਹ ਧਰਤੀ ਦਾ ਰਾਜਾ ਤਾਂ ਅਕਾਲ ਪੁਰਖ ਹੈ, ਅਸੀਂ ਕਿਸੇ ਰਾਜੇ ਨੂੰ ਨਹੀਂ ਮੰਨਦੇ। ਗੁਰੂ ਨਾਨਕ ਪਾਤਸ਼ਾਹ ਦਾ ਤਖਤ ਸੱਚਾ ਤਖਤ ਹੈ, ਦੁਨਿਆਵੀ ਤਖਤ ਸਾਰੇ ਹੀ ਝੂਠੇ ਆ। ਨਿਹਚਲ ਤਖਤ ਹੈ, ਨਿਹਚਲ ਦਰ ਹੈ, ਨਿਹਚਲ ਸਿੰਘਾਸਣ ਹੈ। ਇਸ ਕਰਕੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਤੋ ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਜਿੰਨੇ ਬਾਦਸ਼ਾਹ ਤੋਂ ਅਜ਼ੀਜ਼ ਬਾਦਸ਼ਾਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਹਨ, ਅਸੀਂ ਉਹਨਾਂ ਨੂੰ ਮੰਨਦੇ ਹਾਂ। ਤੋ ਤੁਸੀਂ ਪੈਰੀਂ ਜੋੜਾ ਨਹੀਂ ਪਾਉਣ ਦਿੰਦੇ, ਅਸੀਂ ਘੋੜਿਆਂ 'ਤੇ ਵੀ ਚੜ੍ਹਾਂਗੇ ਅਤੇ ਸ਼ਿਕਾਰ ਵੀ ਖੇਡਾਂਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਹਕੂਮਤ ਦੇ ਖਿਲਾਫ ਖੁੱਲ੍ਹੀ ਡੁੱਲੀ ਬਗਾਵਤ ਕਰ ਦਿੱਤੀ ਹੈ। ਫਿਰ ਸਾਧ ਸੰਗਤ ਜਿਹੜਾ ਨਗਾਰਾ ਹੁੰਦਾ, ਨਗਾਰਾ ਇੱਕ ਨਿਸ਼ਾਨ, ਇਹ ਦੋਵੇਂ ਬਾਗੀਅਤ ਦੀ ਨਿਸ਼ਾਨੀ ਹੁੰਦੀ ਆ। ਨਾ ਸਾਡੇ ਗੁਰੂ ਘਰਾਂ ਵਿੱਚ ਨਗਾਰੇ ਰਹੇ, ਨਾ ਨਿਸ਼ਾਨ ਸਾਹਿਬ ਰਹੇ। ਅੱਧਿਆਂ ਨੇ ਨਿਸ਼ਾਨ ਸਾਹਿਬ ਵੀ ਜਿਹੜੇ ਉਹ ਸੰਪਰਦਾਵਾਂ ਗਾਇਬ ਕਰੀ ਜਾਂਦੀਆਂ। ਜਿਸ ਕੌਮ ਦੇ ਕੋਲ ਆਪਦਾ ਨਿਸ਼ਾਨ ਹੈ, ਨਿਸ਼ਾਨ ਸਾਹਿਬ ਖਾਲਸਾ ਜੀ, ਕਈ ਕਹਿ ਦਿੰਦੇ ਅਖੇ ਜੀ ਦੂਰੋਂ ਪਤਾ ਲੱਗ ਜਾਂਦਾ ਇੱਥੇ ਗੁਰੂ ਘਰ ਹੈ। ਨਿਸ਼ਾਨ ਸਾਹਿਬ ਕੇਵਲ ਇੱਥੋਂ ਤੀਕਰੇ ਦੀ ਸਤ ਸੰਗਤ ਜੀ, ਮਾਣ ਮਰਿਆਦਾ ਇਹਦਾ ਵਖਿਆਨ ਕੇਵਲ ਇੰਨਾ ਥੋੜ੍ਹਾ ਵੀ ਇੱਥੇ ਗੁਰੂ ਘਰ ਹੈ। ਉਹ ਸਾਧ ਸੰਗਤ ਦੀ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ। ਫਿਰ ਨਿਸ਼ਾਨ ਸਾਹਿਬ ਜਿਹੜਾ ਹੈ ਫਰਰਾ ਝੁੱਲਦਾ, ਇਹ ਆਵਾਜ਼ ਮਾਰਦਾ ਵੀ ਭੁੱਖਾ ਨੰਗਾ ਰਹੇ ਨਾ ਕੋਈ ਭੁੱਖਾ ਨੰਗਾ ਨਹੀਂ। ਪੰਗਤ ਚੱਲਦੀ ਹੈ, ਆ ਕਰਕੇ ਕੋਈ ਪ੍ਰਸ਼ਾਦਾ ਛਕੇ, ਬਸਤਰ ਲਵੇ, ਜਿਸ ਚੀਜ਼ ਦੀ ਵਸਤੂ ਦੀ ਲੋੜ ਹੈ ਉਹ ਗ੍ਰਹਿਣ ਕਰੇ, ਕਿਉਂਕਿ ਰਾਜੇ ਦਾ ਦਰ ਹੈ ਭਾਈ ਹੈ। ਫਿਰ ਨਿਸ਼ਾਨ ਸਾਹਿਬ ਸਾਧ ਸੰਗਤ ਜੀ ਕਿਸੇ ਕੌਮ ਦੀ ਹੋਂਦ ਹੈ, ਸਾਡੀ ਹਸਤੀ ਹੈ ਨਿਸ਼ਾਨ ਸਾਹਿਬ। ਤੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਕਹਿੰਦੇ ਜੰਗ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਫੌਜ, ਹੁਣ ਜਿੰਨੀਆਂ ਫੌਜਾਂ ਸਾਰੀਆਂ ਫੌਜਾਂ ਦਾ ਆਪੋ ਆਪਣੇ ਝੰਡੇ ਆ, ਨਿਸ਼ਾਨ ਹੈ। ਪਤਾ ਲੱਗ ਜਾਂਦਾ ਵੀ ਫਲਾਣੇ ਰਾਜੇ ਦੀ ਫੌਜ ਜਾ ਰਹੀ ਆ। ਹਿੰਦੁਸਤਾਨੀ ਫੌਜ ਦਾ ਵੀ ਝੰਡਾ ਹੈ, ਪਾਕਿਸਤਾਨ ਜਿੰਨੀਆਂ ਫੌਜਾਂ, ਜਦੋਂ ਫੌਜ ਜਾਂਦੀ ਹੈ ਅਤੇ ਅੱਗੇ ਝੰਡਾ ਲੈ ਕੇ ਜਾਂਦੇ ਆ ਕੁਝ ਸੈਨਿਕ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਯੁੱਧ ਕਰਦੇ ਸਨ, ਗੁਰੂ ਕਲਗੀਧਰ ਪਾਤਸ਼ਾਹ ਜੀ ਅਤੇ ਸਿੰਘ ਜਿਹੜੇ ਉਹ ਨਿਸ਼ਾਨ ਸਾਹਿਬ ਲੈ ਕੇ ਹਾਜ਼ਰ ਹੁੰਦੇ ਸੀ ਜੰਗ ਦੇ ਮੈਦਾਨ ਵਿੱਚ। ਉਹ ਕਾਰਨ ਹੈ ਵੀ ਨਿਸ਼ਾਨ ਸਾਹਿਬ ਦੀ ਤਾਬਿਆ ਲੜਿਆ ਜਾਂਦਾ ਹੈ ਵੀ ਅਸੀਂ ਇਕੱਤਰ ਹਾਂ। ਉਹ ਨਿਸ਼ਾਨ ਸਾਹਿਬ ਸਾਧ ਸੰਗਤ ਜਿਹੜੇ ਸਿੰਘ ਨੇ ਫੜਿਆ ਸੀ, ਉਹ ਸਿੰਘ ਵੀ ਚੜ੍ਹਾਈ ਕਰ ਗਿਆ, ਸ਼ਹੀਦ ਕਰ ਦਿੱਤਾ, ਅਤੇ ਨਿਸ਼ਾਨ ਸਾਹਿਬ ਜਿਹੜਾ ਉਹ ਸਲਾਮੀ ਦੇ ਗਿਆ, ਝੁਕਾ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਸਿੰਘਾਂ ਖਬਰ ਕੀਤੀ, ਪਾਤਸ਼ਾਹ
ਨਿਸ਼ਾਨ ਸਾਹਿਬ ਜਿਹਨੇ ਫੜਿਆ ਸੀ, ਉਹ ਨਿਸ਼ਾਨਜੀ ਸਿੰਘ ਵੀ ਸ਼ਹੀਦ ਹੋ ਗਿਆ ਹੈ ਅਤੇ ਉਹ ਨਿਸ਼ਾਨ ਸਾਹਿਬ ਵੀ ਸਲਾਮੀ ਦੇ ਦਿੱਤੀ ਹੈ, ਉਹਨਾਂ ਵੱਢ ਦਿੱਤਾ ਤੁਰਕਾਂ ਨੇ। ਤਾਂ ਮਹਾਰਾਜ ਨੇ ਆਖਿਆ ਲਓ ਚੁੱਕ ਕੇ ਲੈ ਕੇ ਆਓ ਜਿਹੜਾ ਨਿਸ਼ਾਨ ਸਾਹਿਬ ਸ਼ਹੀਦ ਹੋਇਆ। ਉਹ ਨਿਸ਼ਾਨ ਸਾਹਿਬ ਮਹਾਰਾਜ ਦੇ ਪਾਸ ਲੈ ਕੇ ਆਂਦਾ। ਪਾਤਸ਼ਾਹ ਦੇ ਫਰਰੇ 'ਚੋਂ ਕੱਪੜਾ ਕੱਢ ਕੇ ਇਹਨਾਂ ਨਿਸ਼ਾਨ ਸਾਹਿਬ 'ਚੋਂ ਪਾੜ ਕੇ ਅਤੇ ਸਿੰਘਾਂ ਦੇ ਦਮਾਲਿਆਂ 'ਤੇ ਲਾ ਦਿੱਤੇ। ਅਤੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਨਿਸ਼ਾਨ ਸਾਹਿਬ ਝੁੱਲਦੇ ਹੀ ਰਹਿਣਗੇ, ਜਦੋਂ ਸਿਰ ਵੱਢਿਆ ਜਾਊ ਤਾਂ ਡਿੱਗਿਆ ਕਰਨਗੇ। ਉੱਥੋਂ ਫਰਲੇ ਦੀ ਮਰਿਆਦਾ ਚੱਲੀ ਹੈ। ਜਿਹੜੇ ਨਿਹੰਗ ਸਿੰਘ ਮਹਾਂਕਾਲ ਫਰਲਾ ਲਾਉਂਦੇ ਹੈ, ਇੱਕ ਪੱਖ ਇਹ ਵੀ ਹੈ ਇਹਦਾ ਵੀ ਇੱਥੋਂ ਮਰਿਆਦਾ ਚੱਲੀ ਹੈ ਫਰਲੇ ਦੀ, ਜਿਹੜੇ ਨਿਹੰਗ ਸਿੰਘ ਮਹਾਂਕਾਲ ਫਰਲਾ ਲਾਉਂਦੇ ਹੈ। ਤੋ ਵੇਖੋ ਫਿਰ ਉਹ ਕਿੱਡੀ ਮਹਾਂਕਾਲ ਦੀ ਮਰਿਆਦਾ ਬੜੀ ਹੁੰਦੀ ਹੈ, ਰਹਿਤ ਬਣੀ ਆ ਵੀ ਉਹ ਸਿੱਧਾ ਮੰਜੇ 'ਤੇ ਨਹੀਂ ਬਰਾਜਦੇ। ਜੇ ਟੇਢੇ ਪੈ ਜਾਣਗੇ ਉਹ ਕਿਉਂ, ਸਤਿਕਾਰ ਫਰਰੇ ਦਾ ਨਿਸ਼ਾਨ ਸਾਹਿਬ ਹੈ, ਝੁਕੇਗਾ। ਉਹ ਜਦੋਂ ਬਰਾਜਣਗੇ ਉਹ ਸਾਰੀ ਉਮਰ ਫਿਰ ਲੰਮੇ ਮੰਜੇ 'ਤੇ ਨਹੀਂ ਪੈਂਦੇ। ਜਿਹੜੇ ਮਹਾਂਕਾਲ ਹੁੰਦੇ ਆ ਉਹ ਢੋ ਲਾ ਕੇ ਰਜਾਈ ਗਦੇਲੇ ਦੀ ਬੈਠੇ ਹੀ ਬਰਾਜਦੇ ਆ। ਅਤੇ ਕਦੇ ਵੀ ਤੁਸੀਂ ਵੇਖੋਗੇ ਫਰਰੇ ਦਾ ਕੱਪੜਾ ਪਿਛਾਂਹ ਨੂੰ ਨਹੀਂ ਹੋਵੇਗਾ, ਗਾਂਹ ਨੂੰ ਹੋਵੇਗਾ। ਇਸ ਤਰ੍ਹਾਂ ਬੜੀ ਮਾਣ ਮਰਿਆਦਾ ਜਿਹੜੀ ਗੁਰੂ ਘਰ ਦੀ, ਬੜੇ ਸਿੱਖਣ ਵਾਲੀਆਂ ਬੜੀਆਂ ਐਸੀਆਂ ਮਰਿਆਦਾ। ਜਦੋਂ ਕੇਸ ਹਰੇ ਕਰਦੇ ਆ, ਜਿਹਨੂੰ ਸੁਕਾਉਣੇ ਕਹਿੰਦੇ ਆਮ ਲੋਕ, ਇਹਨੂੰ ਹਰੇ ਕਰਨੇ ਕਹਿੰਦੇ। ਖਾਲਸੇ ਦੇ ਖਾਲਸਾ ਜੀ ਕੇ ਬੋਲ ਬਾਲੇ ਅਰਦਾਸ 'ਚ ਮੰਗਦੇ, ਇਹੀ ਖਾਲਸਾ ਜੀ ਦੇ ਬੋਲ ਬਾਲੇ ਆ। ਕੇਸਾਂ ਨੂੰ ਸੁੱਕੇ ਨਹੀਂ ਕਹਿਣਾ, ਹਰੇ ਕਰਨਾ ਕਹਿਣਾ। ਸੁੱਕੀ ਚੀਜ਼ ਹਰੀ ਨਹੀਂ ਹੁੰਦੀ, ਇਹ ਕੇਸਾਂ ਦਾ ਸਤਿਕਾਰ ਹੈ। ਕੇਸ ਇਸ਼ਨਾਨ ਕਰਕੇ ਪਿਛਾਂਹ ਨਹੀਂ ਸੁੱਟਣੇ ਕਦੇ, ਇੱਕ ਪਾਸੇ ਕਰਕੇ ਉਹਨਾਂ ਨੂੰ ਹਰੇ ਕਰਨਾ। ਇੱਕ ਵਾਰ ਇੱਧਰ ਕਰਕੇ ਮੋਢੇ ਸੱਜੇ ਮੁੜ ਕੇ ਖੱਬੇ ਕਰਕੇ ਉਹਨਾਂ ਨੂੰ ਹਰੇ ਕਰੋ। ਸੀਸ 'ਤੇ ਕੱਪੜਾ ਲੈ ਕੇ, ਨੰਗੇ ਸਿਰ ਗੁਰੂ ਕਾ ਸਿੱਖ ਕਿਸੇ ਦੇ ਮੱਥੇ ਨਾ ਲੱਗੇ। ਅਤੇ ਕਈ ਕੇਸੀ ਇਸ਼ਨਾਨ ਕਰਕੇ ਇੱਥੇ ਮੋਟਰਸਾਈਕਲਾਂ 'ਤੇ ਚੜ੍ਹੇ ਫਿਰਦੇ, ਉੱਥੇ ਜਾ ਕੇ ਕਿਤੇ ਜਾ ਕੇ ਉੱਥੇ ਕੇਸਾਂ ਨੂੰ ਵਲ ਕੇ ਪੱਗ ਬੰਨ੍ਹ ਲੈਂਦੇ। ਇਸ ਤਰ੍ਹਾਂ ਨਹੀਂ ਕਰਨਾ। ਨੰਗੇ ਸਿਰ ਕਿਸੇ ਦੇ ਮੱਥੇ ਨਹੀਂ ਲੱਗਣਾ, ਸਭਾ 'ਚ ਨਹੀਂ ਜਾਣਾ ਸਿੱਖ ਨੇ। ਤੋ ਕੇਸ ਪਿੱਛੇ ਨੂੰ ਨਹੀਂ ਕਦੇ ਕਰਨੇਗੇ, ਇੱਕ ਪਾਸੇ ਕਰ ਲਏ। ਜਦੋਂ ਹਰੇ ਹੋ ਗਏ ਉਦੋਂ ਕੇਸਾਂ ਨੂੰ ਸੁੱਖ ਆਸਨ ਕਰਕੇ ਵਲ ਕੇ ਸਾਂਭ ਲੈਣਾ। ਇਹ ਨਹੀਂ ਵੀ ਇਸ਼ਨਾਨ ਕੀਤਾ ਕਿਤੇ ਅੱਜ ਦਾ ਅਤੇ ਉਹ 2 ਦਿਨ ਉਸੇ ਤਰ੍ਹਾਂ ਹੀ ਕੰਘਾ ਨਿਤ ਕਰਨਾ ਹੈ। ਤੋ ਇਸ ਤਰ੍ਹਾਂ ਹੋਰ ਬੇਅੰਤ ਮਰਿਆਦਾ ਰਹੋ ਵਿਚਾਰ। ਨਿਸ਼ਾਨ ਸਾਹਿਬ ਸਾਧ ਸੰਗਤ ਜੀ ਕਿਸੇ ਕੌਮ ਦੀ ਹੋਂਦ ਹੈ, ਹਸਤੀ ਹੈ, ਅਤੇ ਨਗਾਰਾ ਬਾਗੀਅਤ ਦੀ ਨਿਸ਼ਾਨੀ ਹੈ। ਸੱਚੇ ਪਾਤਸ਼ਾਹ ਨੇ ਨਗਾਰੇ ਮੜ੍ਹਾਏ, ਨਗਾਰੇ ਰੱਖੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਗਾਰੇ ਵੱਜਦੇ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਹਨ। ਅਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਵੱਜਦੇ ਨਗਾਰਿਆਂ ਨਿਸ਼ਾਨ ਸਾਹਿਬ ਦੀ ਤਾਬਿਆ ਫੌਜ ਜਿਹੜੀ ਚੜ੍ਹ ਕੇ ਆਉਂਦੀ ਹੈ। ਇਸ ਤਰ੍ਹਾਂ ਤਿਆਰ ਬਰ ਤਿਆਰ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤਾਂ ਕਰ ਰਹੇ ਹਨ। ਕਰਹਿ ਅਖੇਰ ਜੀਵ ਸੰਘਾਰੈ ਸ਼ਿਕਾਰ, ਚੜ੍ਹ ਕੇ ਜਾਂਦੇ ਸੂਰਮਿਆਂ ਦੇ ਨਾਲ। ਜਿਮ ਰਘੁਬੀਰ ਗਣ ਸੈਨ ਸਕੇਲੇ, ਜਿਵੇਂ ਰਾਮਚੰਦਰ ਜੀ ਨੇ ਸਾਰੀ ਫੌਜ ਜੀ ਇਕੱਠੀ ਕਰਕੇ ਸਰਜੂ ਤੀਰ ਅਖੇਰ ਸੁਖੇਲੇ, ਸਰਜੂ ਨਦੀ ਦੇ ਕੰਢੇ 'ਤੇ ਸ਼ਿਕਾਰ ਖੇਡਦੇ ਰਹੇ ਸਨ। ਗਨ ਜਾਦਵ ਕੋ ਸੰਗ ਚੜ੍ਹਾਏ, ਅਤੇ ਜਿਵੇਂ ਕ੍ਰਿਸ਼ਨ ਭਗਵਾਨ ਜੀਆਂ ਨੇ ਦੁਆਪਰ ਦੇ ਵਿੱਚ ਜਿੰਨੇ ਜਿਹੜੇ ਸਨਗੇ ਜਾਦਵ, ਉਹਨਾਂ ਸਾਰਿਆਂ ਨੂੰ ਆਪਣੀ ਤਾਬਿਆ ਕਰਕੇ ਫੌਜ ਤਿਆਰ ਕਰਕੇ ਜਥਾ ਕ੍ਰਿਸ਼ਨ ਕਾਨਨ ਫਿਰ ਆਏ, ਜੰਗਲਾਂ ਵਿੱਚ ਫਿਰਦੇ ਸਨ। ਭਾਵ ਜੰਗਲਾਂ ਦੇ ਵਿੱਚ ਜਿਵੇਂ ਕ੍ਰਿਸ਼ਨ ਭਗਵਾਨ ਵੀ ਸ਼ਿਕਾਰ ਖੇਡਦੇ ਰਹੇ ਹਨ। ਅਪਰ ਮਹਾ ਧਰਮਾਤਮ ਰਾਜੇ, ਹੋਰ ਜਿਹੜੇ ਮਹਾ ਧਰਮੀ ਧਰਮਾਤਮਾ ਰਾਜੇ ਹੁੰਦੇ ਆਏ ਹੈ ਸੰਸਾਰ ਦੇ ਵਿੱਚ ਪਿਛਲੇ ਯੁੱਗਾਂ ਅੰਦਰ। ਵਿਚਰੇ ਬਣ ਅਖੇਰ ਬ੍ਰਿਤ ਕਾਜੇ, ਉਹ ਸਾਰੀ ਅਖੇਰ ਬਿਰਤੀ ਸ਼ਿਕਾਰ ਬਿਰਤੀ ਕਰਕੇ ਜੰਗਲਾਂ ਵਿੱਚ ਜਾਂਦੇ ਰਹੇ ਹੈ। ਹਰਗੋਬਿੰਦ ਸਾਹਿਬ ਮਹਾਰਾਜ ਵੀ ਜਾ ਰਹੇ ਹਨ। ਤਿਮ ਸ਼੍ਰੀ ਸਤਿਗੁਰ ਹਰਗੋਬਿੰਦ, ਕਵੀ ਜੀ ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਕਰਹਿ ਸ਼ਿਕਾਰ ਬਹਾਰ ਬਿਲੰਦ, ਵਿਹਾਰ, ਇਹ ਵਿਹਾਰ ਕਰਦੇ ਮਹਾਰਾਜ ਜੀ ਬਿਲੰਦ ਬਹੁਤਾ ਹੀ ਸ਼ਿਕਾਰ ਦਾ ਨਿਤਾ ਪ੍ਰਤੀ ਸ਼ਿਕਾਰ ਖੇਡਣ ਵਾਸਤੇ ਸਿੱਖਾਂ ਸੂਰਮਿਆਂ ਦੇ ਨਾਲ ਜਾਂਦੇ ਹਨ। ਚਮੂ ਚੜ੍ਹੈ ਨਭ ਮਹਿਰਜ ਛਾਵੈ, ਜਦੋਂ ਗਰੀਬ ਨਵਾਜ ਮਹਾਰਾਜ ਦੀ ਫੌਜ ਚੜ੍ਹਦੀ ਹੈ, ਘੋੜਿਆਂ ਦੇ ਪੈੜਾਂ ਦੀ ਧੂੜ ਉੱਡ ਉੱਡ ਕੇ ਅਸਮਾਨ ਵਿੱਚ ਧੂੜੀ ਛਾ ਜਾਂਦੀ, ਸੂਰਜ ਛੁਪ ਜਾਂਦਾ ਹੈ। ਛੁਟੈ ਤੁਫੰਗਣ ਸ਼ਬਦ ਉਠਾਵੈ, ਜੰਗ ਯੁੱਧ ਦਾ ਅਭਿਆਸ ਹੁੰਦਾ ਹੈ। ਬੰਦੂਕਾਂ ਚੱਲਦੀਆਂ ਦੀ ਆਵਾਜ਼ ਬਾਹਰੋਂ ਅੰਮ੍ਰਿਤਸਰ ਘਰਾਂ ਵਿੱਚ ਆਉਂਦੀ ਹੈ। ਮਹਾ ਕੁਦਾਏ ਪਲਾਏ ਤੁਰੰਗ, ਘੋੜੇ ਕੁਦਾਏ ਜਾਂਦੇ ਹੈ, ਭਜਾਏ ਜਾਂਦੇ ਹੈ, ਦੌੜਦੇ ਘੋੜਿਆਂ 'ਤੇ ਨਿਸ਼ਾਨੇ ਲਾਏ ਜਾਂਦੇ ਹਨ। ਆਸ ਸ਼ੋਭਤ ਜਨ ਜਾਹੇ ਤੁਰਾਂ ਕੁਰੰਗ, ਦੌੜਦੇ ਘੋੜੇ ਕਵੀ ਜੀ ਕਹਿੰਦੇ
ਇਸ ਤਰ੍ਹਾਂ ਸੋਭਾ ਪਾਉਂਦੇ ਜਿਵੇਂ ਹਰਨ ਚੁੰਗੀਆਂ ਭਰਦੇ ਹੁੰਦੇ ਆ। ਦਿਨ ਪ੍ਰਤ ਸਤਿਗੁਰ ਚਾਰ ਸਰੀਰ, ਤੇ ਸਮਾਂ ਲੰਘਦਾ ਜਾਂਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਰੀਰ ਵੀ ਬਹੁਤ ਬਲੀ ਹੋ ਰਿਹਾ। ਬਲ ਜੁਤ ਬੰਦਹਿ ਹਿਰਦੇ ਵਹੁ ਧੀਰ, ਤੇ ਮਹਾਰਾਜ ਧੀਰਜ ਧਾਰੀ ਸੱਚੇ ਪਾਤਸ਼ਾਹ ਜੀ ਦਿਨੋਂ ਦਿਨ ਸਰੀਰ ਵੱਧਦਾ ਫੁੱਲਦਾ ਜਾ ਰਿਹਾ ਹੈ, ਬਲ ਵੱਧ ਰਿਹਾ ਹੈ, ਸੁੰਦਰ ਹੋ ਰਿਹਾ ਸਰੀਰ। ਚਰਨ ਬਿਲੰਦ ਮ੍ਰਿਦੁਲ ਅਰਬਿੰਦ, ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਕਮਲ ਹੈ, ਕਵੀ ਜੀ ਕਹਿੰਦੇ ਕੋਮਲ ਹਨ, ਜਿਵੇਂ ਕਮਲ ਦਾ ਫੁੱਲ ਹੁੰਦਾ ਹੈ। ਨਖ ਸੁੰਦਰ ਜੁਤ ਅੰਗੁਰੀ ਬ੍ਰਿੰਦ, ਸਾਰੀਆਂ ਉਂਗਲਾਂ ਇੱਕ ਸਾਰ ਸੁੰਦਰ ਪਤਲੀਆਂ ਹਨ, ਲਾਲ ਸੂਹੇ ਨੌ ਉੱਪਰ ਜੜੇ ਹੋਏ ਹਨ। ਏਡੀ ਜੁਗਤ ਅਰਣ ਹੈ ਬਰਨ, ਸਾਰਾ ਚਰਨ ਸਮੇਤ ਅੱਡੀ ਦੇ ਸਾਰੇ ਦਾ ਸਾਰਾ ਚਰਨ ਕਮਲ ਦੇ ਫੁੱਲ ਵਾਂਗੂ ਲਾਲ ਸੂਹੇ ਰੰਗ ਦਾ ਹੈ। ਗੁਲਫ ਉਤੰਗ ਸ਼ੁਭੋ ਪਰ ਚਰਨ, ਹਜ਼ੂਰ ਦੇ ਸੁੰਦਰ ਸੂਹੇ ਲਾਲ ਰੰਗ ਦੇ ਚਰਨ ਹੈ, ਤੇ ਚਰਨਾਂ ਦੇ ਉੱਪਰ ਉੱਚੇ ਗਿੱਟੇ ਬੜੇ ਸੁੰਦਰ ਸ਼ੋਭ ਰਹੇ ਹਨ। ਜਾਨੂ ਜੰਗ ਮਹਾਂ ਦ੍ਰਿੜ ਹੋਏ, ਦੋਵੇਂ ਮਹਾਰਾਜ ਦੀਆਂ ਪਿੰਜਨੀਆਂ ਲੱਤਾਂ ਗਠੀਆਂ ਹੋਈਆਂ, ਬਹੁਤ ਮੋਟੀਆਂ ਤਾਜ਼ੀਆਂ, ਬਹੁਤ ਜਿਵੇਂ ਮਾਨੋ ਕਰੜੀਆਂ ਹੁੰਦੀਆਂ ਹਨ ਪੱਥਰ ਦੀਆਂ। ਮਨਹਾ ਓਜ ਕੇ ਥੰਬ ਖਰੋਏ, ਤੋ ਕਵੀ ਜੀ ਕਹਿੰਦੇ ਦੋ ਮਹਾਰਾਜ ਦੀਆਂ ਜਿਹੜੀਆਂ ਲੱਤਾਂ ਮੰਨ ਲਓ, ਲੱਤਾਂ ਨਹੀਂ ਮਾਸ ਹੱਡ ਚੰਮਦੀਆਂ, ਜਿਵੇਂ ਪੱਕੇ ਪੱਥਰ ਦੇ ਥੰਬ ਖਲੋਤੇ ਹੁੰਦੇ ਭਰੇ ਬਲ ਦੇ ਨਾਲ। ਆਯੁਤ ਛਾਤੀ ਅਤਿਸੈ ਗਾਢੇ, ਹਜ਼ੂਰ ਦੀ ਉਭਰੀ ਹੋਈ ਛਾਤੀ ਕਰੜੀ, ਉੱਪਰ ਨੂੰ ਉਭਰੀ ਹੋਈ ਸਖਤ ਛਾਤੀ ਬੜੀ ਸ਼ੋਭਾ ਪਾਉਂਦੀ ਚੌੜੀ ਹੈ। ਬੱਜਰ ਕਪਾਟ ਕਠਨ ਰਿਪ ਠਾਡੇ, ਜਿਵੇਂ ਦੋ ਦਰਵਾਜ਼ੇ ਹੁੰਦੇ ਪੱਥਰ ਦੇ, ਦੁਸ਼ਮਣ ਨੂੰ ਠੱਲਣ ਵਾਸਤੇ ਦੋ ਕਿਲੇ ਦੇ ਦਰਵਾਜ਼ੇ ਹੁੰਦੇ ਪੱਥਰ ਦੇ, ਇਸ ਤਰ੍ਹਾਂ ਦੁਸ਼ਮਣ ਨੂੰ ਠੱਲ ਪਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਖਤ ਤੇ ਉੱਚੀ ਚੌੜੀ ਛਾਤੀ ਹੈ। ਉਦਰ ਸਤਰਵਲੀ ਸੁੰਦਰ ਹੱਥ, ਸੁੰਦਰ ਤਰਵਲੀ ਤਿੰਨ ਲਕੀਰਾਂ ਜਿਹੜੀਆਂ ਉਹ ਪੇਟ ਉੱਪਰ ਸ਼ੋਭਾ ਪਾਉਂਦੀਆਂ ਹਨ। ਨਾਭ ਗੰਭੀਰ ਦਿਖਤ ਚਿਤ ਮੋਹਤ, ਸੱਚੇ ਪਾਤਸ਼ਾਹ ਮਹਾਰਾਜ ਦਾ ਐਸਾ ਕਵੀ ਜੀ ਕਹਿੰਦੇ ਸੁੰਦਰ ਸਰੂਪ ਹੈ। ਨਾਭੀ ਜਿਹੜੀ ਹੈ ਉਹ ਬਹੁਤ ਡੂੰਘੀ ਤੇ ਬਹੁਤ ਸੁੰਦਰ ਦਿਸ ਰਹੀ ਹੈ। ਬਾਹੋ ਅਜਾਨ ਸੋ ਅਸ ਅਨੁਮਾਨੋ, ਗੰਭੀਰ ਨਾਭੀ ਦੇਖਦਿਆਂ ਚਿੱਤ ਨੂੰ ਮੋਹ ਲੈਂਦੀ ਹੈ। ਤੇ ਸਤਿਗੁਰਾਂ ਦੀਆਂ ਬਾਹਾਂ ਕਵੀ ਜੀ ਕਹਿੰਦੇ ਗੋਡਿਆਂ ਗੋਡਿਆਂ ਤੀਕਰ ਲੰਬੀਆਂ, ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਜਾਨ ਬਾਹੋ ਆਖਿਆ ਜਾਂਦਾ। ਤੇ ਗਵਾਲੀਅਰ ਦੇ ਕਿਲੇ 'ਚੋਂ ਰਾਜੇ ਰਿਹਾ ਕਰਵਾਏ 52, ਇਸ ਲਈ ਬੰਦੀ ਛੋੜ ਆਖਿਆ ਜਾਂਦਾ ਹੈ। ਤੋ ਆਜਾਨ ਬਾਹੋ ਦਾਤਾ, ਜਿਨ੍ਹਾਂ ਦੀਆਂ ਬਾਹਾਂ ਗੋਡਿਆਂ ਤੀਕਰ ਲੰਮੀਆਂ ਇਸ ਤਰ੍ਹਾਂ ਲੱਗਦੀਆਂ ਹਨ। ਸ਼ੁਭਤ ਕਰੀ ਕਰ ਬਲੀ ਮਹਾਨੋ, ਜਿਵੇਂ ਚੰਗੇ ਮੋਟੇ ਤਾਜੇ ਹਾਥੀ ਦੀ ਸੁੰਡ ਹੁੰਦੀ ਹੈ ਨਾ, ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਾਹਾਂ ਮੋਟੀਆਂ ਹਨ, ਲੰਬੀਆਂ ਹਨ। ਦਿਪਤ ਪ੍ਰਚੰਡ ਵੱਡੇ ਭੁਜ ਦੰਡ, ਤੇ ਦੋਹੇ ਡੌਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਨੂੰ ਉਭਰੇ ਹੋਏ ਬੜੇ ਸਖਤ ਇਸ ਤਰ੍ਹਾਂ ਲੱਗ ਰਹੇ ਹੈ। ਮਨਹ ਵਜਰ ਕੇ ਇਹੋ ਜੁਗ ਖੰਡ, ਜਿਵੇਂ ਬਾਹਾਂ ਤੇ ਦੋ ਭਾਰੇ ਬੱਜਰ ਦੇ ਕਹਿ ਲੋ ਪੱਥਰ ਦੇ ਵੱਡੇ ਟੋਟੇ ਪਏ ਹੁੰਦੇ ਹੈ। ਤੁੰਗ ਸਿਕੰਦਨ ਤੇ ਬਹੁ ਛੈਲ, ਤੇ ਜਿਹੜੇ ਇਹ ਮੋਢੇ ਆ ਹਜ਼ੂਰ ਦੇ, ਉਹ ਮੋਢੇ ਗਿੱਚੀ ਦੇ ਮਗਰੋਂ ਬਹੁਤ ਤਾਂ ਨੂੰ ਉੱਪਰ ਨੂੰ ਉੱਠੇ ਹੋਏ ਹਨ। ਜਿਮ ਤ੍ਰਿਖ ਚਰ ਸੂਨੋ ਵੱਡ ਬੈਲ, ਜਿਵੇਂ ਕਹਿੰਦੇ ਕਿਸਾਨ ਤੋਂ ਬਿਨਾਂ ਰਾਖੇ ਤੋਂ ਬਿਨਾਂ ਵਿਹਲੇ ਖੇਤ ਨੂੰ ਜਿਹੜੇ ਆ ਕੋਈ ਬੈਲ ਬਲਦ ਚਰ ਚਰ ਕੇ ਤੇ ਬੜੇ ਤਗੜੇ ਹੋ ਜਾਂਦੇ ਨਾ, ਮੋਢੇ ਜੇ ਤਾਣ ਉੱਚੇ ਕੱਢ ਲੈਂਦੇ ਆ। ਤੋ ਇਸ ਤਰ੍ਹਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੋਢੇ ਉਹਨਾਂ ਬਲਦਾਂ ਵਾਂਗੂ ਐਨ ਉੱਪਰ ਨੂੰ, ਨਗੌਰੀ ਬਲਦ ਵਾਂਗੂ ਉੱਪਰ ਨੂੰ ਉੱਠੇ ਹੋਏ ਹਨ, ਬਹੁਤ ਭਾਰੇ। ਤਾਂ ਜਿਹੜੀ ਗਰਦਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ, ਉਹ ਮੋਢਿਆਂ ਦੇ ਨਾਲ ਉੱਪਰੋਂ ਸਿੱਧੀ ਥੱਲੇ ਨੂੰ ਜਿਹੜੀ ਢਾਲ ਬਣਦੀ ਹੈ। ਗਰੀਵਾ ਸਵਾ ਗਿਲਸ਼ਤ ਉਚੇਰੀ, ਤੇ ਸਵਾ ਗਿੱਠ ਉੱਚੀ ਮਹਾਰਾਜ ਦੀ ਜਿਹੜੀ ਗਰਦਨ ਹੈ, ਭਾਵ ਧੜ ਤੋਂ ਜਿਹੜਾ ਸਿਰ ਹੈ ਨਾ ਹਜ਼ੂਰ ਦਾ, ਉਹ ਸਵਾ ਗਿੱਠ ਉੱਚੀ ਵਿੱਚ ਗਰਦਨ ਜਿਹੜੀ ਹੈ ਬੜੀ ਸ਼ੋਭਾ ਪਾਉਂਦੀ ਹੈ। ਮੁਕਤਾ ਹੀਰਨ ਦਿਪਤ ਕਨੇਰੀ, ਉੱਚੀ ਗਰਦਨ ਦੇ ਵਿੱਚ ਮਹਾਰਾਜ ਦੇ 5 ਲੜੀਆ ਸੁੰਦਰ ਹਾਰ ਪਾਇਆ ਹੋਇਆ ਹੀਰਿਆਂ ਦਾ ਜੜਿਆ। ਜਿਵ ਕੋ ਚਾਰ ਚੌਰੀ ਕੁਛ ਗੋਲ, ਸਤਿਗੁਰਾਂ ਦੀ ਠੋਡੀ ਚੌੜੀ ਵੀ ਆ, ਗੋਲ ਵੀ ਲੰਮੀ ਸੁੰਦਰ ਹੈ। ਸੁੰਦਰ ਦਮਕਤ ਜੁਗਲ ਕਪੋਲ, ਸੱਚੇ ਪਾਤਸ਼ਾਹ ਮਹਾਰਾਜ ਦੇ ਗੰਢ ਸਥਲ ਵਾਲੀ ਜਗ੍ਹਾ, ਭਾਵ ਮੁਖ ਦੇ ਉੱਪਰ ਜਿਹੜੀਆਂ ਗੱਲਾਂ
ਬਹੁਤ ਚੌੜੀਆਂ ਤੇ ਸੁੰਦਰ ਸ਼ੋਭਾ ਸਹਿਤ, ਜਿਵੇਂ ਕਮਲ ਦਾ ਫੁੱਲ ਸੰਧੂਰੀ ਰੰਗ ਛਾ ਰਿਹਾ ਹੈ। ਅਧਰ ਮ੍ਰਿਦੁਲ ਅਰ ਲਾਲ ਵਿਸ਼ਾਲਾ, ਲਾਲ ਸੂਹੇ ਕੋਮਲ ਹਜ਼ੂਰ ਦੇ ਪਾਵਨ ਸੁੰਦਰ ਬੁੱਲ ਹਨ। ਹੀਰਨ ਪੰਕਤ ਦੰਤ ਉਜਾਲਾ, ਤੇ ਵਿੱਚ ਦੰਦ ਚਿੱਟੇ ਸ਼ੋਭਦੇ, ਜਿਵੇਂ ਹੀਰਿਆਂ ਦੀ ਲੜੀ ਜੜੀ ਹੁੰਦੀ ਹੈ, ਚਿੱਟੇ ਸਫੈਦ ਹਨ। ਮੁਸਕਾਵਤ ਐਸੇ ਦਮਕਾਵਤ, ਜਦੋਂ ਹੱਸਦੇ ਗੁਰੂ ਹਰਗੋਬਿੰਦ ਸਾਹਿਬ ਜੀ, ਕਵੀ ਜੀ ਕਹਿੰਦੇ ਇਸ ਤਰ੍ਹਾਂ ਭੁਲੇਖੇ ਪੈਂਦੇ ਆ। ਸੰਪਟ ਬਿਦ੍ਰਮ ਕਲੀ ਲਖਾਵਤ, ਜਿਵੇਂ ਬਿਦਰਮ ਸੰਪਟ ਨਾਮ ਡੱਬੇ ਦਾ ਹੈ, ਤੋ ਬਿਦਰਮ ਨਾਮ ਸਾਧ ਸੰਗਤ ਜੀ ਮੂੰਗੇ ਦਾ ਹੈ। ਸਮੁੰਦਰ 'ਚ ਇੱਕ ਮੂੰਗੇ ਦੀ ਖੇਤੀ ਹੁੰਦੀ, ਲਾਲ ਰੰਗ ਦੀ ਲੱਕੜ ਹੁੰਦੀ, ਬੇਸ਼ਕੀਮਤੀ ਲਾਲ ਸੂਹੇ ਮੂੰਗੇ ਦੇ ਡੱਬੇ ਵਿੱਚ ਜਿਵੇਂ ਚੰਪੇ ਦੀ ਕਲੀਆਂ ਪਈਆਂ ਹੁੰਦੀਆਂ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਾਲ ਸੂਹੇ ਬੁੱਲ ਜਦੋਂ ਹੱਸਦੇ ਪਾਤਸ਼ਾਹ, ਉਹ ਲੱਗਦਾ ਜਿਵੇਂ ਸੰਪਟ, ਉਹ ਡੱਬਾ ਖੁੱਲ੍ਹਦਾ ਮੂੰਗੇ ਦਾ ਤੇ ਵਿੱਚੋਂ ਚਿੱਟੀਆਂ ਕਲੀਆਂ ਵਰਗੇ ਦੰਦ ਚਮਕਦੇ ਹਨ। ਮੁਖ ਮੰਡਲ ਆਯੁਤ ਦਿਪਤਾਵੈ, ਸਤਿਗੁਰਾਂ ਦੇ ਮੁਖ ਮੰਡਲ ਦੀ ਬੇਅੰਤ ਸੋਭਾ ਸੂਰਜ ਵਾਂਗੂ ਪ੍ਰਗਟ ਹੋ ਰਹੀ ਹੈ। ਕਮਲ ਪ੍ਰਫੁੱਲਿਤ ਮਹਤ ਲਖਾਵੈ, ਜਿਵੇਂ ਕਮਲ ਪ੍ਰਫੁੱਲਤ ਹੋ ਰਿਹਾ ਹੈ। ਇਸ ਤੋਂ ਵੀ ਵਧੇਕ ਮਹਾਰਾਜ ਸੱਚੇ ਪਾਤਸ਼ਾਹ ਦੇ ਸੁੰਦਰ ਨੇਤਰ ਚੌੜੇ ਹਨ। ਸਾਰਦ ਚੰਦ ਮਨੋ ਸੁਖ ਕੰਦ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਗੁਰੂ ਗਰੀਬ ਨਵਾਜ, ਜਿਵੇਂ ਸਰਦ ਰੁੱਤ ਦਾ ਚੰਦਰਮਾ ਹੁੰਦਾ, ਇਹੋ ਜਿਹਾ ਸੱਚੇ ਪਾਤਸ਼ਾਹ ਦਾ ਗੋਲ ਮੁਖਾਰ ਬਿੰਦ ਪੁੰਨਿਆਂ ਦੇ ਚੰਦ ਵਰਗਾ। ਕੱਤੇ ਤੇ ਅੱਸੂ ਵਿੱਚ ਸਾਧ ਸੰਗਤ ਜੀ ਜਿਹੜਾ ਅਸਮਾਨ ਬਹੁਤਾ ਸਾਫ਼ ਹੁੰਦਾ, ਤੇ ਚੰਦਰਮਾ ਦੀ ਲਿਸ਼ਕ ਜਿਹੜੀ ਅੱਸੂ ਕੱਤੇ ਨਾਲ 2 ਮਹੀਨਿਆਂ 'ਚ ਡਾਢੀ ਹੁੰਦੀ, ਕਿਉਂਕਿ ਧੁੰਦ ਵੀ ਨਹੀਂ ਹੁੰਦੀ ਤੇ ਸਾਉਣ ਭਾਦਰੋਂ ਦੀਆਂ ਬਾਰਿਸ਼ਾਂ ਕਰਕੇ ਅਸਮਾਨ ਬਿਲਕੁਲ ਸਾਫ਼ ਹੁੰਦਾ। ਇਹਨਾਂ ਦਿਨਾਂ ਵਿੱਚ ਕਵੀ ਜੀ ਕਹਿੰਦੇ ਜਿਵੇਂ ਚੰਦਰਮਾ ਬਹੁਤਾ ਲਿਸ਼ਕਦਾ ਹੈ, ਉਹ ਅੱਸੂ ਕੱਤੇ ਦੇ ਚੰਦਰਮਾ ਵਰਗਾ, ਪੁੰਨਿਆਂ ਦੇ ਚੰਦ ਵਰਗਾ ਹਜ਼ੂਰ ਦਾ ਮੁੱਖ ਲਿਸ਼ਕਾਰੇ ਪਾਉਂਦਾ ਹੈ। ਬਚਨ ਸੁਧਾ ਸ਼ਰਵ ਤੇ ਗਨ ਬੁੰਦ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਬਚਨ ਹੈ ਨਾ, ਉਹ ਮਾਨੋ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ਡਿੱਗਦੀਆਂ ਨੇ, ਇਹੋ ਜਿਹੇ ਸੋਹਣੇ ਅੰਮ੍ਰਿਤ ਦੀਆਂ ਬੂੰਦਾਂ ਵਰਗੇ ਸਤਿਗੁਰਾਂ ਦੇ ਬਚਨ ਹਨ। ਦੀਰਘ ਦਰਸ਼ਨ ਦੇਖਤ ਭਾਵੈ, ਭਾਵ ਮਹਾਰਾਜ ਦੇ ਸੁੰਦਰ ਇਹੋ ਜਿਹੇ ਬੋਲ ਹੈ, ਜਦੋਂ ਬੋਲਦੇ ਆ ਮਹਾਰਾਜ ਦੇ ਮੁਖ ਚੋਂ ਮਾਨੋ ਅੰਮ੍ਰਿਤ ਦੀਆਂ ਬੂੰਦਾਂ ਡੁੱਲਦੀਆਂ। ਤੇ ਦੀਰਘ ਦਰਸ਼ਨ ਦੇਖਤ ਭਾਵੈ, ਜਿਹੜਾ ਮਹਾਰਾਜ ਦੇ ਦਰਸ਼ਨ ਇੱਕ ਵਾਰੀ ਕਰ ਲੈਂਦਾ ਹੈ, ਉਹ ਫਿਰ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਜੋਗਾ ਹੀ ਹੋ ਜਾਂਦਾ, ਮੁੜ ਕੇ ਪੁਨः ਘਰ ਜਾਣ ਨੂੰ ਦਿਲ ਨਹੀਂ ਕਰਦਾ ਹੈ। ਕੀਰਨਾਸਕਾ ਤੁੰਗ ਸੁਹਾਵੈ, ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਹੁਤ ਬਰੀਕ ਉੱਚੀਆਂ ਨਾਸਕਾ ਸ਼ੋਭ ਰਹੀ ਹੈ। ਕੁੰਡਲ ਕਰਨ ਜਰਾਊ ਬਨੇ, ਤੇ ਕੁੰਡਲਾਂ ਵਿੱਚ ਜਿਹੜੇ ਸੁੰਦਰ ਜੜਾਊ ਬਣੇ ਹੋਏ ਐ, ਸੁੰਦਰ ਹੀਰੇ ਜਵਾਹਰਾਤ ਜੜੇ ਹੋਏ ਬਣੇ ਹਨ। ਡੋਲ ਤੁਰ ਚਿਰ ਲਾਗ ਧਨ ਕਨੇ, ਤੋ ਜਦੋਂ ਡੋਲਤ ਖਾਂਦੇ ਐ, ਭਾਵ ਹਿਲਦੇ ਕੁੰਡਲ, ਬੜੀ ਸ਼ੋਭਾ ਛਾ ਰਹੀ ਹੈ ਕਿ ਜਿਨ੍ਹਾਂ ਉੱਪਰ ਬਹੁਤ ਭਾਰੀ ਧਨ ਲੱਗਿਆ ਹੋਇਆ, ਬੇਸ਼ਕੀਮਤੀ ਹਨ। ਕਮਲ ਪੰਖੁਰੀ ਚਾਰ ਸਰੀਖੀ, ਸਤਿਗੁਰਾਂ ਦੇ ਸੁੰਦਰ ਨੇਤਰ ਕਮਲ ਦੀ ਪੰਖੜੀ ਵਰਗੇ ਮੋਟੇ ਹਨ। ਆਂਖ ਵੱਡੀ ਜੁਗ ਤੀਖੀ ਤੀਖੀ, ਤਿੱਖੀਆਂ ਤਿੱਖੀ ਜਾਂ ਕਹਿ ਲਓ ਜਿਹੜੀਆਂ ਨੇਤਰਾਂ ਦੇ ਉੱਪਰ ਚਿਮਣੀਆਂ ਹੁੰਦੀਆਂ, ਉਹ ਕਮਲ ਦੇ ਪੱਤੇ ਵਾਂਗੂ ਗੋਲ ਬਣੀਆਂ ਹੋਈਆਂ, ਮੋਟੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਦੋਹੇਂ ਅੱਖਾਂ, ਹਜ਼ੂਰ ਦੇ ਨੇਤਰ ਬੜੇ ਸੁੰਦਰ ਤਿੱਖੇ ਹਨ। ਬਰਣੀ ਕੁਟਲ ਕੋਰ ਸਮਬਾਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਸਹੇਲੀਆਂ ਜਿਵੇਂ ਕਮਾਨ ਹੁੰਦਾ ਟੇਢਾ, ਇਸ ਤਰ੍ਹਾਂ ਹੈ। ਤੇ ਅੱਖਾਂ ਦੇ ਕੋਨੇ ਹੁੰਦੇ ਬਿਲਕੁਲ ਤਿੱਖੇ, ਜਿਵੇਂ ਤਿੱਖੇ ਤੀਰ ਹੁੰਦੇ ਆ। ਤਿਰਛੀ ਚਿਤਵਨ ਕਿਰਪਾ ਨਿਧਾਨਾ, ਮਹਾਰਾਜ ਜਦੋਂ ਕਿਰਪਾ ਦੀ ਚਿਤਵਨੀ ਰੱਖ ਕੇ, ਕਿਰਪਾ ਧਾਰ ਕੇ ਜਿਸ ਵੱਲ ਤਿਰਛੀ ਨਜ਼ਰ ਮਾਰਦੇ, ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਨਦਰੋ ਨਦਰ ਨਿਹਾਲ ਕਰ ਦਿੰਦੇ ਆ। ਤੋ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤਾਂ ਜਦੋਂ ਕਰਦੇ ਆ, ਤੋ ਇਹੋ ਜਿਹੀ ਸੱਚੇ ਪਾਤਸ਼ਾਹ ਦੀ ਕਿਰਪਾ ਨੇਤਰਾਂ ਦੇ ਨਾਲ ਦ੍ਰਿਸ਼ਟੀ ਮਾਰ ਦੇਣ ਤੇ ਨਦਰੋਂ ਨਦਰ ਜੀਵ ਨਿਹਾਲ ਹੋ ਜਾਵੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਵਾਜ਼ ਕਿਹੋ ਜੀ, ਕਵੀ ਜੀ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੋਲਦੇ ਆ ਨਾ, ਤੇ ਬਰੀਕ ਆਵਾਜ਼ ਨਹੀਂ, ਜਦੋਂ ਨਗਾਰਾ ਦੂਰੋਂ ਖੜ ਕੇ ਸੁਣੋ ਸਾਧ ਸੰਗਤ ਜੀ, ਨਗਾਰੇ ਦੀ ਆਵਾਜ਼ ਆਵੇ ਨਾ ਆਵੇ, ਪਰ ਨਗਾਰੇ ਦੀ ਧਮਕ ਜਿਹੜੀ ਦਿਲ ਬਹਿਲਾ ਦਿੰਦੀ, ਕੰਬਣ ਲਾ ਦਿੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬੋਲਦੇ ਆ, ਪਾਤਸ਼ਾਹ ਦਾ ਬੋਲ ਬਹੁਤ ਭਾਰਾ ਹੈ, ਤੇ ਸੱਚੇ ਪਾਤਸ਼ਾਹ ਜਦੋਂ ਬੋਲਦੇ ਆ ਤੇ ਮਾੜਿਆਂ ਕਮਜ਼ੋਰਾਂ ਦੇ ਦਿਲ ਦਹਿਲ ਜਾਂਦੇ ਆ। ਨਗਾਰੇ ਵਰਗੀ ਸਤਿਗੁਰਾਂ ਦੀ ਆਵਾਜ਼ ਭਾਰੀ ਹੈ। ਉਪਦੇਸ਼ਤ ਸਿੱਖਣ ਬਰ ਵੀਰ, ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਉਪਦੇਸ਼ ਕਰਦੇ ਆ ਨਾ ਜਦੋਂ,
ਤੇ ਮਹਾਰਾਜ ਦੀ ਸੂਰਮਿਆਂ ਦੀ ਆਵਾਜ਼ ਜੈਸੀ ਭਾਰੀ ਆਵਾਜ਼ ਹੈ ਗਰੀਬ ਨਵਾਜ ਪਾਤਸ਼ਾਹ ਦੀ, ਤੇ ਕਈਆਂ ਨੂੰ ਭੁਲੇਖਾ ਪੈਂਦਾ ਵੀ ਖਰੇ ਨਗਾਰਾ ਵੱਜਦਾ ਪਿਆ। ਉਹ ਨਗਾਰਾ ਨਹੀਂ ਵੱਜਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲ ਰਹੇ ਹੁੰਦੇ ਆ, ਪਰ ਦੂਰੋਂ ਇਉਂ ਲੱਗਦਾ ਵੀ ਜਿਵੇਂ ਕਿਤੇ ਰਾਜੇ ਦੇ ਮਹਿਲ ਵਿੱਚ ਨਗਾਰੇ ਵੱਜਦੇ ਆ। ਇਹੋ ਜਿਹੀ ਸਤਿਗੁਰਾਂ ਦੀ ਆਵਾਜ਼ ਹੈ ਸੁੰਦਰ ਭਾਰੀ ਹੀ। ਪ੍ਰਿਕਟੀ ਕੁਟਲ ਕਮਾਨ ਸਮਾਨਾ, ਕਮਾਨ ਵਰਗੀਆਂ ਮਹਾਰਾਜ ਦੀਆਂ ਦੋਹੇ ਸੇਲੀਆਂ ਚੜੀਆਂ ਹੋਈਆਂ ਜਿਵੇਂ ਕਮਾਨ ਤਾਣੀ ਹੁੰਦੀ ਹੈ। ਭਰਿਓ ਭਾਗ ਤੇ ਪਾਲ ਮਹਾਨਾ, ਭਾਗਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੱਥਾ ਚੌੜਾ ਭਰਿਆ ਹੋਇਆ ਹੈ। ਮੇ ਚਿਕ ਚਿਕਵਨ ਕੇਸ ਵਿਸ਼ੇਸ਼, ਲੰਬੇ ਬਰੀਕ ਹਜੂਰ ਦੇ ਕੇਸ ਜਿਵੇਂ ਚੌਰ ਸਾਹਿਬ ਹੁੰਦਾ ਹੈ, ਤੇ ਸਾਰੇ ਚੀਕਣੇ ਹਨ ਐਨ ਜਿਵੇਂ ਥਿੰਦੇ ਨਾਲ ਚੋਪੜੇ ਹੁੰਦੇ ਐ। ਸਿਰ ਉਸ਼ਨੀਕ ਸੁਹਾਏ ਅਸ਼ੇਸ਼, ਕਾਲੇ ਸ਼ਾਹ ਗਰੀਬ ਨਵਾਜ ਦੇ ਸੁੰਦਰ ਕੇਸ ਹੈ, ਤੇ ਸੀਸ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਬੜੀ ਪੱਗ ਸੁੰਦਰ ਦਮਾਲਾ ਵੱਡਾ ਸ਼ੋਭਦਾ ਹੈ। ਕਲਗੀ ਜਿਗਾ ਜੀਬ ਜਿਨ ਜਾਹਰ, ਜੇ ਬੜੇ ਜੜਾਊ ਜੜੇ ਹੋਏ ਹੀਰੇ ਮੋਤੀ 9 ਰਤਨ ਜੜੇ ਐ। ਇਹੋ ਜੀ ਜਿਹੜੀ ਜਿਗਾ ਹਜ਼ੂਰ ਦਮਾਲੇ ਤੇ ਪਹਿਨਦੇ, ਦਮਾਲੇ ਦੇ ਵਿੱਚ ਜਿਹੜੀ ਕਲਗੀ ਲਾਉਂਦੇ ਆ ਸੁੱਚੇ ਮੋਤੀਆਂ ਦੇ ਨਾਲ ਜੜੀ ਹੋਈ ਹੈ। ਜਬਰ ਜੋਤ ਜਗਮਗਤ ਜਵਾਹਰ, ਮਹਾਰਾਜ ਦਾ ਚਿਹਰਾ ਸੀਸ ਤੇ ਦਮਾਲਾ, ਦਮਾਲੇ ਉੱਪਰ ਜਿਗਾ ਜਿਗਾ ਵਿੱਚ ਲੱਗੀ ਫੱਬੀ ਹੋਈ ਕਲਗੀ ਜਿਹੜੀ ਹੈ ਐਨ ਭਲੀ ਪ੍ਰਕਾਰ ਚਮਕਾਰੇ ਮਾਰਦੀ ਹੈ। ਸਤਿਗੁਰਾਂ ਦੀ ਸੋਭਾ ਦੂਰ ਦੂਰ ਤੱਕ ਜਗਮਗਾਤ ਹੋ ਰਹੀ ਜਿਵੇਂ ਚੜ੍ਹਿਆ ਸੂਰਜ ਹੁੰਦਾ ਹੈ। ਸਰਬ ਵਿਭੂਖਣ ਭੂਖਤ ਭਾਰੇ, ਬਹੁਤ ਗਹਿਣਿਆਂ ਦੇ ਨਾਲ ਸੱਚੇ ਪਾਤਸ਼ਾਹ ਜੀ ਭੂਸ਼ਿਤ ਹੋ ਰਹੇ ਹੈ, ਫੱਬੇ ਹੋਏ ਹਨ, ਸਜੇ ਹੋਏ ਹਨ। ਵਰਨ ਵਰਨ ਬਰ ਵਸਤਰ ਸੁਤਾਰੇ, ਤੇ ਰੰਗਾਂ ਰੰਗਾਂ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਸੁੰਦਰ ਵਸਤਰ ਪਹਿਨੇ ਹੋਏ ਹੈ। ਧਨ ਵਿਦਿਆ ਅਭਿਆਸ ਕਮਾਵੈ, ਇਸ ਤਰ੍ਹਾਂ ਕਵੀ ਜੀ ਕਹਿੰਦੇ ਤਿਆਰ ਬਰ ਤਿਆਰ ਹੋ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ ਹੈ। ਸਾਰਾ ਦਿਨ ਜੰਗਲ ਵਿੱਚ ਬਤੀਤ ਕਰਕੇ ਆਉਂਦੇ ਹਨ। ਕਹਿ ਕਹਿ ਖਪਰੇ ਤੀਰ ਕਰਾਵੈ, ਤੇ ਜਿਹੜੇ ਮਹਾਰਾਜ ਧਨਖ ਦਾ ਵਾਲਾ ਅਭਿਆਸ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਸਤ ਸੰਗ ਜੀ ਤੇਗ ਦੇ ਧਨੀ ਸੀ ਬਹੁਤ, ਪਰ ਮਹਾਰਾਜ ਜ਼ਿਆਦਾ ਜਦੋਂ ਸ਼ਿਕਾਰ ਜਾਂਦੇ ਜਾਂ ਸਿੱਖਾਂ ਨੂੰ ਸਿਖਲਾਈ ਦਿੰਦੇ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਧਨੁਸ਼ ਦੇ ਬਹੁਤ ਅਭਿਆਸੀ ਸਨ। ਜ਼ਿਆਦਾਤਰ ਅਭਿਆਸ ਜਿਹੜਾ ਤੀਰ ਕਮਾਨ ਦਾ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ। ਉਮਰ ਹੁਣ ਵੱਡੀ ਹੋ ਰਹੀ ਹੈ ਤੇ ਮਾੜਾ ਜਿਹੜਾ ਕਮਾਨ ਸੀ ਸੱਚੇ ਪਾਤਸ਼ਾਹ ਖਿੱਚ ਕੇ ਤੋੜ ਦਿਆ ਕਰਦੇ ਸੀ। ਤੇ ਗੁਰੂ ਗਰੀਬ ਨਵਾਜ ਮਹਾਰਾਜ ਫਿਰ ਖਪਰੇ ਤੀਰ ਦੇ ਬਹੁਤ ਸ਼ੌਂਕ ਰੱਖਦੇ ਸੀ। ਖਪਰਾ ਤੀਰ ਹੁੰਦਾ ਜਿਸ ਤੀਰ ਦੀ ਡੰਡੀ ਅੱਗੇ ਜਿਵੇਂ ਪਾਨ ਦਾ ਪੱਤਾ ਹੱਥ ਜਿੱਡਾ ਚੌੜਾ ਲੋਹਾ ਲੱਗਿਆ ਹੁੰਦਾ, ਉਹ ਟਕਾ ਕੇ ਮਾਰਿਆ ਹੋਵੇ ਸਾਧ ਸੰਗਤ ਜੀ ਤੇ ਤੀਰ ਸਿਰ ਵੱਢ ਕੇ ਲੈ ਜਾਂਦਾ, ਐਡਾ ਚੌੜਾ ਹੁੰਦਾ ਹੈ। ਇੱਥੇ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਪਰਾ ਤੀਰ ਕਪਿਆ, ਕਿਸੇ ਦਰਸ਼ਨ ਕਰਨੇ ਹੋਣ ਤਾਂ ਤਖਤ ਸਾਹਿਬ ਤੇ ਤੋ ਪਾਣ ਦੇ ਪੱਤੇ ਵਾਂਗੂ ਚੌੜਾ ਹੁੰਦਾ, ਉਹ ਸੀਖ ਦੇ ਅੱਗੇ ਲੱਗਿਆ ਹੋਇਆ, ਉਹ ਸਾਰਾ ਲੋਹੇ ਦਾ ਜ਼ਿਆਦਾਤਰ ਹੁੰਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਰੀਗਰਾਂ ਸਿਕਲੀਗਰਾਂ ਸਿੱਖਾਂ ਨੂੰ ਕਹਿ ਕਹਿ ਕੇ ਨਾ ਖਪਰੇ ਤੀਰ ਬਣਵਾਉਂਦੇ ਆ। ਖਪਰੇ ਤੀਰ ਦੇ ਬਹੁਤੇ ਸ਼ੌਕੀਨ ਗੁਰੂ ਹਰਗੋਬਿੰਦ ਸਾਹਿਬ ਜੀ ਹੈ। ਧਰ ਧਰ ਮਾਰਹਿ ਦੂਰ ਨਿਸ਼ਾਨਾ ਰੱਖ ਲੈਂਦੇ, ਕਿਤੇ ਦੂਰ ਬੁੱਤ ਬਣਾ ਲੈਂਦੇ ਜਾਂ ਕੋਈ ਫਲ ਆਦਿਕ ਕੋਈ ਸਬਜ਼ੀ ਦਾ ਇਸ ਤਰ੍ਹਾਂ ਕੋਈ ਇਹੋ ਜਿਹੀ ਵਸਤੂ ਦੂਰ ਰੱਖ ਲੈਂਦੇ ਆ ਤੇ ਕਮਾਨ ਦੀ ਤੰਦੀ ਤੇ ਚਾੜ ਕੇ ਖਪਰਾ ਤੀਰ ਸੱਚੇ ਪਾਤਸ਼ਾਹ ਜੀ ਚਲਾਉਂਦੇ ਆ, ਸਿੱਧਾ ਜਾ ਨਿਸ਼ਾਨੇ ਤੇ ਮਾਰਦੇ ਆ। ਵੱਡੇ ਵੇਗ ਤੇ ਛੁਟਹਿ ਬਾਨਾ, ਤੇ ਮਹਾਰਾਜ ਦਾ ਤੀਰ ਜਦੋਂ ਸਿੱਖ ਤੀਰ ਚਲਾਉਂਦੇ ਤੇ ਤੀਰ ਜਦੋਂ ਜਾਂਦਾ ਜਿੱਥੇ ਵੱਜਦਾ ਉਹਨਾਂ ਚਿਰ ਦੀਦਾ ਵੱਜਣ ਤੱਕ ਤੀਰ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਮਾਨ ਚੋਂ ਨਿਕਲਿਆ ਤੀਰ ਜਾਂ ਤਾਂ ਕਮਾਨ 'ਚ ਦਿਸਦਾ ਹੈ ਤੇ ਜਾਂ ਗਾਂ ਜਿੱਥੇ ਵੱਜਾ ਉੱਥੇ ਦਿਸਦਾ ਹੈ। ਵਿਚਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਛੱਡਿਆ ਤੀਰ ਕਿਸੇ ਨੂੰ ਦਿਸਿਆ ਨਹੀਂ ਸੀ ਕਦੇ। ਇੰਨੀ ਤੇਜ਼ੀ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੀਰ ਛੱਡਦੇ ਹੈ। 13-14 ਵਰਿਆਂ ਦੀ ਕੇਵਲ ਮਹਾਰਾਜ ਦੀ ਆਯੂ ਹੈ। ਚਾਪ ਕਠੋਰ ਕਹਿਤ ਬਨ ਬਨਵਾਵਹਿ, ਜਦੋਂ ਮਹਾਰਾਜ ਕੁਝ 2-3 ਮਹੀਨੇ ਲੰਘ ਜਾਂਦੇ ਆ, ਸਰੀਰ ਹੋਰ ਬਲ ਭਾਰ ਆਉਂਦਾ, ਉਹ ਕਮਾਨ ਟੁੱਟ ਜਾਂਦੀ ਹੈ। ਫਿਰ ਸੱਚੇ ਪਾਤਸ਼ਾਹ ਕਾਰੀਗਰ ਨੂੰ ਕਹਿੰਦੇ ਪਹਿਲਾਂ ਜਿਹੜਾ ਕਮਾਨ ਬਣਿਆ ਉਹਦੇ ਤੋਂ ਵੀ ਦੁੱਗਣਾ ਭਾਰਾ ਕਮਾਨ ਬਣਾ ਕੇ ਦਿਓ, ਹੋਰ ਸਖਤ ਸਾਨੂੰ ਕਮਾਨ ਬਣਾ ਕੇ ਦਿਓ। ਕਹਿ ਕਹਿ ਕੇ ਮਹਾਰਾਜ ਜੀ ਸੁੰਦਰ ਧਨੁਖ ਬਣਵਾ ਰਹੇ ਹੈ। ਵੱਡ ਬਲ ਕਰ ਜੋ ਐਂਚੋ ਜਾਵਹਿ, ਕਹਿੰਦੇ ਸਾਨੂੰ ਉਹ ਬਣਾ ਕੇ ਦਿਓ ਕਮਾਨ ਜਿਹੜਾ ਜਿੰਨਾ ਮਰਜ਼ੀ ਜ਼ੋਰ ਲਾਈਏ ਤੇ ਟੁੱਟੇ ਨਾ, ਸਾਡੇ ਬਲ ਦੇ ਬਰਾਬਰ ਦਾ ਕਮਾਨ ਸਾਨੂੰ ਚਾਹੀਦਾ ਹੈ। ਸੰਮਤ ਏਕ ਬਿਤਹਿ ਪੁਨ ਕਹੈ, ਤੇ ਜਦੋਂ ਸਾਲ ਲੰਘ ਜਾਂਦਾ ਨਾ ਸਾਧ ਸੰਗ ਜੀ ਉਹ ਕਮਾਨ ਚਲਾਉਂਦਿਆਂ ਹੋਇਆਂ
ਸਾਲ ਲੰਘਣ ਤੋਂ ਬਾਅਦ ਮਹਾਰਾਜ ਫੇਰ ਕਾਰੀਗਰ ਨੂੰ ਸੱਦ ਕੇ ਕਹਿੰਦੇ ਐ ਧਨ ਦੁਗਣੋਂ ਡੇਢ ਕਰ ਮਹਿ ਗਹਿ। ਵੀ ਅਸੀਂ ਹੁਣ ਉਹ ਧਨੁਸ਼ ਫੜਾਂਗੇ ਜਿਹੜਾ ਪਹਿਲਾਂ ਤੂੰ ਧਨੁਸ਼ ਬਣਾ ਕੇ ਦਿੱਤਾ ਉਹਦੇ ਤੋਂ ਦੁੱਗਣਾ ਭਾਰਾ ਹੋਵੇ। ਇਹ ਟੰਕ ਹੁੰਦੇ ਆ ਕਮਾਨਾਂ ਦੇ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 9 ਟੰਕੀ ਕਮਾਨ ਸੀ ਖਾਲਸਾ ਜੀ। ਤੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਤਸ਼ਾਹ ਮਹਾਰਾਜ ਦੇ ਪੜਦਾਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਿਆਲ। ਤੇ ਵੇਖ ਲਓ ਸਾਧ ਸੰਗਤ ਜੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਵਾਰੀ ਉਮਰ ਥੋੜ੍ਹੀ ਸੀ ਮਹਾਰਾਜ ਜਦੋਂ ਗੁਰਤਾ ਤੇ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਬਾਬਾ ਰਾਮ ਕੌਰ ਜੀ, ਜਿਨ੍ਹਾਂ ਦਾ ਇਤਿਹਾਸ ਆਪਾਂ ਉਹ ਵਾਰਤਕ ਸੁਣਾਇਆ ਸੁਣ ਰਹੇ ਅੱਗੇ। ਬਾਬਾ ਬੁੱਢਾ ਸਾਹਿਬ ਜੀ 5ਵੀਂ 6ਵੀਂ ਅੰਸ਼ ਤੋਂ ਸੀ। ਇਹਨਾਂ ਇੱਕ ਵਾਰੀ ਨਾ ਬੈਠੇ ਮਹਾਰਾਜ ਸਜੇ ਸਿੰਘਾਸਨ ਤੇ ਕਮਾਨ ਮਹਾਰਾਜ ਕੋਲ ਵੱਡਾ ਸੀ, ਉਮਰ ਥੋੜ੍ਹੀ ਸੀ ਤੇ ਆਦਤ ਸੁਭਾਅ ਆ ਜਾਂਦਾ ਕਈ ਵਾਰੀ ਉਹ ਸਿਆਣਪ ਘੋਟਣ ਦਾ। ਉਹ ਮਨ 'ਚ ਸ਼ੰਕਾ ਕੀਤਾ। ਬਾਬਾ ਰਾਮ ਕੌਰ ਜੀ ਕਹਿੰਦੇ ਵੀ ਨਾ ਮਹਾਰਾਜ ਨੂੰ ਕਮਾਨ ਓਡਾ ਕੁ ਰੱਖਣਾ ਚਾਹੀਦਾ ਜਿੱਡਾ ਕੁ ਸਰੀਰ ਹੈ, ਵੀ ਉਮਰ ਥੋੜ੍ਹੀ ਤੇ ਕਮਾਨ ਏਡਾ ਚੁੱਕੀ ਫਿਰਦੇ ਆ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਣ ਗਏ ਅੰਤਰਜਾਮੀ ਸੀ। ਪਾਤਸ਼ਾਹ ਨੇ ਸੋਚਿਆ ਵੀ ਇਹ ਤਾਂ ਬਾਬਾ ਬੁੱਢਾ ਸਾਹਿਬ ਕੇ ਆ, ਇਹ ਸਿੱਖੀ ਦਾ ਧੁਰਾ ਤੇ ਜੇ ਇਹਨਾਂ ਦੇ ਮਨ 'ਚ ਹੀ ਸ਼ੰਕਾ ਰਹਿ ਗਿਆ ਤੇ ਦੂਜੇ ਸਿੱਖਾਂ ਦਾ ਤਾਂ ਕੀ ਬਣਨਾ। ਵੀ ਇਹਨਾਂ ਦੇ ਮਨ 'ਚ ਸ਼ੰਕਾ ਨਹੀਂ ਰਹਿਣਾ ਚਾਹੀਦਾ। ਤਾਂ ਬਾਬੇ ਕੇ ਆ, ਬਾਬਾ ਬੁੱਢਾ ਸਾਹਿਬ ਕੇ ਆ, ਇਹ ਤਾਂ ਸਿੱਖੀ ਦਾ ਮੋਢਾ ਹੈ, ਤਾਂ ਬਹੁਤ ਮਾੜੀ ਗੱਲ ਹੈ। ਤੇ ਮਹਾਰਾਜ ਬਾਬਾ ਬੁੱਢਾ ਇਹਨੂੰ ਬਾਬਾ ਰਾਮ ਕੌਰ ਜੀ ਨੂੰ ਕਹਿੰਦੇ ਕਿ ਚਲੋ ਸ਼ਿਕਾਰ ਖੇਡਣ ਚੱਲੀਏ। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਤਿਆਰ ਹੋ ਗਏ ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਨਾਲ ਚੱਲੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਹਾਰਾਜ ਨੇ ਤੀਰ ਢੇਰ ਲਵਾ ਲਏ ਕੋਲ, ਕਾਫੀ ਖਪਰੇ ਤੀਰ ਆ ਜਿਨ੍ਹਾਂ ਦੇ ਚੱਲ ਰਿਹਾ ਪ੍ਰਸੰਗ, ਉਹ ਚੌੜਾ ਹੁੰਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਨਾ ਆਪ ਹੀ ਬਾਬਾ ਰਾਮ ਕੌਰ ਜੀ ਨੂੰ ਕਹਿੰਦੇ ਬਾਬਾ ਜੀ ਉਹ ਪਹਾੜੀ ਉੱਪਰ ਟਿੱਬੇ ਤੇ ਜਿਹੜਾ ਅੱਕ ਦਾ ਬੂਟਾ ਦਿਸਦਾ ਨੇ ਦੀ ਸਭ ਤੋਂ ਉੱਚੀ ਟੀਸੀ, ਅਸੀਂ ਹੁਣ ਅੱਕ ਦੀ ਟੀਸੀ ਸਾਥ 2-3 ਕੋਹ ਤੇ ਕੀ ਦੀਦੀ ਆ ਮੜੀ ਜੀ ਦਿਸੇ। ਮਹਾਰਾਜ ਕਹਿੰਦੇ ਉਸ ਰੁੱਖ ਦੀ ਟੀਸੀ ਅਸੀਂ ਵੱਢਣੀ ਆ। ਤੇ ਬਾਬਾ ਰਾਮ ਕੌਰ ਜੀ ਦਾ ਸ਼ੰਕਾ ਦੂਰ ਕਰਨਾ, ਪਾਤਸ਼ਾਹ ਮਹਾਰਾਜ ਨੇ ਤੀਰ ਚੁੱਕਿਆ ਉਹ ਪੱਥੇ ਦੇ ਵਿੱਚੋਂ ਤੇ ਚੜਾ ਕੇ ਤੰਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਛੱਡਿਆ ਤੇ ਉਹਦੀ ਟੀਸੀ ਵੱਢ ਕੇ ਸੁੱਟ ਦਿੱਤੀ। ਫਿਰ ਬਾਬਾ ਰਾਮ ਕੌਰ ਜੀ ਦਾ ਸ਼ੰਕਾ ਦੂਰ ਕਰਨ ਵਾਸਤੇ ਬੜੇ ਸਿੰਘ ਮਹਾਰਾਜ ਨੂੰ ਵੇਖ ਰਹੇ ਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਾ ਤੀਰ ਚੁੱਕਣ ਖਾਲਸਾ ਜੀ ਤੇ ਤੀਰ ਛੱਡ ਦੇਣ, ਤੀਰ ਚੁੱਕਣ ਛੱਡ ਦੇਣ। ਤੀਰ ਦੀ ਪੂਛ ਦੇ ਨਾਲ ਪੂਛ ਜੋੜਤੀ ਮਹਾਰਾਜ ਨੇ, ਉਧਰ ਨੂੰ ਚਲਾਉਣ ਜਿੱਧਰ ਅੱਕ ਦਾ ਬੂਟਾ ਖੜਾ, ਵੀ ਇੱਕ ਸੂਤ ਜਿੰਨਾ ਵੀ ਥਾਂ ਨਹੀਂ ਛੱਡਿਆ। ਜਦੋਂ ਮਹਾਰਾਜ ਨੇ ਤੀਰ ਚਲਾਣਾ, ਇੱਕ ਤੀਰ ਦੇ ਮਗਰ ਦੂਜਾ, ਦੂਜੇ ਮਗਰ ਤੀਜਾ, ਲੈਣ ਬੰਨ੍ਹ ਕੇ ਵਿਖਾ ਦਿੱਤੀ ਬਾਬਾ ਰਾਮ ਕੌਰ, ਜਿਹੜੇ ਕਹਿੰਦੇ ਸੀ ਵੀ ਧਨੁੱਖ ਉਮਰ ਦੇ ਹਿਸਾਬ ਨਾਲ ਰੱਖਣਾ ਚਾਹੀਦਾ। ਤੋ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਮਾਰ ਤੀਰ ਉਹਦੇ ਸਾਰੇ ਪੱਤੇ ਝਾੜਤੇ ਤੇ ਇਕੱਲੇ ਡਾਂਗਾਂ ਹੀ ਖੜੀਆਂ ਰਹਿ ਗਈਆਂ ਅੱਕ ਦੇ ਬੂਟੇ ਦੀਆਂ। ਮਹਾਰਾਜ ਦੇ ਚਰਨੀ ਡਿੱਗ ਪਿਆ ਬਾਬਾ ਰਾਮ ਕੌਰ ਜੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੋ ਜਿਹੀ ਦਇਆ ਕੀਤੀ, ਇੱਕ ਵਾਰੀ ਹੋਰ ਸ਼ੰਕਾ ਆ ਗਿਆ ਸੀਗਾ ਤੇ ਮਹਾਰਾਜ ਨੇ ਫਿਰ ਉਹ ਚੜ੍ਹ ਲੱਗਿਆ ਘੋੜੇ ਤੇ ਆਖਿਆ ਬਾਬਾ ਰਾਮ ਕੌਰ ਜੀ ਮਾੜਾ ਜਿਹਾ ਇੱਧਰ ਆਇਓ, ਸਾਨੂੰ ਸਹਾਰਾ ਦੇ ਕੇ ਤਾਂ ਚੜਾਓ। ਤੇ ਬਾਬਾ ਰਾਮ ਕੌਰ ਜੀ ਮੋਢਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਢੇ ਤੇ ਭਾਰ ਹੱਥ ਰੱਖਿਆ ਜਦੋਂ, ਤੇ ਬਾਬਾ ਰਾਮ ਕੌਰ ਜੀ ਦੇ ਮਨ 'ਚੋਂ ਸ਼ੰਕਾ ਤਾਂ ਕੁਝ ਪਹਿਲਾਂ ਸੀ, ਕਹਿੰਦੇ ਹੌਲੇ ਹੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੋ ਪਾਤਸ਼ਾਹ ਨੇ ਇੰਨਾ ਕੁ ਭਾਰ ਪਾਤਾ ਨਾ ਤੇ ਫਿਰ ਮਨ 'ਚ ਹੀ ਫੁਰਨਾ ਕੀਤਾ ਬਾਬਾ ਰਾਮ ਕੌਰ ਜੀ, ਪਾਤਸ਼ਾਹ ਭੁੱਲ ਹੋ ਗਈ, ਮੈਨੂੰ ਬਖਸ਼ ਲਓ ਮਹਾਰਾਜ, ਵੀ ਮੇਰੇ ਵੱਸ ਦੀ ਗੱਲ ਨਹੀਂ। ਤਰਲੋਕੀ ਦਾ ਭਾਰ ਬਾਬਾ ਰਾਮ ਕੌਰ ਜੀ ਤੇ ਪਾ ਦਿੱਤਾ ਤੇ ਪੈਰ ਧਰਤੀ 'ਚ ਖੁੱਬਣ ਲੱਗ ਪਏ ਸੀ ਬਾਬਾ ਰਾਮ ਕੌਰ ਦੇ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਹੱਸ ਪਏ ਤੇ ਘੋੜੇ 'ਤੇ ਚੜ੍ਹ ਕੇ ਅੱਗੇ ਚਲੇ ਗਏ। ਕਿਹਾ ਮਹਾਰਾਜ ਨੇ ਕੁਛ ਨਾ, ਜਾਣ ਗਏ ਵੀ ਭੁੱਲ ਹੋ ਗਈ ਹੈ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਕਮਾਨ ਫੜ ਲੈਂਦੇ ਆ 6-7 ਮਹੀਨਿਆਂ ਬਾਅਦ ਹੀ ਉਹ ਭੰਨ ਦਿੰਦੇ ਸਨ, ਕਿਉਂਕਿ ਸਰੀਰ ਵੱਡਾ ਹੋਈ ਜਾਂਦਾ। ਖਪਰਾ ਤੀਰ ਚਲਾਉਣਾ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਬਹੁਤ ਬਲ ਚਾਹੀਦਾ, ਉਹ ਸਿੱਧਾ ਨਹੀਂ ਜਾਂਦਾ, ਅੱਗੋਂ ਭਾਰਾ ਹੁੰਦਾ। ਤੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਰੀਗਰ ਨੂੰ ਸੱਦ ਕੇ ਸਾਲ ਕੁ ਬਾਅਦ ਹੀ ਕਹਿ ਦਿੰਦੇ ਵੀ ਜਿਹੜਾ ਪਹਿਲਾਂ ਬਣਾਇਆ ਨਾ ਉਹਦੇ ਨਾਲੋਂ ਦੁੱਗਣਾ ਤਿੱਗਣਾ ਭਾਰਾ ਸਾਨੂੰ ਕਮਾਨ ਬਣਾ ਕੇ ਦਿਓ, ਅਸੀਂ ਉਹੀ ਹੱਥ ਵਿੱਚ ਪਕੜਾਂਗੇ। ਜੰਗੀ ਤੀਰ ਫੁਲਾਦੀ ਖੱਪਰੇ, ਨਾਲ ਜੰਗੀ ਤੀਰ ਬਣਵਾਉਂਦੇ ਮਹਾਰਾਜ ਫੁਲਾਦ ਦੇ ਬਣੇ ਹੋਏ, ਜਿਨ੍ਹਾਂ ਨੂੰ ਖੱਪਰੇ ਤੀਰ ਆਖਿਆ ਜਾਂਦਾ ਹੈ। ਕਹਿ ਬ੍ਰਿੰਦ ਕਰਾਵਹਿ ਅਪਰੇ, ਮਹਾਰਾਜ ਬੜੇ ਖੱਪਰੇ ਤੀਰ ਤਿਆਰ ਕਰਵਾ ਰਹੇ ਕਹਿ ਕਰਕੇ। ਹੇਰ ਤੀਖਣ ਵੱਡ ਤੀਰ, ਤੇ ਚੰਗੇ ਖੱਪਰੇ ਤਿੱਖੇ ਤੀਰਾਂ ਨੂੰ ਵੇਖ ਵੇਖ ਕਰਕੇ। ਸ਼੍ਰੀ ਸਤਿਗੁਰ ਹਰਗੋਬਿੰਦ ਤੀਰ, ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਮਹਾਰਾਜ ਹੱਥ ਵਿੱਚ ਨਾ ਕਾਰੀਗਰ ਜਦੋਂ ਤੀਰ ਲੈ ਕੇ ਆਉਂਦੇ ਮਹਾਰਾਜਾ ਬਣਾ ਦਿੱਤੇ ਪਾਤਸ਼ਾਹ, ਉਹ ਤੀਰ ਨੂੰ ਹੱਥ ਵਿੱਚ ਪਕੜ ਕੇ ਵੇਖਦੇ ਆ ਜਦੋਂ ਵੀ, ਤੁਰਕ ਸ਼ਤਰਗਣ ਅੰਗ ਮਝਾਰਾ। ਤੇ ਮਹਾਰਾਜ ਉਦੋਂ ਹੀ ਸੋਚਦੇ ਆ ਤੀਰ ਫੜਦੇ ਜਦੋਂ ਵੀ ਕਿਹੜਾ ਵੇਲਾ ਹੋਵੇਗਾ ਜਦੋਂ ਸਾਡੇ ਦੁਸ਼ਮਣ ਤੁਰਕਾਂ ਦੇ ਨਾਲ ਸਾਡਾ ਯੁੱਧ ਮੱਚੇਗਾ। ਤੇ ਹੁਣ ਬੜੇ ਚਿਰ ਦੇ ਤੀਰ ਅਸੀਂ ਇੱਥੇ ਹੀ ਕੰਧਾਂ 'ਚ ਮਾਰ ਰਹੇ, ਕਿਹੜਾ ਸਮਾਂ ਹੋਵੇਗਾ ਜਦੋਂ ਵੈਰੀਆਂ ਦੀ ਛਾਤੀ ਵਿੱਚ ਧਸਾਂਗੇ। ਮਮ ਕਰਤੇ ਪ੍ਰਵਿਸ਼ ਹੈ ਕਿਸ ਬਾਰਾ। ਸਾਡੇ ਧਨੁਸ਼ ਤੋਂ ਕਦੋਂ ਇਹ ਤੀਰ ਛੁੱਟਣਗੇ ਤੇ ਵੈਰੀਆਂ ਦੀ ਛਾਤੀ 'ਚ ਵੜ ਵੜ ਕੇ ਨਿਕਲਣਗੇ। ਕਬਹੁ ਜੰਗ ਮਹਿ ਹੋਏ ਨਿਸੰਗ। ਕਦੋਂ ਜੰਗ ਹੋਵੇਗਾ ਤੇ ਇਹ ਜੰਗ ਦੇ ਮੈਦਾਨ ਵਿੱਚ ਨਿਸ਼ੰਗ ਤੀਰ ਜਿਹੜੇ ਸੰਗ ਤੋਂ ਰਹਿਤ ਚਲਾਵਾਂਗੇ ਅਸੀਂ ਤੜਾ ਤਾੜ। ਕਰਾਂ ਪ੍ਰਹਾਰਣ ਖਰਣ ਖਤੰਗ। ਕਦੋਂ ਅਸੀਂ ਇਹ ਤਿੱਖੇ ਤੀਰ ਵੈਰੀਆਂ ਦੀ ਛਾਤੀ ਨੂੰ ਸਿੱਧੇ ਕਰ ਕਰਕੇ ਛੱਡਾਂਗੇ। ਕਬ ਤੂੰ ਫੰਗ ਕੋ ਗਹੇ ਚਲਾਵੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਮਾਰੇ ਕਦੇ ਤੀਰ ਕਮਾਨ ਚਲਾਉਂਦੇ ਐ, ਕਦੇ ਹੱਥ ਵਿੱਚ ਚੰਗੀ ਬੰਦੂਕ ਸਿੱਖ ਭੇਟ ਕਰਦੇ ਐ, ਉਹ ਚਲਾ ਚਲਾ ਕੇ ਵੇਖਦੇ ਹਨ। ਮਾਰ ਲੱਛ ਕੋ ਤਰੈ ਗਿਰਾਵੈ। ਤੇ ਨਿਸ਼ਾਨਾ ਬਹੁਤ ਹਜ਼ੂਰ ਦਾ ਅਭਿਆਸ ਬਹੁਤ ਹੈ ਸੀ, ਜਿੱਧਰ ਮਾਰਦੇ ਨਿਸ਼ਾਨਾ ਫੁੰਡ ਕੇ ਜੋ ਵਸਤੂ ਰੱਖੀ ਹੁੰਦੀ ਉਹ ਥੱਲੇ ਡੇਗ ਦਿੰਦੇ ਆ। ਮੁੰਗਰੀ ਗਹਿ ਭਾਰੀ ਕੋ ਫੇਰਾ ਹੈ। ਤੇ ਮਾਰੇ ਮੁੰਗਰੀ ਫੇਰਦੇ ਆ ਜਦੋਂ ਉਹ ਲੱਕੜ ਦਾ ਮੁਦਗਰ ਹੁੰਦਾ ਜਿਹੜਾ ਪਹਿਲਵਾਨਾਂ ਦੇ ਫੇਰਨ ਵਾਲਾ, ਉਹ ਪਾਤਸ਼ਾਹ ਵੀ ਫੇਰਦੇ ਆ। ਜਦੋਂ ਸਾਰੇ ਸਿੱਖਾਂ ਨਾਲ ਰਲ ਕੇ ਪਾਤਸ਼ਾਹ ਜੀ ਅਭਿਆਸ ਕਰਦੇ, ਜਦੋਂ ਮਾਰੇ ਮੁਦਗਰ ਫੇਰਦੇ ਆ, ਮੁੰਗਰੀ ਫੇਰਦੇ ਬੜੀ ਭਾਰੀ ਹੱਥ ਵਿੱਚ ਪਕੜ ਕੇ। ਅਨੇਕ ਵਾਰ ਬਾਹਣ ਤੇ ਪ੍ਰੇਰ ਹੈ। ਤੇ ਮਹਾਰਾਜ ਕਈ ਵਾਰੀ ਘੁਮਾ ਦਿੰਦੇ ਆ। ਜਿਹੜੇ ਕੋਈ 22 25 25 30 30 ਸਾਲ ਦੇ ਵੀ ਮਹਾਰਾਜ ਦੀ ਫੌਜ ਵਿੱਚ ਆ, ਚੰਗੇ ਸਰੀਰ ਵਾਲੇ, ਕੋਈ 2 ਵਾਰੀ ਘੁਮਾਉਂਦਾ, ਕੋਈ 4 ਵਾਰੀ ਘੁਮਾਉਂਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਕੇ ਹਟਾ ਦੇਣ ਤੇ ਹਟਾ ਦੇਣ। ਪਾਤਸ਼ਾਹ ਜੀ 13 14 ਕੁ ਵਰਿਆਂ ਦੀ ਉਮਰ 'ਚ 25 25 30 30 ਸਾਲ ਦੇ ਜਵਾਨ ਵਾਂਗੂ ਮੁੰਗਰੀ ਫੇਰ ਲੈਂਦੇ ਆ, ਪਰ ਥੱਕਦੇ ਨਹੀਂ ਹਨ। ਸਰਬ ਨਰਨ ਤੇ ਢੀਲ ਬਡੇਰੋ। ਮਹਾਰਾਜ ਦੀ ਉਮਰ ਥੋੜੀ ਆ, ਪਰ ਜਿੰਨੇ ਮਹਾਰਾਜ ਕੋਲ ਯੋਧੇ ਆ ਨਾ 25 25 ਸਾਲ ਦਿਆਂ ਨਾਲੋਂ ਵੀ ਮਹਾਰਾਜ ਦਾ ਸਰੀਰ ਵੱਡਾ ਤੇ ਤਗੜਾ ਹੈ। ਨਹਿ ਸਮ ਅਪਰ ਕਹੂੰ ਕਿਤ ਹੇਰੋ। ਤੋ ਨਾਲੇ ਕਵੀ ਜੀ ਕਹਿੰਦੇ ਵੀ ਉਹ ਜਿਹੜੇ ਸਿੱਖ ਹੈ ਨਾ ਫੌਜ ਵਾਲੇ ਜਿਹੜੇ ਭਰਤੀ ਹੋਏ, ਉਹ ਆਪ ਹੀ ਕਹਿੰਦੇ ਵੀ ਇੰਨੀ ਛੋਟੀ ਉਮਰ 'ਚ ਅਸੀਂ ਕਦੇ ਸੰਸਾਰ ਵਿੱਚ ਐਡਾ ਸਰੀਰ ਕਿਸੇ ਹੋਰ ਦਾ ਨਹੀਂ ਵੇਖਿਆ ਹੈ। ਭੁਜਾ ਜੰਗ ਆਦਿਕ ਅੰਗ ਸਾਰੇ। ਮਹਾਰਾਜ ਦੇ ਭੁਜਾ ਬਾਹਾਂ ਕੀ ਮਹਾਰਾਜ ਦੀਆਂ ਲੱਤਾਂ ਟੋਟਲ ਜਿੰਨਾ ਸਾਰਾ ਸਰੀਰ ਹੈ। ਕਰਹਿ ਸਰਾਹਣ ਮਿਲਹਿ ਨਿਹਾਰੇ। ਜਿਹੜਾ ਮਹਾਰਾਜ ਨੂੰ ਮਿਲਦਾ ਉਹੀ ਮਹਾਰਾਜ ਦੀ ਸ਼ੋਭਾ ਕਰਦਾ। ਜੇ ਕੋਈ ਸੂਰਮਾ ਪਾਸੇ ਵਾਸੋਂ ਵੀ ਆਉਂਦਾ, ਕੋਈ ਸੰਗਤ ਆਉਂਦੀ ਹੈ, ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਸੁੰਦਰ ਸਰੀਰ ਵੇਖ ਕੇ ਹਰੇਕ ਹੀ ਸ਼ੋਭਾ ਗਾਉਂਦਾ ਹੈ ਵੀ ਇਹੋ ਜਿਹਾ ਸਰੀਰ ਅਸੀਂ ਅੱਜ ਤੀਕਰ ਕਿਸੇ ਦਾ ਨਹੀਂ ਵੇਖਿਆ ਹੈ। ਦੂਰ ਦੂਰ ਕੇ ਮਾਨਵ ਆਵੈ। ਦੂਰੋਂ ਦੂਰੋਂ ਵੀ ਸਾਧ ਸੰਗਤ ਜੀ ਬੜੇ ਮਨੁੱਖ ਖਾਸ ਮਹਾਰਾਜ ਦੇ ਇਕੱਲੇ, ਕਈ ਤਾਂ ਸਿੱਖ ਸ਼ਰਧਾ ਦੇ ਦਰਸ਼ਨ ਕਰਨ ਆਉਂਦੇ ਆ ਨਾ, ਕਈ ਜਿਹੜੇ ਗੈਰ ਸਿੱਖ ਆ ਉਹ ਸਿਰਫ ਇਹ ਵੇਖਣ ਵਾਸਤੇ ਆਉਂਦੇ, ਕਹਿੰਦੇ ਵੀ ਮਾਤਾ ਗੰਗਾ ਦਾ ਪੁੱਤਰ ਬੜਾ ਜਵਾਨ ਹੈ ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਹਿਬਜ਼ਾਦੇ ਡਾਢੇ ਹੀ ਜਵਾਨ ਹੈ। ਕਈ ਗੈਰ ਸਿੱਖ ਸਿਰਫ ਇਹ ਵੇਖਣ ਵਾਸਤੇ ਆਉਂਦੇ ਆ ਵੀ ਵੇਖੀਏ ਸਹੀ ਵੀ ਜਿਹਦੇ ਵਰਗਾ ਸਾਰੇ ਸੰਸਾਰ 'ਚ ਹੀ ਨਾ ਪਹਿਲਾਂ ਜੰਮਿਆ ਨਾ ਗਾਂ ਜੰਮਣਾ, ਕਿੱਡੇ ਕੁ ਹੋਣਗੇ। ਉਹ ਵੇਖਣ ਵਾਸਤੇ ਆਉਂਦੇ ਹਨ। ਕਰ ਦਰਸ਼ਨ ਮਨ ਬਾਂਛਤ ਪਾਵੈ। ਤੋ ਮਹਾਰਾਜ ਦੇ ਦਰਸ਼ਨ ਕਰਦੇ ਆ ਸਿੱਖ, ਕੁਝ ਮਹਾਰਾਜ ਨੂੰ ਖਾਸ ਵੇਖਣ ਵਾਸਤੇ ਆਉਂਦੇ ਆ, ਮਨ ਇੱਛੇ ਫਲਾਂ ਦੀ ਪ੍ਰਾਪਤੀ ਹੁੰਦੀ ਵੈ। ਬਿਖ ਸਰੂਪ ਕੋ ਮਨ ਬਿਰਮਾਵੈ। ਮਹਾਰਾਜ ਦਾ ਸਰੂਪ ਵੇਖ ਕੇ ਮਨ ਮੋਹਿਆ ਜਾਂਦਾ ਹੈ, ਮਚਲ ਜਾਂਦਾ ਹੈ। ਮਿਲ ਆਪਸ ਮਹਿ ਕਹਿ ਸੁਨਾਵੈ। ਤੇ ਆਮ ਜਿੰਨੇ ਸਿੱਖ ਹੈ, ਕੋਈ ਬਾਹਰ ਦੇ ਲੋਕ ਸੰਗਤਾਂ, ਕੋਈ ਗੈਰ ਸਿੱਖ ਵੀ ਆ ਨਾ, ਜਿਹੜੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰ ਕਰ ਸੁਣਾਉਂਦੇ ਆ। ਅਵਨੀ ਪਰ ਸਰੀਰ ਨਰ ਕੋਈ। ਵੀ ਸਾਰੀ ਧਰਤੀ ਦੇ ਉੱਪਰ ਜਿਹੜੇ ਮਨੁੱਖਾਂ ਦੇ ਸਰੀਰ ਗਿਣ ਲਈਏ ਤਾਂ ਅਬ ਤਾਂ ਨਹਿ ਨਾ ਭਵਿੱਖ ਨ ਹੋਈ। ਗੁਰੂ ਹਰਗੋਬਿੰਦ ਸਾਹਿਬ ਜਿੱਡਾ ਸਰੀਰ ਨਾ ਤਾਂ ਪਹਿਲਾਂ ਕਦੇ ਹੋਇਆ, ਨਾ ਹੁਣ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਇਹ ਸੰਸਾਰ ਦੇ ਲੋਕ ਗੱਲਾਂ ਕਰਦੇ ਹਨ। ਆਜੁਦ ਧਰਨ ਉਚਿਤ ਬਲ ਭਾਰੇ। ਤੇ ਚੰਗੀ ਗੱਲ ਹੈ, ਐਡੇ ਸਰੀਰ ਵਾਲੇ ਸੂਰਮੇ ਨੂੰ ਵਾਕਈ ਹੱਥ ਵਿੱਚ ਸ਼ਾਸਤਰ ਫੜਿਆ ਹੋਇਆ ਹੀ ਸੋਭਦਾ ਹੈ। ਰਣ ਮਹਿਰ ਸਹਿਜ ਸ਼ਸਤਰ ਪ੍ਰਹਾਰੇ। ਤੇ ਫਿਰ ਸਿੱਖ ਕਿਆਸ ਲਾਉਂਦੇ ਵੀ ਮੰਨ ਲਓ ਜੇ ਜੰਗ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਇੱਥੇ ਸਧਾਰਨ ਐਡਾ ਸਰੀਰ ਹੈ, ਤੇ ਜੰਗ ਦੇ ਮੈਦਾਨ ਜਦੋਂ ਵੀਰ ਰਸ ਵਿੱਚ ਆਉਣਗੇ ਸੱਚੇ ਪਾਤਸ਼ਾਹ, ਜਦੋਂ ਸ਼ਾਸਤਰ ਜੰਗ ਦੇ ਮੈਦਾਨ ਵਿੱਚ ਘਮਾਇਆ ਕਰਨਗੇ। ਕੋ ਅਸ ਛਤਰ ਕਰਹਿ ਨਾ ਤਰਾਸਾ। ਕਿਹੜਾ ਇਹੋ ਜਿਹਾ ਦੁਸ਼ਮਣ ਹੋਵੇਗਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੁਕਾਬਲਾ ਕਰਿਆ ਕਰੇਗਾ।
ਵੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਵਰਗਾ ਤਾਂ ਸਰੀਰ ਕਰਕੇ ਵੀ ਕੋਈ ਨਹੀਂ, ਦੂਜੀ ਗੱਲ ਇਹ ਗੁਰੂ ਪਾਤਸ਼ਾਹ ਹਨ, ਪਰਮੇਸ਼ਰ ਹਨ, ਤੇ ਇੱਥੇ ਅਭਿਆਸ ਕਰਦੇ ਏਡਾ ਭਾਰੀ ਇਹਨਾਂ ਦਾ ਅਭਿਆਸ ਹੈ। ਜਦੋਂ ਅਜੇ ਕੋਈ ਇਹਨਾਂ 'ਚ ਵੀਰ ਰਸ ਨਹੀਂ, ਕਿਉਂਕਿ ਅਭਿਆਸ ਕਰਨ ਲੱਗਿਆ ਵੀਰ ਰਸ ਨਹੀਂ ਨਾ ਆਉਂਦਾ। ਤੋ ਸਿੱਖ ਕਹਿੰਦੇ ਸੂਰਮੇ ਵੀ ਜਦੋਂ ਜੰਗ ਦੇ ਮੈਦਾਨ ਦੁਸ਼ਮਣ ਨਾਲ ਟਾਕਰਾ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਦਾ, ਜਦੋਂ ਪਾਤਸ਼ਾਹ ਨੂੰ ਵੀਰ ਰਸ ਆਵੇਗਾ, ਉਦੋਂ ਕਿਹੜਾ ਸੂਰਮਾ ਕਿਹੜੀ ਮਾਂ ਨੇ ਜੰਮਿਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਟਿਕਿਆ ਕਰੇਗਾ। ਹਣੇ ਮੁਸ਼ਟ ਤੇ ਕਰਹਿ ਬਿਨਾਸਾ। ਤੋ ਸਿੱਖ ਹਾਸ ਰਸ ਵਿੱਚ ਕਹਿੰਦੇ ਇਹਨਾਂ ਨੂੰ ਤਾਂ ਸ਼ਾਸਤਰ ਦੀ ਲੋੜ ਹੀ ਨਹੀਂ, ਜਿੱਡਾ ਇਹਨਾਂ ਦਾ ਸਰੀਰ ਹੈ ਇਹ ਤਾਂ ਘਸੋਨੀ ਕਿਸੇ ਦਬਤ ਕੇ ਮਾਰ ਦੇਣ ਤੇ ਦੁਸ਼ਮਣ ਥਾਏ ਮਰ ਜਾਣੇ ਹਨ। ਸੁਣੀ ਕਥਾ ਦੁਆਪਰ ਮਹਿ ਭਏ। ਕਹਿੰਦੇ ਦੁਆਪਰ ਵਿੱਚ ਇਹੋ ਜਿਹੀ ਇੱਕ ਵਾਰੀ ਕਥਾ ਬਜ਼ੁਰਗਾਂ ਤੋਂ ਸੁਣੀ ਹੋਈ ਵੀ ਦੁਆਪਰ ਵਿੱਚ ਇਹੋ ਜਿਹੇ ਕੋਈ ਹੋਏ ਸਨ। ਪਾਂਡਵ ਪੰਚ ਮਹਾਬਲ ਥਏ। 5 ਪਾਂਡਵ ਹੋਏ ਕਹਿੰਦੇ ਜਿਹੜੇ ਬੜੇ ਮਹਾਬਲੀ ਸਨ, ਬੜੇ ਬਲ ਵਾਲੇ ਸਨ, ਜਰਵਾਣੇ ਵੀ। ਉਤੇ ਸਮੇਤ ਸੇ ਨਰ ਜੋ ਪ੍ਰਮਾਨੇ। ਦੁਆਪਰ ਦੇ ਵਿੱਚ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਲੋਕ ਸਨ, ਦੁਆਪਰ ਦੀ ਜਿੰਨੀ ਆਬਾਦੀ ਸੀ ਉਹ ਸਾਰੇ ਪ੍ਰਮਾਣ ਲਾ ਲਈਏ ਅੰਦਾਜ਼ਨ ਜਿੰਨੇ ਮਨੁੱਖ ਸੀ ਦੁਆਪਰ ਦੇ। ਤਿੰਨ ਤੇ ਸਵਾ ਗਿਲਸਤ ਮਹਾਨੇ। ਇਹ 5 ਪਾਂਡਵ ਭਰਾ ਉਹ ਸਾਰੇ ਮਨੁੱਖਾਂ ਦੇ ਨਾਲੋਂ ਸਵਾ ਗਿੱਠ ਉੱਚੇ ਸੀ, ਜਿੱਡਾ ਮਰਜ਼ੀ ਲੰਮੇ ਕੱਦ ਵਾਲਾ ਸੀ ਦੁਆਪਰ ਵਿੱਚ ਕੋਈ, ਉਹਨਾਂ ਸਾਰਿਆਂ ਤੋਂ ਸਵਾ ਗਿੱਠ ਉੱਚੇ ਸਨ 5 ਪਾਂਡਵ ਭਰਾ। ਜਿਵੇਂ ਅਰਜਨ ਹੈ, ਯੁਧਿਸ਼ਟਰ ਹੈ, ਨਕੁਲ ਸਹਿਦੇਵ ਹੈ, ਭੀਮ ਜਿਹੜਾ ਭੀਮ ਸੈਨ ਖਵਾਉਂਦਾ ਸੀ, ਇਹ 5 ਭਰਾ ਕਹਿੰਦੇ ਉੱਚੇ ਸੀ ਸਾਰਿਆਂ ਨਾਲੋਂ ਸਵਾ ਗਿੱਠ। ਪੰਚਹ ਭਰਾਤਾ ਢੀਲ ਵਡੇਰੇ। ਤੇ ਜਿਨ੍ਹਾਂ 5 ਭਰਾਵਾਂ ਦਾ ਸਰੀਰ ਬੜਾ ਭਾਰੀ ਸੀ, ਬੜੇ ਸੂਰਮੇ ਸਨਗੇ। ਜਿਨ ਕੋ ਬਲ ਕਹੀਅਤ ਬਹੁ ਤੇਰੇ। ਜਿਨ੍ਹਾਂ ਦਾ ਬਲ ਬੜਾ ਆਖਿਆ ਜਾਂਦਾ, ਸੰਸਾਰ ਵਿੱਚ ਵੀ ਬੜੇ ਮਹਾਨ ਸੂਰਮੇ ਹੋਏ ਆ, ਜੰਗ ਯੁੱਧ ਬੜੇ ਮਚਾਏ ਜਿਨ੍ਹਾਂ ਨੇ। ਤਿਮ ਇਸ ਸਮੇਂ ਜੋ ਨਰਨ ਪ੍ਰਮਾਨ। ਤੋ ਸਿੱਖ ਕਹਿੰਦੇ ਸੂਰਮੇ ਵੀ ਉਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਜਿੰਨੇ ਵੀ ਅੰਦਾਜ਼ਨ ਮਨੁੱਖ ਹੈ, ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਜ ਦੇ ਸਮੇਂ ਦੇ ਜਿੰਨੇ ਵੀ ਕੋ ਮਨੁੱਖ ਧਰਤੀ ਉੱਪਰ ਹਨ। ਸ਼੍ਰੀ ਹਰਗੋਬਿੰਦ ਤਿਤੇ ਮਹਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਸਾਰਿਆਂ ਤੋਂ ਸਵਾ ਗਿੱਠ ਉੱਚੇ ਆ। ਜਿੱਡਾ ਮਰਜ਼ੀ ਕੋ ਲੰਬਾ ਧਰਤੀ ਦਾ ਲੰਮੇ ਤੋਂ ਲੰਮੇ ਮਨੁੱਖ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਲੰਮੇ ਚੌੜੇ ਹਨ। ਐਹੋ ਡੀਲ ਸੁਸ਼ੀਲ ਵਿਸਾਲਾ। ਇਹੋ ਜਿਹਾ ਡੀਲ ਡੌਲ ਸਰੀਰ ਹੈ ਮਹਾਰਾਜ ਦਾ, ਬੜੇ ਸੁੰਦਰ ਸੁਭਾਅ ਵੀ ਨਾਲ ਹੈ। ਨਹਿ ਪਈਅਤ ਜਗ ਮੇ ਕਿਸ ਇਸ ਕਾਲਾ। ਇਸ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਵਰਗਾ ਸੂਰਮਾ ਹੋਰ ਨਹੀਂ ਕਿਤੇ ਵੇਖਿਆ ਜਾਂਦਾ ਹੈ। ਅਜਹਾ ਸਰੀਰ ਵਧ ਹੈ ਬਹੁ ਬਰਖਣ। ਬਾਕੀ ਸਿੱਖ ਕਹਿੰਦੇ ਅਜੇ ਤਾਂ ਬੜੀ ਉਮਰ ਪਈ ਮਹਾਰਾਜ ਦੀ, ਕੋਈ 14-15 ਵਰ੍ਹੇ ਉਮਰ ਹੈ, ਅਜੇ ਤਾਂ ਇਹਨਾਂ ਦਾ ਸਰੀਰ ਬੜਾ ਵਧਣਾ ਫੁੱਲਣਾ ਹੈ। ਤਰਨ ਅਵਸਥਾ ਲੱਗ ਹੋਏ ਪਰਖਣ। ਅਜੇ ਤਾਂ ਤਰਨ ਅਵਸਥਾ ਹੀ ਆ, ਜੇ ਜਵਾਨ ਅਵਸਥਾ ਹੋਣ ਤੱਕ ਪਰਖਿਆ ਜਾਵੇਗਾ ਵੀ ਜੀ ਹੋਰ ਕਿੰਨੇ ਕੁ ਲੰਮੇ ਚੌੜੇ ਹੁੰਦੇ ਹਨ। ਦਰਸ਼ਨ ਕਰਹਿ ਜਾਹੇ ਜਿਸ ਦੇਸ਼। ਤੋ ਕਵੀ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਜਿਹੜੇ ਦੇਸ਼ ਜਾਂਦੇ ਆ ਸੱਚੇ ਪਾਤਸ਼ਾਹ ਜੀ, ਉੱਥੇ ਹੀ ਸੰਗਤਾਂ ਦਰਸ਼ਨ ਕਰਨ ਪਹੁੰਚਦੀਆਂ ਹਨ। ਕਹੈ ਸੋ ਜਸ ਅਰ ਡੀਲ ਵਿਸ਼ੇਸ਼। ਜਾਂ ਕਹੋ ਵੀ ਜਿਹੜੀ ਸੰਗਤ ਦਰਸ਼ਨ ਕਰਨ ਆਉਂਦੀ ਨਾ ਦੇਸ਼ਾਂ ਵਿਦੇਸ਼ਾਂ ਤੋਂ, ਜਦੋਂ ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਨੂੰ ਜੰਗ ਯੁੱਧ ਦਾ ਅਭਿਆਸ ਕਰਦਿਆਂ, ਤੇਗੇ ਵਾਉਂਦਿਆਂ, ਤੀਰ ਕਮਾਨ ਚਲਾਉਂਦਿਆਂ, ਗੋਲੀ ਬੰਦੂਕ ਚਲਾਉਂਦਿਆਂ, ਘੋੜ ਸਵਾਰੀ ਕਰਦਿਆਂ ਵੇਹਨੀਆਂ ਸੰਗਤਾਂ, ਤੇ ਜਦੋਂ ਜਾਂਦੀਆਂ ਸੰਗਤਾਂ ਆਪਣੇ ਘਰਾਂ ਨੂੰ, ਆਪਣੇ ਦੇਸ਼ਾਂ ਨੂੰ, ਉੱਥੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੜੀ ਸ਼ੋਭਾ ਕਰਦੀਆਂ ਹਨ। ਆਯੁਧ ਵਿਦਿਆ ਕਾ ਅਭਿਆਸ। ਆਪਣੇ ਪਿੰਡਾਂ ਵਿੱਚ ਜਾ ਦੱਸਦੇ ਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਜੰਗੀ ਯੋਧੇ ਆ, ਬੜੇ ਮਹਾਨ ਕੱਦ ਕਾਠ ਵਾਲੇ ਆ, ਤੇ ਬੜੇ ਸੂਰਮੇ ਆ, ਜੰਗ ਯੁੱਧ ਦਾ, ਸ਼ਾਸਤਰ ਵਿਦਿਆ ਦਾ ਬੜਾ ਅਭਿਆਸ ਕਰਦੇ ਹਨ। ਪਰ ਚਾਹੇ ਸਤਿਗੁਰ ਕਰਹਿ ਬਿਲਾਸ। ਸਾਰਾ ਦਿਨ ਹੀ ਸ਼ਾਸਤਰਾਂ ਦੇ ਨਾਲ ਖੇਡਦੇ ਰਹਿੰਦੇ, ਪਰਚੇ ਰਹਿੰਦੇ ਆ, ਇਹੋ ਜਿਹੇ ਕੌਤਕ ਕਰ ਰਹੇ ਹਨ। ਤਿਮਹੀ ਸੁਬਟਨ ਸੰਗ ਨ ਘਨ ਕਰੈ। ਤੇ ਜਿੰਨੇ ਮਹਾਰਾਜ ਦੇ ਨਾਲ ਸੂਰਮੇ ਸਾਧ ਸੰਗ ਜੀ, ਉਹ ਵੀ ਸਾਰਾ ਦਿਨ ਅਭਿਆਸ ਕਰਦੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅਭਿਆਸੀ ਹੈ, ਨਾਲ ਦੀ ਫੌਜ ਸੂਰਮੇ ਵੀ ਬੜੇ ਤਾਕਤਵਰ ਤੇ ਅਭਿਆਸ ਵਾਲੇ, ਜੰਗ ਯੁੱਧ ਦਾ ਅਭਿਆਸ ਕਰਨ ਵਾਲੇ ਹਨ। ਧਨਖ ਤੁਫੰਗਣ ਕੋ ਘਰ ਧਰੈ। ਹੱਥ ਵਿੱਚ ਜਿਹੜੀਆਂ ਬੰਦੂਕਾਂ ਤੁਫੰਗਣ ਤੇ ਧਨੁੱਖ ਉਹ ਵੀ ਪਕੜ ਕੇ ਰੱਖਦੇ ਆ। ਸਾਰਾ ਦਿਨ ਅਭਿਆਸ ਹੁੰਦਾ ਜੰਗ ਯੁੱਧ ਦਾ, ਤੀਰ ਕਮਾਨ ਨਿਸ਼ਾਨੇ ਲਾਏ ਜਾਂਦੇ, ਬੰਦੂਕਾਂ ਨਾਲ ਗੋਲੀਆਂ ਚਲਾ ਕੇ। ਇਹੋ ਜਿਹੀ ਧੌਂਸ ਪਾਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਸਾਧ ਸੰਗਤ ਜੀ, ਚੰਦੂ ਡਰ ਗਿਆ ਵਿਚਾਰਾ,
ਤੇ ਫਿਰ ਇਹਨੇ ਨਾ ਆਪਣੀ ਧੀ ਦਾ ਰਿਸ਼ਤਾ ਫਿਰ ਭੇਜਿਆ, ਜਿਹੜਾ ਕਹਿੰਦਾ ਅਸੀਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਹੁਣ ਬਸ ਤੁਹਾਨੂੰ ਸ਼ਹੀਦ ਕਰ ਦਿੱਤਾ, ਮੈਨੂੰ ਕੋਈ ਪਰਵਾਹ ਨਹੀਂ ਹੈ। ਹੁਣ ਮੈਂ ਤੁਹਾਡੇ ਪੁੱਤ ਨੂੰ ਵੀ ਆਖਿਆ ਸੀ ਨਾ, ਚੰਦੂ ਨੇ ਮਹਾਰਾਜ ਨੂੰ, ਵੀ ਤੁਹਾਨੂੰ ਸ਼ਹੀਦ ਕਰਨ ਤੋਂ ਬਾਅਦ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਾਂਗਾ ਤੇ ਫਾਹੀ ਦੇ ਕੇ ਮਾਰਾਂਗਾ। ਉਹ ਡਰ ਕੇ ਚੰਦੂ ਗੁਰੂ, ਕਿਉਂਕਿ ਐਡਾ ਕੱਦ ਕਾਠ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਦੇ ਨਾਲ ਐਡੇ ਜੰਗੀ ਯੋਧੇ ਰਹਿਣੇ, ਤੇ ਚੰਦੂ ਨੇ ਡਰ ਕੇ ਫਿਰ ਲਾਗੀ ਭੇਜੇ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਲੈ ਲਓ। ਉਹ ਸਾਰਾ ਹੀ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਨ ਕਹਿ, ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਸੱਚੇ ਪਾਤਸ਼ਾਹ ਮਿਹਰ ਕਰਨੇ, ਕਥਾ ਦਾ ਪ੍ਰਸੰਗ ਦਾ ਕਿਣਕਾ ਸਾਡੇ ਹਿਰਦੇ ਵਿੱਚ ਵਸੇ। ਅੰਮ੍ਰਿਤਧਾਰੀ ਸ਼ਾਸਤਰਧਾਰੀ ਹੋਣ ਦਾ ਸੁਭਾਗ ਸਾਨੂੰ ਮਾਈ ਭਾਈ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਇਆ ਕਰਕੇ ਬਖਸ਼ਿਸ਼ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਯੁਧ ਵਿਦਿਆ ਕਾ ਅਭਿਆਸ, ਪਰਚਹਿ ਸਤਿਗੁਰ ਕਰਹਿ ਬਿਲਾਸ। ਤਿਮਹੀ ਸੁਭਟ ਸੰਗ ਗਨ ਕਰੈ, ਤਨਖਤ ਫੰਗਨ ਕੋ ਕਰ ਧਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।